ਤੁਸੀਂ ਉਸ ਪੈਸੇ ਨੂੰ ਅੱਗ ਲਾਤੀ ਤੇ ਇੰਨੇ ਪੈਸੇ ਨੂੰ ਅੱਗ ਕਿਉਂ ਲਾਈ? ਇੱਕ ਚੀਜ਼ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਦੂਸਰੇ ਪਾਸੇ ਵਾਈਫ ਨਹੀਂ ਸੀ ਖੜੀ, ਦੂਸਰੇ ਪਾਸੇ ਪੇਰੈਂਟਸ ਬੈਠੇ ਸੀ, ਮਾਂ-ਬਾਪ ਸਾਹਮਣੇ ਬੈਠੇ ਸੀ, ਅਸੀਂ ਉਹਦੀ ਢੇਰੀ ਲਗਾਤੀ ਤੇ ਵੈਸੇ ਲੀਗਲੀ ਵੀ ਅਫੈਂਸ ਹੈ, ਤੁਸੀਂ ਨੋਟ ਸਾਟ ਨਹੀਂ ਸਕਦੇ। ਇੱਕ ਜਿਵੇਂ ਆਪਾਂ ਕਿਸੇ ਤੇ ਇੱਕ ਟੈਗ ਲਾ ਦਿੰਦੇ ਆ ਕਿ ਪਿਓ ਮਾਂ ਗਲਤ ਨਹੀਂ ਹੋ ਸਕਦੇ, ਮਾਂ ਬੱਚੇ ਨੂੰ ਪਿਆਰ ਕਰੂਗੀ ਹੀ ਕਰੂਗੀ, ਬੱਚਾ ਮਾਂ-ਬਾਪ ਦੀ ਗੱਲ ਮੰਨੂਗਾ ਹੀ ਮੰਨੂਗਾ। ਉਹ ਖੁਦ ਆਪਣੇ ਹੱਥ ਦੇ ਨਾਲ ਮਲਾਈ ਦੀ ਪਰੌਂਠੀ ਬਣਾ ਕੇ ਮੈਨੂੰ ਖਵਾਉਂਦੇ ਹੁੰਦੇ ਸੀਗੇ, ਤੇ ਜੇ ਉਹ ਮਲਾਈ ਵਾਲੀ ਪਰੌਂਠੀ ਸਾਡੇ ਘਰ ਬਣੀ ਹੁੰਦੀ ਤਾਂ ਸ਼ਾਇਦ ਲੜਾਈ ਨਾ ਹੁੰਦੀ, ਕਿਉਂਕਿ ਉਹਨੂੰ ਬੀਟ ਕਰਨਾ ਬਹੁਤ ਔਖਾ। ਹੁਣ ਵੀ ਮੈਂ ਪਿੱਛੇ ਜੇ ਜਾ ਕੇ ਆਇਆ, ਬੁੜਾ ਹੋ ਗਿਆ ਮੈਂ, ਉਹ ਹੁਣ ਵੀ ਕਹਿੰਦੇ ਨੇ ਮੈਂ ਤੇਰੇ ਵਾਸਤੇ ਆਪਣੇ ਹੱਥ ਨਾਲ ਪਰੌਂਠੀ ਬਣਾਉਣੀ ਹੈ। ਡੋਂਟ ਯੂ ਥਿੰਕ ਯੂ ਸ਼ੁੱਡ ਮਾਈਂਡ ਯੂਰ ਚਿਲਡਰਨ, ਆਪਣੇ ਬੱਚਿਆਂ ਦਾ ਧਿਆਨ ਰੱਖਣਾ ਤੇਰਾ ਫਰਜ਼ ਨਹੀਂ? ਕਿੰਨਾ ਇੱਥੇ ਹੱਲਾ ਗੁੱਲਾ ਹੋ ਰਿਹਾ, ਕਹਿੰਦਾ ਗੁਸਤਾਖੀ ਮਾਫ ਭਰਾ, ਮੈਂ ਹਸਪਤਾਲ ਤੋਂ ਆ ਰਿਹਾ, ਮੇਰੀ ਵਾਈਫ ਦੀ ਡੈਥ ਹੋਈ ਹੈ ਹੁਣ, ਤੇ ਨਾ ਮੈਨੂੰ ਤੇ ਨਾ ਮੇਰੇ ਬੱਚਿਆਂ ਨੂੰ ਸਮਝ ਆ ਰਹੀ ਹੈ ਕਿ ਅਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰੀਏ। ਉਹਦੇ ਤੋਂ ਬਾਅਦ ਉਹਨਾਂ ਨੇ ਇਹ ਲਿਖਿਆ ਕਿ ਗੁਰੂ ਨੂੰ ਥੱਲੇ ਉਤਰ ਕੇ ਚੇਲੇ ਦੇ ਲੈਵਲ ਤੇ ਆ ਕੇ ਉਹਨੂੰ ਸਮਝਾਉਣਾ ਪੈਣਾ, ਚੇਲੇ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਉਸ ਲੈਵਲ ਤੇ ਪਹੁੰਚ ਜਾਵੇ। ਅੱਜ ਦਾ ਜਿਹੜਾ ਸਮਾਜ ਸਾਡਾ ਬਣਿਆ ਕਾਰਪੋਰੇਟ ਕਲਚਰ ਦਾ, ਲੱਖ ਰੁਪਏ ਸੈਲਰੀ, 1.5 ਲੱਖ ਰੁਪਏ ਸੈਲਰੀ, ਬੰਦੇ ਦੀ ਨਾ ਉਹ ਮੱਚ ਮਾਰ ਦਿੰਦੇ ਨੇ। ਉਹ ਜੇ 1000 ਰੁਪਈਆ ਆਪਣੇ ਕੋਲ ਹੋਵੇ, 10,000 ਦੇਣਾ ਹੋਵੇ ਫਿਰ ਤਾਂ ਆਪਾਂ ਦੇਖੀਏ, ਲੱਖ ਦੇਣਾ ਫਿਰ ਵੀ ਦੇਖੀਏ, ਹੁਣ ਹੈਗਾ 1000 ਹੈ, ਦੇਣਾ 1 ਕਰੋੜ ਹੈ, ਫਿਰ ਤਾਂ ਭਗਵਾਨ ਹੀ ਦੇਖ ਸਕਦਾ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬੀ ਸੋਸ਼ਲ ਤੇ ਸਵਾਗਤ ਹੈ। ਪ੍ਰੋਗਰਾਮ ਗੱਲ ਤੇ ਗੱਲ ਤੁਸੀਂ ਵੇਖਣ ਜਾ ਰਹੇ ਹੋ, ਤੇ ਅੱਜ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਇੱਕ ਵਾਰ ਫਿਰ ਤੋਂ ਸਾਡੇ ਨਾਲ ਅਤੇ ਬੀ ਸੋਸ਼ਲ ਤੇ ਹਾਜ਼ਰ ਹੋਣਗੇ ਰਾਜਪਾਲ ਮੱਖਣੀ ਸਰ ਹੋਰੀ। ਅੱਜ ਅਸੀਂ ਗੱਲ ਤੇ ਗੱਲ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਨਾਲ ਗੱਲ ਕਰਾਂਗੇ। ਬਹੁਤ ਸਾਰੇ ਸਵਾਲ ਤੁਸੀਂ ਇਹਨਾਂ ਨੂੰ ਕੀਤੇ ਸੀ ਜਦੋਂ ਮੁਹੱਬਤਨਾਮਾ ਇਹਨਾਂ ਦਾ ਰਿਲੀਜ਼ ਹੋਇਆ, ਅਤੇ ਗਾਹੇ ਬਗਾਹੇ ਜਦੋਂ ਕੋਈ ਵੀ ਲਿੰਕ ਇਹਨਾਂ ਦਾ ਬੀ ਸੋਸ਼ਲ ਤੇ ਆਉਂਦਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਾਂ ਆਪਣੇ ਦਿਲ ਦੇ ਵਲਵਲੇ ਤੁਸੀਂ ਇਹਨਾਂ ਬਾਰੇ ਲਿਖਦੇ ਹੋ ਕਿ ਇਹਨਾਂ ਦੇ ਜਵਾਬ ਤੁਸੀਂ ਚਾਹੁੰਦੇ ਹੋ। ਸੋ ਸਾਰੀਆਂ ਚੀਜ਼ਾਂ, ਸਾਰੇ ਸਵਾਲ ਅਸੀਂ ਅੱਜ ਨੋਟ ਕਰਕੇ ਲੈ ਕੇ ਆਏ ਸੀ ਜਿਹੜੇ ਕਿ ਤੁਸੀਂ ਉਹਨਾਂ ਨੂੰ ਪੁੱਛੇ ਜਾਂ ਪੁੱਛਣੇ ਚਾਹੁੰਦੇ ਹੋ। ਤਾਂ ਅੱਜ ਉਹਨਾਂ ਸਵਾਲਾਂ ਦੇ ਜਵਾਬ ਅਸੀਂ ਉਹਨਾਂ ਤੋਂ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਲਵਾਂਗੇ ਅਤੇ ਇਸੇ ਬਹਾਨੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਵੀ ਰਹਿਣਗੇ। ਸੋ ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਪਸੰਦ ਕਰੋਗੇ। ਭੈਣੇ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਗੱਲ ਤੇ ਗੱਲ ਲੈ ਕੇ ਆਪਾਂ ਦੁਬਾਰਾ ਹਾਜ਼ਰ ਹੋ ਗਏ ਹਾਂ, ਤੇ ਮੈਂ ਕਹਿੰਦੀ ਹੁਣ ਤੁਸੀਂ ਅੱਜ ਆਪਣੇ ਮਹਿਮਾਨ ਨੂੰ ਵੀ ਜੀ ਆਇਆਂ ਕਹੋ। ਬਿਲਕੁਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ, ਤੁਸੀਂ ਸੁਣਾਓ। ਆਡੀਅנס ਨੂੰ ਵੀ ਦੱਸ ਦਈਏ ਕਿ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਰਾਜਪਾਲ ਮੱਖਣੀ ਸਰ ਹੋਣੀ ਹੋਣਗੇ, ਤੇ ਇਹ ਸਰ ਕਹਿੰਦੇ ਥੋੜਾ ਜਿਹਾ ਗੁੱਸਾ ਕਰ ਜਾਂਦੇ ਨੇ ਕਿਉਂਕਿ ਕਹਿੰਦੇ ਮੈਂ ਧੜ ਵੀ ਹੈਗੀ ਹੈ ਕਹਿੰਦੇ ਮੇਰੇ, ਇਸ ਕਰਕੇ ਅਸੀਂ ਸਾਰੇ ਇਹਨਾਂ ਨੂੰ ਵੀਰ ਜੀ ਕਹਿੰਦੇ ਆ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸਵਾਗਤ ਹੈ ਬੀ ਸੋਸ਼ਲ ਤੇ। ਬਹੁਤ ਧੰਨਵਾਦ ਭੈਣੇ, ਬਹੁਤ ਧੰਨਵਾਦ। ਔਰ ਮੈਂ ਬੀ ਸੋਸ਼ਲ ਦੇ ਜਿੰਨੇ ਵੀ ਸਾਡੇ ਸਰੋਤੇ ਨੇ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ, ਕਿਉਂਕਿ ਪਹਿਲਾਂ ਵੀ ਜਦੋਂ ਅਸੀਂ ਇਕੱਠੇ ਹੋਏ ਇਸ ਤਰ੍ਹਾਂ ਲੱਗਿਆ ਹੀ ਨਹੀਂ ਹੈ ਕਿ ਕੋਈ ਇੰਟਰਵਿਊ ਹੈ, ਕਿਉਂਕਿ ਕੋਈ ਸਕ੍ਰਿਪਟ ਤਾਂ ਹੈ ਨਹੀਂ ਸੀ, ਨਾ ਤੁਹਾਨੂੰ ਪਤਾ ਸੀ ਤੁਸੀਂ ਕੀ ਪੁੱਛਣਾ, ਇੱਕ ਮੋਟਾ ਮੋਟਾ ਖਾਕਾ, ਨਾ ਮੈਨੂੰ ਪਤਾ ਕੀ ਕਰਨਾ, ਤਾਂ ਬਹੁਤ ਕੈਜੂਅਲ ਔਰ ਬਹੁਤ ਵਧੀਆ ਟਾਕ, ਔਰ ਉਨੇ ਹੀ ਚੰਗੀ ਤਰ੍ਹਾਂ ਜਿਹੜਾ ਰਿਸਪੌਂਸ ਸਰੋਤਿਆਂ ਨੇ ਦਿੱਤਾ, ਬਾਕਮਾਲ। ਬਹੁਤ ਧੰਨਵਾਦ, ਤੁਸੀਂ ਦੁਬਾਰਾ ਮੈਨੂੰ ਮੌਕਾ ਦੇ ਰਹੇ ਹੋ ਸਭ ਨਾਲ ਰੂਬਰੂ ਹੋਣ ਵਾਸਤੇ। ਸਾਡੇ ਹੁਣ ਤੱਕ ਜਿੰਨੇ ਵੀ ਗੈਸਟ ਰਹੇ ਨੇ ਸਾਰਿਆਂ ਨੂੰ ਸਾਡੀ ਜਿਹੜੀ ਆਡੀਅנס ਆ ਬੀ ਸੋਸ਼ਲ ਦੀ ਸਭ ਬਹੁਤ ਪਿਆਰ ਦਿੱਤਾ, ਤੇ ਹੁਣ ਜਿਹੜੇ ਸਭ ਤੋਂ ਜ਼ਿਆਦਾ ਸਾਨੂੰ ਮੈਸੇजेस ਇਹ ਆਉਂਦੇ ਹੁੰਦੇ ਨੇ ਕਿ ਲੋਕੀ ਕੀ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਮਿਲਣ ਨੂੰ ਦਿਲ ਕਰਦਾ, ਰਾਜਪਾਲ ਭਾਜੀ ਉਹਨਾਂ ਨੂੰ ਮਿਲਣ ਨੂੰ ਦਿਲ ਕਰਦਾ, ਹੈ ਨਾ। ਤੇ ਹੁਣ ਸਾਨੂੰ ਮੈਸੇਜ ਸਭ ਤੋਂ ਜ਼ਿਆਦਾ ਇਹ ਆਉਂਦੇ ਨੇ ਕਿ ਰਾਜਪਾਲ ਸਰ ਉਹਨਾਂ ਨੂੰ ਮਿਲ ਸਕਦੇ ਜਾਂ ਫਿਰ ਉਹਨਾਂ ਨਾਲ ਇੱਕ ਐਪੀਸੋਡ ਹੋਰ ਕਰੋ। ਹਾਂ ਬਿਲਕੁਲ। ਨਹੀਂ, ਇਹ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਜਦੋਂ ਸਰਲ ਭਾਸ਼ਾ ਦੇ ਵਿੱਚ ਭੈਣ ਭਰਾ ਵਾਂਗੂ ਬੈਠ ਕੇ ਸਿੱਧੀਆਂ ਸਿੱਧੀਆਂ ਗੱਲਾਂ ਕਰਦੇ ਹਾਂ, ਕੋਈ ਬਹੁਤਾ ਗਿਆਨ ਘੋਟਣ ਦੀ ਜ਼ਰੂਰਤ ਨਹੀਂ, ਆਪਣੇ ਜੀਵਨ ਦੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, ਤਾਂ ਜੀਵਨ ਲਗਭਗ ਸਾਡਾ ਸਾਰਿਆਂ ਦਾ ਇੱਕੋ ਹੀ ਨਾਲ ਦਾ, ਥੋੜ੍ਹੇ ਸਰਕਮਸਟੈਂਸਿਸ ਦਾ ਫਰਕ ਹੈ, ਅਤੇ ਅਸੀਂ ਇੱਕ ਦੂਸਰੇ ਨਾਲ ਰਿਲੇਟ ਕਰਦੇ ਹਾਂ, ਔਰ ਉਹ ਪਿਆਰ ਸਾਰਿਆਂ ਦੇ ਅੰਦਰ ਹੀ ਹੈ, ਉਹ ਸਾਰਾ ਹੀ ਬਾਹਰ ਉੱਭਰ ਕੇ ਨਿਕਲਦਾ। ਅਤੇ ਮੈਂ ਫਿਰ ਇੱਕ ਵਾਰੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ, ਜਿਹੜੇ ਲੋਕਾਂ ਨੇ ਇੰਨਾ ਪਿਆਰ ਦੇ ਰਹੇ ਨੇ, ਔਰ ਦੁਬਾਰਾ ਅਸੀਂ ਗੱਲ ਕਰ ਰਹੇ ਹਾਂ ਜੀ। ਤੇ ਅੱਜ ਦੇ ਪ੍ਰੋਗਰਾਮ ਨੂੰ ਸਪੈਸ਼ਲੀ ਕੇਕ ਇੰਡੀਆ ਨੇ ਇਹ ਪਿੰਨੀਆਂ ਸਪਾਂਸਰ ਕੀਤੀਆਂ ਨੇ। ਭੈਣੇ ਪਹਿਲਾਂ ਤੁਸੀਂ ਸਵਾਦ ਲਓ, ਤੇ
ਆਪਾਂ ਨੂੰ ਵੀਡੀਓ ਨਹੀਂ ਦੱਸਣਗੇ ਵੀ ਇਹ 'ਚ ਕੀ ਖਾਸੀਅਤ ਹੈ। ਥੈਂਕ ਯੂ। ਤੁਸੀਂ ਵੀ ਖਾਓ। ਵੈਸੇ ਤੁਹਾਡਾ ਘਰਦਿਆਂ ਨੇ ਖਾਣਾ ਪੀਣਾ ਘਟਾਇਆ ਹੋਇਆ ਥੋੜਾ ਜਿਹਾ। ਜੇ ਭੈਣਾਂ ਆ ਜਾਂਦੀਆਂ ਤਾਂ ਥੋੜਾ ਜਿਹਾ ਲੈਟੀਚਿਊਡ ਤਾਂ ਬੰਦਾ ਲੈ ਹੀ ਲੈਂਦਾ। ਨਹੀਂ, ਮੈਨੂੰ ਲੱਗਦਾ ਗੁਰਦੀਪ ਨੂੰ ਇਹ ਲੱਗ ਰਿਹਾ ਵੀ ਕਿਤੇ ਤੁਸੀਂ ਜ਼ਿਆਦਾ ਖਾ ਕੇ ਘਟ ਨਾ ਜਾਣਾ। ਮੈਂ ਕਿਹਾ ਇਹਨਾਂ ਦੇ ਤਾਂ ਘਰੇ ਬਣਦੀਆਂ ਨੇ, ਜਦੋਂ ਮਰਜ਼ੀ ਖਾ ਲੈਣ, ਹਨਾ। ਤੇ ਇੱਕ ਸਵਾਲ ਦਾ ਹੋਰ ਜਵਾਬ ਦਿਓ। ਜਦੋਂ ਮੁਹੱਬਤਨਾਮਾ ਤੁਹਾਡਾ ਆਇਆ ਤਾਂ ਮੁਹੱਬਤਨਾਮੇ 'ਚ ਤੁਸੀਂ ਗੱਲ ਕੀਤੀ, ਇੱਕ ਤੁਸੀਂ ਕਿੱਸਾ ਸੁਣਾਇਆ ਵੀ ਸ਼ਾਇਦ ਇਹੀ ਡਾਈਨਿੰਗ ਟੇਬਲ ਸੀ ਜਾਂ ਕੋਈ ਹੋਰ, ਜਿਹਦੇ ਉੱਪਰ ਪੈਸਿਆਂ ਦਾ ਇੰਨਾ ਢੇਰ ਸੀਗਾ ਕਿ ਇੱਕ ਪਾਸੇ ਤੁਹਾਡੇ ਵਾਈਫ ਖੜੇ ਸੀ, ਇੱਕ ਪਾਸੇ ਤੁਸੀਂ, ਤੇ ਤੁਸੀਂ ਇੱਕ ਦੂਜੇ ਨੂੰ ਦੇਖ ਨਹੀਂ ਸੀ ਪਾ ਰਹੇ। ਉਹ ਪੈਸੇ ਦੀ ਹਾਈਟ ਇੰਨੀ ਜ਼ਿਆਦਾ ਸੀਗੀ, ਤੁਸੀਂ ਉਸ ਪੈਸੇ ਨੂੰ ਅੱਗ ਲਾਤੀ। ਤੇ ਘੱਟੋ ਘੱਟ ਪੌਣਾ ਘੰਟਾ ਅਸੀਂ ਆਫਿਸ ਦੇ ਵਿੱਚ ਡਿਸਕਸ਼ਨ ਕੀਤੀ ਇਸ ਚੀਜ਼ ਤੇ ਜੀ। ਤੇ ਬਹੁਤ ਸਾਰੀ ਆਡੀਅנס ਦੇ ਸਵਾਲ ਵੀ ਇਹੀ ਸੀਗੇ ਕਿ ਪੈਸੇ ਨੂੰ ਅੱਗ ਕਿਉਂ ਲਾਤੀ? ਤੁਸੀਂ ਕਿਸੇ ਨੂੰ ਡੋਨੇਟ ਕਰ ਸਕਦੇ ਸੀ, ਕਿਸੇ ਲੋੜਵੰਦ ਨੂੰ ਦੇ ਸਕਦੇ ਸੀ, ਜਾਂ ਜਿੱਥੇ ਉਹ ਪੈਸੇ ਦੀ ਜ਼ਿਆਦਾ ਜ਼ਰੂਰਤ ਸੀ, ਤੁਸੀਂ ਇੰਨੇ ਪੈਸੇ ਨੂੰ ਅੱਗ ਕਿਉਂ ਲਾਈ? ਬੜਾ ਖੂਬਸੂਰਤ ਸਵਾਲ ਹੈ, ਬੜਾ ਜਾਇਜ਼ ਸਵਾਲ ਹੈ। ਦੇਖੋ, ਇਸ ਤਰ੍ਹਾਂ ਹੈ, ਥੋੜਾ ਜਿਹਾ ਖਲਾਰਾ ਪਾ ਕੇ ਗੱਲ ਕਰਨ ਦੀ ਆਦਤ ਹੈ ਮੈਨੂੰ, ਕਿਉਂਕਿ ਮੇਰੀ ਆਪਣੀ ਬੁੱਧੀ ਮੋਟੀ ਹੈ। ਤਾਂ ਮੈਨੂੰ ਲੱਗਦਾ ਕਿ ਜਦ ਤੱਕ ਮੈਂ ਖੁੱਲ੍ਹ ਕੇ ਗੱਲ ਨਾ ਕਰਾਂ ਸ਼ਾਇਦ ਸਾਹਮਣੇ ਨੂੰ ਨਾ ਸਮਝ ਆਏ, ਜਦ ਕਿ ਉਹ ਥੋੜ੍ਹੇ 'ਚ ਹੀ ਸਮਝ ਜਾਂਦੇ ਨੇ। ਤਾਂ ਇਹਦੇ ਵਾਸਤੇ ਮਾफ़ ਕਰਨਾ ਮੈਨੂੰ। ਇਸ ਤਰ੍ਹਾਂ ਹੈ ਕਿ ਅਸੀਂ ਜਿੰਨੀ ਵੀ ਗੱਲ ਪਿਛਲੀ ਵਾਰੀ ਭੈਣ ਹਰਨ ਨਾਲ ਮੁਹੱਬਤਨਾਮੇ ਦੇ ਵਿੱਚ ਕੀਤੀ, ਚਾਹੇ ਇਹਨਾਂ ਨੇ ਕੀਤੀ ਚਾਹੇ ਮੈਂ ਕੀਤੀ, ਉਹ ਸਾਰੀ ਗੱਲ ਇਸ ਚੀਜ਼ ਦੇ ਦੁਆਲੇ ਘੁੰਮਦੀ ਸੀ ਕਿ ਸਾਨੂੰ ਸੁਹਿਰਦ ਹੋਣਾ, ਜਿੰਨਾ ਅਸੀਂ ਸਚੇਤ ਹਾਂ ਉਨਾ ਹੀ ਸਾਡਾ ਜੀਵਨ ਜਿਹੜਾ ਸਰਲ ਹੈ। ਗੱਲ ਸਾਰੀ ਅਵੇਅਰਨੈਸ ਦੀ ਗੱਲ ਹੋਈ। ਨੌਵੇਂ ਪਾਤਸ਼ਾਹ ਵਿਰਾਗ ਦੇ ਉਹਨਾਂ ਨੇ ਬਹੁਤ ਸ਼ਬਦ ਉਹਦੇ ਲਿਖੇ, ਤਾਂ ਮੈਨੂੰ ਇਸ ਵੇਲੇ ਉਹਨਾਂ ਦੀ ਤੁਕ ਯਾਦ ਆ ਰਹੀ ਹੈ। ਬਲ ਛੁਟਕਿਓ ਬੰਧਨ ਪੜੇ, ਕਛੂ ਨਾ ਹੋ ਪਾਏ। ਦੇਖੋ, ਮੈਂ ਕੋਈ ਗਿਆਨੀ ਵਿਗਿਆਨੀ ਨਹੀਂ, ਮੈਂ ਹਰ ਵਾਰੀ ਇਹ ਗੱਲ ਕਹਿੰਦਾ, ਅੱਖਰ ਦੇ ਉਚਾਰਨ 'ਚ ਵੀ ਗਲਤੀ ਹੋ ਸਕਦੀ ਹੈ। ਐਡੇ ਵੱਡੇ ਮਹਾਂਪੁਰਸ਼ ਨੇ, ਉਹਨਾਂ ਨੂੰ ਹਰ ਬੰਦਾ ਆਪਣੀ ਮੱਤ ਬੁੱਧੀ ਨਾਲ ਸਮਝਦਾ, ਤਾਂ ਮੈਂ ਵੀ ਆਪਣੀ ਜੋ ਵੀ ਨਿਮਾਣੀ ਜੀ ਮੱਤ ਹੈ ਉਹਦੇ ਹਿਸਾਬ ਨਾਲ ਹੀ ਉਹ ਸਮਝਦਾ। ਇਸੇ ਵਿੱਚ 9ਵੇਂ ਮਹੱਲੇ ਦੇ ਸ਼ਲੋਕ ਨੇ, ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ ਉਸ ਵੇਲੇ ਪੜ੍ਹੇ ਜਾਂਦੇ ਨੇ, ਅਸੀਂ ਸਾਰੇ ਜਾਣਦੇ ਹਾਂ। ਇਹਦੇ ਵਿੱਚ ਹੀ ਅੱਗੇ ਜਾ ਕੇ ਉਹ ਕਹਿੰਦੇ ਨੇ, ਬਲ ਹੁਆ ਬੰਧਨ ਛੁਟੇ, ਸਭ ਕੁਛ ਹੋਤ ਉਪਾਏ। ਤੋ ਇਹ ਜਿਹੜੀ ਅਵੇਅਰਨੈਸ ਦੀ ਕਹਾਣੀ ਹੈ ਕਿ ਤੁਸੀਂ ਕਿੰਨਾ ਕੁ ਅਵੇਅਰ ਹੋ ਸਿਚੁਏਸ਼ਨਸ ਵਾਸਤੇ, ਤੁਸੀਂ ਰਿਐਕਟ ਕਰ ਰਹੇ ਹੋ ਸਿਚੁਏਸ਼ਨਸ ਨੂੰ, ਕਿ ਤੁਸੀਂ ਸਿਚੁਏਸ਼ਨਸ ਦੇ ਅਕੋਰਡਿੰਗ ਕੰਮ ਕਰ ਰਹੇ ਹੋ। ਇੱਕ ਚੀਜ਼ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਦੂਸਰੇ ਪਾਸੇ ਵਾਈਫ ਨਹੀਂ ਸੀ ਖੜੀ, ਦੂਸਰੇ ਪਾਸੇ ਪੇਰੈਂਟਸ ਬੈਠੇ ਸੀ। ਅੱਛਾ। ਔਰ ਇਹ ਡਾਈਨਿੰਗ ਨਹੀਂ ਹੈ, ਉਹ ਅਲੱਗ ਡਾਈਨਿੰਗ ਸੀ, ਘਰ ਵੀ ਅਲੱਗ ਸੀਗਾ। ਖੈਰ, ਉਹਦੇ ਨਾਲ ਫਰਕ ਨਹੀਂ ਪੈਂਦਾ। ਹੁਣ ਸਵਾਲ ਇਹ ਸੀਗਾ ਕਿ ਜਦੋਂ ਅਸੀਂ ਘਰੋਂ ਚਲੇ ਗਏ, ਜਿਨ੍ਹਾਂ ਨੇ ਮੁਹੱਬਤਨਾਮਾ ਉਹ ਦੇਖਿਆ ਤਾਂ ਉਹ ਜਾਣਦੇ ਨੇ, ਜਦੋਂ ਅਸੀਂ ਚਲੇ ਗਏ ਸਾਨੂੰ ਕੱਢਤਾ ਹੀ ਅਸੀਂ ਚਲੇ ਗਏ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਸ ਤਰ੍ਹਾਂ ਉਹਨੂੰ ਫਿੱਟ ਕਰਦੇ ਹੋ। ਉਸ ਤੋਂ ਬਾਅਦ ਦੇਖੋ, ਜਦੋਂ ਅਸੀਂ ਕੋਈ ਇੱਕ ਐਕਸ਼ਨ ਕਰਦੇ ਹਾਂ, ਮੰਨ ਲਓ ਕੋਈ ਇੱਕ ਐਕਸ਼ਨ ਕੀਤਾ, ਉਹ ਐਕਸ਼ਨ ਸਹੀ ਨਹੀਂ ਸੀ, ਠੀਕ ਹੈ, ਤਾਂ ਉਹਦੇ ਨਾਲ ਮੈਂ ਵਿਲਨ ਨਹੀਂ ਬਣ ਜਾਂਦਾ। ਤੇ ਜੇ ਇੱਕ ਐਕਸ਼ਨ ਕੋਈ ਮੈਂ ਬਹੁਤ ਵਧੀਆ ਕਰਤਾ ਤਾਂ ਉਹਦੇ ਨਾਲ ਹੀਰੋ ਨਹੀਂ ਮੈਂ ਬਣ ਜਾਂਦਾ। ਨਾਰਮਲੀ ਕੀ ਹੁੰਦਾ ਕਿ ਜਦੋਂ ਅਸੀਂ ਕੋਈ ਸਿਨੇਮਾ ਦੇਖਦੇ ਹਾਂ, ਜਾਂ ਅਸੀਂ ਕਿਸੇ ਦੀ ਕੋਈ ਇੰਟਰਵਿਊ ਦੇਖਦੇ ਹਾਂ, ਜਾਂ ਅਸੀਂ ਖੁਦ ਆਪਣੀ ਸਟੋਰੀ ਆਪਣੇ ਦਿਮਾਗ ਦੇ ਅੰਦਰ ਲਿਖਦੇ ਹਾਂ, ਜਿਵੇਂ ਅਸੀਂ ਪਿਛਲੀ ਵਾਰੀ ਗੱਲ ਕੀਤੀ ਕਿ ਨਿਊਰੋਨਸ ਨੇ 100 ਕਰੋੜ, ਹਰੇਕ ਨਿਊਰੋਨ 1000 ਤੋਂ ਲੈ ਕੇ 10,000 ਕਨੈਕਸ਼ਨ ਬਣਾਉਂਦਾ। ਇੰਨੇ ਕਨੈਕਸ਼ਨ ਕਿ ਬ੍ਰਹਿਮੰਡ ਦੇ ਪਾਰਟੀਕਲਸ ਤੋਂ ਜ਼ਿਆਦਾ ਹਾਰਡ ਡਿਸਕ ਐਡੀ ਜ਼ਬਰਦਸਤ। ਜਦੋਂ ਉਹਦੇ ਵਿੱਚ ਮੈਂ ਕੁਝ ਵੀ ਸੇਵ ਕਰ ਰਿਹਾ ਆਪਣੇ ਲਾਈਫ ਇਵੈਂਟ ਦਾ, ਕਿਉਂਕਿ ਮੈਂ ਬੇਸੁੱਧ ਹਾਂ ਉਸ ਵੇਲੇ, ਉਨੀ ਸੁੱਧ ਨਹੀਂ ਹੈਗੀ, ਤਾਂ ਮੈਂ ਲਗਭਗ ਆਪਣੇ ਆਪ ਨੂੰ ਹੀਰੋ ਸਮਝ ਕੇ ਜਾਂ ਹੀਰੋਇਨ ਸਮਝ ਕੇ ਉਹਨੂੰ ਸੇਵ ਕਰਦਾ। ਕਿਉਂਕਿ ਜੇ ਮੈਂ ਸੁਹਿਰਦ ਹੋਵਾਂ ਔਰ ਮੈਂ ਸੈਲਫ ਪੁਲਿਸਿੰਗ ਕਰ ਰਿਹਾ ਹੋਵਾਂ, ਤੇ ਲਓ ਪਲੀਜ਼, ਤੇ ਉਹਨਾਂ ਚੀਜ਼ਾਂ ਨੂੰ ਉਵੇਂ ਹੀ ਦੇਖ ਰਿਹਾ ਹੋਵਾਂ, ਤਾਂ ਸ਼ਾਇਦ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਉਹ ਆਣ ਹੀ ਨਾ। ਦੋ ਚੀਜ਼ਾਂ ਨੇ ਜੀ, ਇੱਕ ਹੈ ਸੈਲਫ ਰਿਸਪੈਕਟ, ਇੱਕ ਹੈ ਈਗੋ, ਸਵਾਭਿਮਾਨ ਤੇ ਅਹੰਕਾਰ। ਇਹਦੇ ਵਿੱਚ ਬਹੁਤ ਬਰੀਕ ਲਾਈਨ ਹੈ, ਬਹੁਤ ਬਰੀਕ ਲਾਈਨ ਹੈ, ਕਦੋਂ ਇੱਧਰੋਂ ਉੱਧਰ ਹੋ ਜਾਂਦੇ ਤੁਸੀਂ ਪਤਾ ਨਹੀਂ ਲੱਗਦਾ। ਸੁਸਾਇਟੀ ਜਿਹੜੀ ਹੈ, ਪਤਾ ਨਹੀਂ ਕੌਣ, ਅਸੀਂ ਕਰੋੜਾਂ ਬੰਦੇ ਹਾਂ, ਸ਼ਾਇਦ ਕੁਝ ਹਜ਼ਾਰ ਲੋਕ ਇਸ ਤਰ੍ਹਾਂ ਨੇ ਜਿਹੜੇ ਡਿਸਾਈਡ ਕਰਦੇ ਨੇ ਕਿ ਸੁਸਾਇਟੀ ਦੇ ਕਿਹੜੇ ਕਿਰਦਾਰ ਦਾ ਕਿਸ ਤਰ੍ਹਾਂ ਦਾ ਰੋਲ ਹੋਣਾ ਚਾਹੀਦਾ। ਗੁਸਤਾਖੀ ਮਾਫ, ਮੈਨੂੰ ਇਸ ਤਰ੍ਹਾਂ ਲੱਗਦਾ
ਕਿ ਇਸ ਤਰ੍ਹਾਂ ਨਹੀਂ ਹੈਗਾ। ਮੈਂ ਪਿਓ ਹਾਂ ਅੱਜ ਦੀ ਡੇਟ ਦੇ ਵਿੱਚ, ਚਿੱਟੇ ਧੌਲੇ ਆ ਗਏ ਮੇਰੇ, ਇਹ ਕੋਈ ਅਕਲ ਦਾ ਸਬੂਤ ਥੋੜ੍ਹਾ। ਜੰਮਦੇ ਕੱਟੇ ਦੀ ਪੂੰਛ 'ਤੇ ਵੀ ਹੁੰਦੇ ਨੇ ਇਹ। ਬਟ ਸੁਸਾਇਟੀ ਨੇ ਇਸ ਤਰ੍ਹਾਂ ਮੈਨੂੰ ਬਣਾ ਰੱਖਿਆ ਕਿ ਵੀ ਜੇ ਮੈਂ ਹਸਬੈਂਡ ਹਾਂ ਜਾਂ ਜੇ ਮੈਂ ਫਾਦਰ ਹਾਂ ਤਾਂ ਆਈ ਵਿਲ ਆਲਵੇਜ਼ ਬੀ ਰਾਈਟ, ਮੈਂ ਹਰ ਵੇਲੇ ਸਹੀ ਹੋਊਂਗਾ ਔਰ ਮੇਰੇ ਬੱਚੇ ਨੂੰ ਹਰ ਵੇਲੇ ਉਹ ਸਭ ਕਰਨਾ ਪਊਗਾ ਜੋ ਮੈਂ ਉਹਨੂੰ ਕਹਿ ਰਿਹਾ। ਤਾਂ ਹੋਇਆ ਕੀ ਕਿ ਜੋ ਵੀ ਬੇਸੁੱਧ ਹੋਏ ਈਵੈਂਟਸ ਸਾਡੇ ਜੀਵਨ ਦੇ ਵਿੱਚ ਹੋਏ, ਹਾਲੇ ਵੀ ਪੂਰੀ ਤਰ੍ਹਾਂ ਅਸੀਂ ਸੁਹਿਰਦ ਹਾਲੇ ਵੀ ਨਹੀਂ ਹੈਗੇ, ਬਹੁਤ ਗਲਤੀਆਂ ਕਰਦੇ ਆ ਰਹੇ ਹਾਂ। ਪਰ ਜੇ ਤੁਹਾਨੂੰ ਗਲਤੀ ਨਜ਼ਰ ਆਉਣ ਲੱਗ ਜਾਵੇ ਤਾਂ ਇੱਕ ਵੱਡਾ ਪੜਾਅ ਹੈ ਉਹਦੇ, ਫਿਰ ਵੀ ਕਰਾਂਗੇ। ਤਾਂ ਜਦੋਂ ਅਸੀਂ ਬਾਹਰ ਚਲੇ ਗਏ ਉਸ ਵੇਲੇ ਇੱਕ ਚੀਜ਼ ਹੋਰ ਵੀ, ਕਿਉਂਕਿ ਥੋੜ੍ਹੇ ਜਿਹੇ ਟਾਈਮ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੋਸੀਬਲ ਨਹੀਂ ਹੈ, ਉਦੋਂ ਇਹ ਵੀ ਗੱਲ ਹੋਈ ਸੀ ਕਿ ਉਸ ਪੂਰੇ ਇੱਕ ਦਿਨ ਦੇ ਵਿੱਚ ਜਿੰਨੀ ਵੀ ਜਾਇਦਾਦ ਸੀ ਪਿਤਾ ਜੀ ਕੋਲ, ਜੋ ਵੀ ਸੀਗਾ, ਉਹ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਇੱਥੇ ਲਿਖ ਦਿਓ ਤੁਸੀਂ ਬਾਹਰ ਹੋ। ਠੀਕ ਹੈ, ਹੁਣ ਇਹਦੇ 'ਚ ਉਹਨਾਂ ਨੂੰ ਵਿਲਨ ਨਾ ਗਿਣਨਾ, ਉਹ ਹਾਈਟ ਆਫ ਮੂਵਮੈਂਟ ਉਸ ਤਰ੍ਹਾਂ ਦਾ ਸੀਗਾ। ਮੈਂ ਵੀ ਉਸੇ ਹੰਕਾਰ ਦੇ ਵਿੱਚ ਲਿਪਟ ਗਿਆ ਜਾਂ ਚੱਕੋ। ਠੀਕ ਹੈ, ਅਤੇ ਜਦੋਂ ਅਸੀਂ ਬਾਹਰ ਚਲੇ ਗਏ ਤਾਂ ਉਹ ਚੰਗੇ ਮੂਵਮੈਂਟਸ ਜਿਹੜੇ ਮਾਂ-ਬਾਪ ਦੇ ਨਾਲ ਅਸੀਂ ਸਪੈਂਡ ਕਰੇ, ਚੰਗੇ ਵੀ ਤਾਂ ਕੀਤੇ ਹੋਣਗੇ ਨਾ ਯਾਰ, ਸਾਰੇ ਹੀ ਥੋੜ੍ਹਾ ਗਲਤ ਕੀਤੇ ਹੋਣਗੇ। ਚੰਗੇ ਮੂਵਮੈਂਟਸ ਜਿਹੜੇ ਅਸੀਂ ਸਪੈਂਡ ਕੀਤੇ ਹੋਏ ਸੀ ਆਪਣੇ ਮਾਂ-ਬਾਪ ਦੇ ਨਾਲ, ਕੁਛ ਸਮਾਜਿਕ ਤਣਾਅ ਵੀ ਹੋ ਸਕਦਾ ਦਿਮਾਗ ਦੇ ਉੱਪਰ ਹੋਵੇ, ਕੁਛ ਤਰਸ ਵੀ ਹੋ ਸਕਦਾ, ਕਿਉਂਕਿ ਮੇਰਾ ਜਿਹੜਾ ਬ੍ਰਦਰ ਸੀਗਾ ਉਹ ਚਲਾ ਗਿਆ ਸੀ ਗੁੜਗਾਉਂ। ਅੱਛਾ। ਤਾਂ ਇਕੱਲੇ ਰਹਿ ਗਏ ਸੀ ਪੇਰੈਂਟਸ ਮੇਰੇ, ਨਾਭੇ ਦੋਵੇਂ ਜਣੇ। ਹੁਣ ਉਹਨੂੰ ਇੱਕ ਵਧੀਆ ਕੈਰੀਅਰ ਮਿਲ ਰਿਹਾ ਸੀ, ਉੱਥੇ ਚਲਾ ਗਿਆ। ਇਹਦੇ 'ਤੇ ਵੀ ਸਮਾਜ ਕਹਿ ਸਕਦਾ ਕਿ ਬੁੱਢੇ ਮਾਂ-ਬਾਪ ਨੂੰ ਛੱਡ, ਇਹ ਕੰਸਰਨ ਮੇਰਾ ਨਹੀਂ ਹੈ ਕਿ ਤੁਸੀਂ ਕੀ ਸੋਚਦੇ ਹੋ, ਕਿਹਦੇ 'ਤੇ ਕੀ ਜਜਮੈਂਟ ਦਿੰਦੇ ਹੋ, ਕਿਹਨੂੰ ਹੀਰੋ ਕਹਿੰਦੇ ਹੋ, ਕਿਹਨੂੰ ਵਿਲਨ ਕਹਿੰਦੇ ਹੋ, ਇਹ ਸਭ। ਤਾਂ ਜਦੋਂ ਪਿਛਲੀ ਵਾਰੀ ਵੀ ਅਸੀਂ ਭੈਣ ਇਕੱਠੇ ਹੋਏ ਸੀਗਾ ਤਾਂ ਸਭ ਤੋਂ ਪਹਿਲਾਂ ਅਸੀਂ ਇਹੀ ਗੱਲ ਕੀਤੀ ਸੀ ਕਿ ਤੁਸੀਂ ਇਹਨੂੰ ਗਲਤ ਠੀਕ, ਹੀਰੋ ਵਿਲਨ, ਪਿਓ ਪੁੱਤਰ ਕਿਸੇ ਰਿਸ਼ਤੇ 'ਚ ਨਹੀਂ ਦੇਖਣਾ। ਸਿਰਫ ਇਹ ਦੇਖਣਾ ਕਿ ਇਨਸਾਨ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਖੜੇ ਆਪਸ ਦੇ ਵਿੱਚ ਅਲੱਗ-ਅਲੱਗ ਸਰਕਮਸਟੈਂਸ ਦੇ ਵਿੱਚ ਕਿਵੇਂ ਬਿਹੇਵ ਕਰਦੇ ਨੇ। ਠੀਕ ਗਲਤ ਆਪਾਂ ਕਹਿੰਦੇ ਰਹਾਂਗੇ, ਕੋਈ ਚੱਕਰ ਨਹੀਂ ਹੈ ਉਹਦੇ ਵਿੱਚ। ਤਾਂ ਹੁਣ ਉਹ ਵੀ ਚਲਾ ਗਿਆ। ਅਸੀਂ ਹਰ ਹਫਤੇ ਨਾਭੇ ਆਉਂਦੇ ਸੀਗੇ, ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਵੀ ਅਸੀਂ ਇਹਦੇ ਕੋਲ ਕਿਉਂ ਜਾਈਏ। ਸ਼ਾਇਦ ਹੋ ਸਕਦਾ ਉਹਨਾਂ ਦੇ ਅੰਦਰ ਕੋਈ ਗਿਲਟ ਹੋ, ਮੈਨੂੰ ਹੁਣ ਕਿਸੇ ਦੇ ਮਨ ਦਾ ਤਾਂ ਨਹੀਂ ਪਤਾ, ਇਹ ਤਾਂ ਮੇਰੀਆਂ ਕਿਆਸ ਰਹੀਆਂ ਨੇ, ਮੈਨੂੰ ਤਾਂ ਆਪਣਾ ਪੂਰੀ ਤਰ੍ਹਾਂ ਨਹੀਂ ਪਤਾ, ਕਿਉਂਕਿ ਬੇਸੁੱਧੀ ਦੇ ਵਿੱਚ ਲਿਖੀ ਹੋਈ ਜਿਹੜੀ ਕਿਤਾਬ ਤੁਹਾਡੇ ਦਿਮਾਗ ਦੇ ਵਿੱਚ ਹੈ, ਜਦੋਂ ਤੁਸੀਂ ਉਹਦੇ ਪੰਨੇ ਪਰਤਦੇ ਹੋ ਨਾ, ਤਾਂ ਉਹ ਜੋ ਲਿਖਿਆ ਹੁੰਦਾ ਨਾ, ਹੋ ਸਕਦਾ ਉਹ ਸਹੀ ਨਾ ਹੋਵੇ। ਇੱਕ ਤੁਸੀਂ ਨਾ, ਮੈਨੂੰ ਬਹੁਤ ਸੋਹਣੀ ਗੱਲ ਉਸ ਦਿਨ ਆਪਣੀ ਹੋ ਰਹੀ ਸੀ, ਪਤਾ ਨਹੀਂ ਕਿਸ ਟੌਪਿਕ 'ਤੇ, ਤੁਸੀਂ ਮੈਨੂੰ ਗੱਲ ਸੁਣਾਈ ਸੀਗੀ ਕਿ ਕਿਸੇ ਨੇ ਸਕ੍ਰਿਪਟ ਲਿਖੀ ਸੀ ਉਹ ਹੀਰੋ ਬਾਰੇ। ਤੁਸੀਂ ਜੇ ਦੱਸੋਗੇ ਗੱਲ ਤਾਂ ਜ਼ਿਆਦਾ ਮਜ਼ਾ ਆਏਗਾ। ਮੈਨੂੰ ਪਲੀਜ਼ ਉਹ ਦੁਬਾਰਾ ਸ਼ੇਅਰ ਕਰੋ, ਸਾਰਿਆਂ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਮੈਨੂੰ ਹੁਣ ਚੰਗੀ ਤਰ੍ਹਾਂ ਨਹੀਂ ਯਾਦ, ਮੈਨੂੰ ਨਾਂ ਨਹੀਂ ਯਾਦ ਹੈਗੇ। ਹਰਪ੍ਰੀਤ ਕਾਣੋ ਭਾਜੀ ਇੱਕ ਦਿਨ ਗੱਲ ਸੁਣਾ ਰਹੇ ਸੀਗੇ, ਸ਼ਾਇਦ ਤੁਸੀਂ ਵੀ ਉੱਥੇ ਹੋਵੋ। ਤਾਂ ਉਹ ਸੀਗਾ ਕਿ ਕਿਸੇ ਫਿਲਮ ਦੇ ਵਿੱਚ ਹੀਰੋ ਦੀ ਐਂਟਰੀ 'ਤੇ ਸੀਨ ਲਿਖਿਆ ਜਾਣਾ ਸੀਗਾ, ਅਤੇ ਕਹਿੰਦੇ ਉਹਨਾਂ ਨੇ ਸਪੈਸ਼ਲ ਕੋਈ ਬੰਦਾ ਬੁਲਾਇਆ। ਅਤੇ ਮੈਨੂੰ ਮਤਲਬ ਬੜੀ ਅਜੀਬ ਗੱਲ ਆ ਵੀ ਮੈਨੂੰ ਨਾਂ ਨਹੀਂ ਯਾਦ ਹੈਗੇ, ਹਾਲਾਂਕਿ ਉਹ ਬਹੁਤ ਪ੍ਰੋਮੀਨੈਂਟ ਪਰਸਨੈਲਿਟੀ ਨੇ। ਅਤੇ ਉਹ ਕਹਿੰਦੇ ਵੀ ਉਹਨਾਂ ਨੇ ਸਪੈਸ਼ਲੀ ਟਿਕਟ ਦੇਖ ਕੇ ਕਿਤੋਂ ਦੂਰੋਂ ਮਤਲਬ ਬੰਦਾ ਬੁਲਾਇਆ ਅਤੇ ਉਹਨੂੰ ਰੱਖਿਆ ਗਿਆ ਵਧੀਆ। ਅਤੇ ਕਹਿੰਦੇ ਹਫ਼ਤਾ ਉਹਨਾਂ ਨੂੰ ਕਿਸੇ ਨੇ ਡਿਸਟਰਬ ਨਹੀਂ ਕੀਤਾ, ਹਫ਼ਤਾ ਜਾਂ ਕੁਛ ਦਿਨ। ਜਦੋਂ ਕਹਿੰਦੇ ਉਹ ਬਾਹਰ ਨਿਕਲੇ, ਸਾਰਿਆਂ ਨੂੰ ਬਹੁਤ ਉਤਸੁਕਤਾ ਵੀ ਹੀਰੋ ਦੀ ਐਂਟਰੀ 'ਤੇ ਲਿਖਿਆ ਗਿਆ ਕੁਛ ਹੈ ਨਾ, ਵੀ ਕਿੱਦਾਂ ਹੀਰੋ ਦੀ ਐਂਟਰੀ ਹੋਊਗੀ। ਅਤੇ ਜਦੋਂ ਕਹਿੰਦੇ ਉਹ ਆਏ ਅਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਵੀ ਇੱਕ ਲੜਕੀ ਛੱਤ 'ਤੇ ਹੀਰੋ ਆ ਜਿਹੜਾ ਉਹ ਪਤੰਗ ਅੜਾ ਰਿਹਾ, ਹੀਰੋ ਨੇ ਐਂਟਰੀ 'ਤੇ ਸ਼ਾਇਦ ਕੁਛ ਸੀਗਾ ਵੀ ਉਹ ਪਤੰਗ ਅੜਾ ਰਿਹਾ ਅਤੇ ਪਤੰਗ ਉਹਦਾ ਕੱਟਿਆ ਗਿਆ। ਪਤੰਗ ਉੜਦਾ ਕੱਟਿਆ ਹੋਇਆ ਪਤੰਗ ਜਿਹੜਾ ਉਹ ਉੜਦਾ ਰਿਕਸ਼ੇ 'ਤੇ ਹੀਰੋਇਨ ਜਾ ਰਹੀ ਆ ਤਾਂ ਉਹਦੇ ਮੂੰਹ 'ਤੇ ਆ ਜਾਂਦਾ, ਅਤੇ ਜਦੋਂ ਉਹ ਚੱਕਦੀ ਆ ਉੱਥੋਂ ਹੀਰੋਇਨ ਦੀ ਐਂਟਰੀ ਹੁੰਦੀ ਆ, ਹੈ ਨਾ। ਕਹਿੰਦੇ ਵੀ ਉਹ ਜਿਹੜੇ ਫਿਲਮ ਦੇ ਮੇਕਰ ਸੀਗੇ ਉਹ ਬਹੁਤ ਗੁੱਸੇ 'ਚ ਆ ਗਏ। ਉਹ ਕਹਿੰਦੇ ਵੀ ਇਹ ਮਤਲਬ ਇਹ ਬਕਵਾਸ ਚੀਜ਼ ਲਿਖਣ ਲਈ ਅਸੀਂ ਤੁਹਾਡੇ 'ਤੇ ਇੰਨਾ ਇਨਵੈਸਟ ਕੀਤਾ, ਤੁਹਾਨੂੰ ਇੰਨਾ ਵਧੀਆ ਟਰੀਟ ਕੀਤਾ, ਹੈ ਨਾ। ਉਹ ਕਹਿੰਦੇ ਵੀ ਕੀ ਚੱਕਰ, ਬਾਕੀ ਸਾਰੇ ਬੜੇ ਖੁਸ਼ ਸੀਗੇ ਕਿ ਵਾਹ ਕਿੱਡਾ ਵਧੀਆ ਜ਼ਬਰਦਸਤ ਸੀਨ ਲਿਖਿਆ ਗਿਆ ਨਾ। ਉਹ ਕਹਿੰਦੇ ਸਾਡੀਆਂ ਫਿਲਮਾਂ 'ਚ ਹੀਰੋ ਦੀ ਪਤੰਗ ਨਹੀਂ ਕੱਟੀ ਜਾ ਸਕਦੀ। ਬਸ ਇਹੀ ਗੱਲ ਖੂਬਸੂਰਤ। ਮੈਂ ਮਤਲਬ ਮਾਫੀ ਚਾਹੁੰਦੀ ਵੀ ਮੈਨੂੰ ਨਾਂ ਨਹੀਂ ਯਾਦ ਰਿਹਾ ਉਹਨਾਂ ਦਾ। ਹਾਲਾਂਕਿ ਉਹ ਗੱਲ ਇੰਨੀ ਜ਼ਬਰਦਸਤ ਸੀ ਕਿ ਇੱਕ ਜਿਵੇਂ ਆਪਾਂ ਕਿਸੇ ਤੇ ਇੱਕ ਟੈਗ ਲਾ ਦਿੰਦੇ ਹਾਂ ਕਿ ਪਿਓ ਮਾਂ ਗਲਤ ਨਹੀਂ ਹੋ ਸਕਦੇ, ਮਾਂ ਬੱਚੇ ਨੂੰ ਪਿਆਰ ਕਰੂਗੀ ਹੀ ਕਰੂਗੀ, ਬੱਚਾ ਮਾਂ ਬਾਪ ਦੀ ਗੱਲ ਮੰਨੂਗਾ ਹੀ ਮੰਨੂਗਾ। ਸੋ ਉਸੇ ਤਰੀਕੇ ਦੇ ਨਾਲ ਹਿੰਦੀ ਫਿਲਮਾਂ ਦੇ ਵਿੱਚ ਜਾਂ ਸਾਡੀਆਂ ਫਿਲਮਾਂ ਦੇ ਵਿੱਚ ਵੀ ਉਹ ਚੀਜ਼ਾਂ ਸੀਗੀਆਂ ਕਿ ਜਿਹੜਾ ਹੀਰੋ ਆ
ਉਹਨੂੰ ਕਿਸੇ ਗੱਲ 'ਚ ਘਟਾ ਕੇ ਪੇਸ਼ ਨਹੀਂ ਕੀਤਾ ਜਾ ਸਕਦਾ। ਸਾਡੇ ਜੀਵਨ 'ਚ ਵੀ ਭੈਣ ਇਹ ਹੈ, ਤੁਸੀਂ ਆਪਣੇ ਜੀਵਨ ਤੇ ਜਦੋਂ ਨਿਗਾਹ ਮਾਰਦੇ ਹੋ, ਤੁਸੀਂ ਬਹੁਤ ਸੁਹਿਰਦ ਬੰਦੇ ਹੋ। ਜਦੋਂ ਵੀ ਤੁਹਾਡੀਆਂ ਮੈਂ ਗੱਲਾਂ ਸੁਣਦਾ ਤਾਂ ਘੱਟੋ ਘੱਟ ਅੱਖਾਂ 'ਚ ਅੱਖਾਂ ਪਾ ਕੇ ਜ਼ਿੰਦਗੀ ਨੂੰ ਦੇਖਦੇ ਤਾਂ ਹੋ, ਰਿਸ਼ਤਿਆਂ ਨੂੰ ਦੇਖਦੇ ਤਾਂ ਹੋ। ਜਦੋਂ ਅਸੀਂ ਬਸ ਇੰਨਾ ਹੀ ਸਿਰਫ ਅਸੀਂ ਕਰ ਲਈਏ ਤਾਂ ਸਾਨੂੰ ਸਮਝ ਆਉਂਦਾ ਹੈ ਕਿ ਸੁਸਾਇਟੀ ਨੇ ਜੋ ਸਾਡੇ ਵਾਸਤੇ ਲੇ ਡਾਊਨ ਕਰਤਾ, ਸੁਸਾਇਟੀ ਕੋਈ ਬਾਈਂਡਿੰਗ ਥੋੜ੍ਹਾ ਤੁਹਾਡੇ ਤੇ ਹੈਗੀ ਹੈ, ਉਹਨੇ ਕੁਝ ਵੀ ਲੇ ਡਾਊਨ ਕਰਤਾ। ਸੁਸਾਇਟੀ ਨੇ ਤਾਂ ਇਹ ਵੀ ਲਿਖਿਆ ਸੀਗਾ ਕਿ ਜਨਾਨੀ ਨੂੰ ਜਿੰਦਾ ਮਰ ਜਾਣਾ ਚਾਹੀਦਾ ਆਪਣੇ ਘਰ ਨਾਲ। ਜਿਹੜੀ ਸੁਸਾਇਟੀ ਨੇ ਉਹ ਡਾਲਿਆ ਉਹਦੇ ਉੱਪਰ, ਉਹ ਵਿਮਨ ਨੇ ਵੀ ਐਕਸੈਪਟ ਕਰ ਲਿਆ। ਆਸ-ਪਾਸ ਵਾਲੀਆਂ ਜਨਾਨੀਆਂ ਵੀ ਕਹਿੰਦੇ ਵੀ ਤੂੰ ਤਾਂ ਸੜਨਾ ਹੀ ਸੜਨਾ ਬਈ। ਉਹ ਤਾਂ ਉਹ ਇੱਕ ਸੁਸਾਇਟੀ ਦਾ ਸਿਸਟਮ ਬਣ ਗਿਆ। ਕਿਆ ਅਸੀਂ ਅੱਜ ਉਹਨੂੰ ਸਹੀ ਕਹਿ ਸਕਦੇ ਹਾਂ? ਬਿਲਕੁਲ ਨਹੀਂ, ਬਿਲਕੁਲ ਨਹੀਂ। ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਆਈਆਂ। ਬਹੁਤ ਸਾਰੇ ਇਹੋ ਜਿਹੇ ਸੰਪਰਦਾਇ ਨੇ ਜਿਹੜੇ ਕਹਿੰਦੇ ਨੇ ਕਿ ਔਰਤ ਪੂਰੀ ਢਕੀ ਹੋਣੀ ਚਾਹੀਦੀ ਹੈ, ਚਾਹੇ ਘੁੰਗਟ ਦੇ ਨਾਲ ਤੇ ਚਾਹੇ ਕਿਸੇ ਹੋਰ ਲਿਬਾਸ ਦੇ ਨਾਲ, ਵੀ ਉਹਨੂੰ ਖੁੱਲ੍ਹਾ ਸਾਹ ਲੈਣ ਦੀ ਵੀ ਆਦਤ ਨਹੀਂ ਹੈਗੀ। ਠੀਕ ਹੈ। ਉਹਦਾ ਅੱਜ ਦੀ ਡੇਟ ਦੇ ਵਿੱਚ ਕੀ ਹੋ ਗਿਆ ਕਿ ਵਿਮਨ ਨੂੰ ਅੱਜ ਹੁਣ ਜਦੋਂ ਲੱਗ ਰਿਹਾ ਮੈਂ ਖੁੱਲ੍ਹ ਹੋ ਰਹੀ ਹਾਂ, ਜਦੋਂ ਉਹਨੇ ਐਕਸਟ੍ਰੀਮ ਕੀਤੀ, ਦੁਨੀਆ ਦੇ 12 ਮੁਲਕਾਂ ਤੋਂ ਵੀ ਜ਼ਿਆਦਾ ਹੋਏਗਾ, ਆਪਣਾ ਯੂਰਪ ਦੇ 12 ਮੁਲਕਾਂ ਦੇ ਤੁਸੀਂ ਪੂਰੇ ਕੱਪੜੇ ਉਤਾਰ ਕੇ ਲੀਗਲੀ ਚੱਲ ਸਕਦੇ ਹੋ। ਬਿਲਕੁਲ। ਤੋ ਜਦੋਂ ਸਿਗਰਟ ਦੀ ਐਡ ਕਰਦੇ हैं, ਉਹ ਸਿਗਰਟ ਕਹਿੰਦੇ ਨੇ ਜਨਾਨੀ ਨੂੰ ਸਿਗਰਟ ਪਿਲਾਉਂਦੇ हैं ਕਿ ਹਮ ਮਰਦੋਂ ਸੇ ਕਮ ਹੈ ਕਿਆ ਇਹ ਤੁਹਾਡੀ ਫੇਫੜੇ ਫੂਕਣੀ ਮਰਦ ਤੇ ਜਨਾਨੀ ਨੂੰ ਛੱਡ ਦੂਗੀ? ਬਟ ਉਹ ਸਿਰਫ ਇਸ ਪਿੱਛੇ ਸਿਗਰਟ ਜਾਂ ਵਿਸਕੀ ਪੀ ਰਹੀ ਹੈ ਕਿ ਉਹ ਇਹ ਸ਼ੋਅ ਕਰਨਾ ਚਾਹ ਰਹੀ ਹੈ ਕਿ ਮੈਂ ਤੇਰੇ ਤੋਂ ਘੱਟ ਨਹੀਂ ਹਾਂ। ਤੋ ਇਹ ਦੋ ਜਿਹੜੇ ਜਾਂ ਇਹ ਜਿਹੜੇ ਇੱਕ ਪਾਰਟਿਕੂਲਰ ਪ੍ਰੋਡਕਟ ਆ ਉਹ ਇੱਕ ਜੈਂਡਰ ਲਈ ਨਹੀਂ ਬਣਿਆ। ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅੱਛਾ। ਮੇਰਾ ਜਿਹੜਾ ਇਹਦਾ ਪਰਸਪੈਕਟਿਵ ਸੀ, ਉਹ ਕਹਿਣ ਦਾ ਮਕਸਦ ਇਹ ਸੀਗਾ ਕਿ ਅਸੀਂ ਇਹ ਦੋ ਐਕਸਟ੍ਰੀਮ ਦੇ ਵਿੱਚ ਝੂਲ ਰਹੇ ਹਾਂ। ਕੁਝ ਚੀਜ਼ਾਂ ਤੁਹਾਡੇ ਤੇ ਬਾਈਂਡ ਕਰਤੀਆਂ, ਅੱਜ ਉਹਦਾ ਬੰਧਨ ਤੋੜ ਕੇ ਉਹਨੂੰ ਨਿਊਟਰਲਾਈਜ਼ ਅੱਜ ਵੀ ਨਹੀਂ ਕੀਤਾ ਅਸੀਂ। ਇਹ ਦੋਨੋਂ ਪਾਸੇ ਦਾ ਅਤਵਾਦ ਹੈ। ਇਹ ਦੋਨੋਂ ਪਾਸੇ ਦਾ ਅਤਵਾਦ ਹੈ। ਮੈਨੂੰ ਲੱਗਦਾ ਅਸੀਂ ਆਪਣੇ ਸਵਾਲ ਤੋਂ ਥੋੜ੍ਹਾ ਜ਼ਿਆਦਾ ਟੈਂਜੈਂਟ 'ਚ ਚਲੇ ਗਏ, ਅਸੀਂ ਵਾਪਸ ਉੱਥੇ ਆਉਂਦੇ ਹਾਂ। ਤਾਂ ਹੁਣ ਜਦੋਂ ਅਸੀਂ ਬਾਹਰ ਚਲੇ ਗਏ, ਮਿਕਸਡ ਫੀਲਿੰਗਸ, ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਬਾਪੂ ਨੂੰ ਇਹ ਨਾ ਹੋਵੇ ਵੀ ਇਹ ਪੈਸਿਆਂ ਪਿੱਛੇ ਵਾਪਸ ਆਇਆ। ਮੇਰੀ ਈਗੋ ਸੀ ਉਹ। ਠੀਕ ਹੈ। ਔਰ ਮੇਰੀ ਈਗੋ ਇੰਨੀ ਵੱਡੀ ਸੀ ਕਿ ਵੀ ਮੈਂ ਆਪਣੀ ਜਾਨ ਵੀ ਦੇ ਸਕਦਾ ਸੀ ਉਹਦੇ ਵਾਸਤੇ। ਤਾਂ ਕੁਝ ਪੈਸੇ ਸੀ, ਇਹ ਤਾਂ ਕੁਝ ਪੈਸੇ ਸੀ। ਆਉਣਾ ਮੇਰੀ ਮਜਬੂਰੀ ਸੀ। ਤੁਸੀਂ ਮੇਰੀ ਇਹ ਉਸ ਤਰ੍ਹਾਂ ਦੀ ਵਿਅਥਾ ਜਿਹੜੀ ਹੈ ਨਾ, ਉਹ ਅਲੱਗ-ਅਲੱਗ ਤਰ੍ਹਾਂ ਦੀ ਸੀ। ਇੱਕ ਤਾਂ ਇਹ ਕਹਿ ਰਹੀ ਸੀ ਕਿ ਯਾਰ ਇਹਨਾਂ ਕੋਲ ਜਾਣਾ ਚਾਹੀਦਾ ਤੈਨੂੰ। ਠੀਕ ਹੈ। ਇੱਕ ਇਹ ਕਹਿ ਰਹੀ ਸੀਗੀ ਕਿ ਵੀ ਇਹ ਨਾ ਇਹਨਾਂ ਨੂੰ ਲੱਗੇ ਵੀ ਇਹ ਨੋਟਾਂ ਪਿੱਛੇ ਆ ਗਏ। ਠੀਕ। ਬਹੁਤ ਸਾਰੇ ਲੋਕਾਂ ਨੇ ਕਿਹਾ ਇਹਦੇ ਨਾਲੋਂ ਤਾਂ ਤੁਸੀਂ ਦਾਨ ਕਰ ਦਿੰਦੇ, ਪਰਉਪਕਾਰ ਕਰ ਦਿੰਦੇ। ਮੈਨੂੰ ਇਹ ਲੱਗਦਾ ਕਿ ਹਰ ਇਨਸਾਨ ਜੋ ਵੀ ਕੁਝ ਆਪਣੀ ਲਾਈਫ 'ਚ ਕਰਦਾ, ਜੋ ਵੀ ਕੁਝ ਕਰਦਾ, ਉਹ ਆਪਣੇ ਵਾਸਤੇ ਕਰਦਾ। ਇਹ ਨਿਸ਼ਕਾਮ ਵਰਡ ਜਿਹੜਾ, ਇਹ ਨਜਾਇਜ਼ ਵਰਡ ਹੈ ਮੇਰੇ ਹਿਸਾਬ ਨਾਲ। ਤੋ ਤੁਹਾਡੇ ਆਪਣੀ ਮੱਤ ਹੋ ਸਕਦੀ ਹੈ, ਬੁੱਧੀਜੀਵੀ ਜਿਹੜੇ ਬਹੁਤ ਸਿਆਣੇ ਨੇ ਕੁਝ ਹੋਰ ਸਮਝ ਸਕਦੇ ਨੇ। ਤੁਸੀਂ ਕੁਝ ਵੀ ਇਹੋ ਜਿਹਾ ਲਾਈਫ 'ਚ ਨਹੀਂ ਕਰਦੇ ਜਿਹੜਾ ਤੁਹਾਡੇ ਵਾਸਤੇ ਮੈਨੇ ਨਾ ਰਖਾਂਦਾ ਹੋਵੇ। ਤਾਂ ਉਹ ਮੂਮੈਂਟ ਮੇਰੀ ਇਹ ਲਾਈਫ ਦੇ ਵਿੱਚ ਸੀ ਕਿ ਮੈਨੂੰ ਇਹ ਸੀਗਾ ਕਿ ਬਾਪੂ ਇਹ ਨਾ ਸਮਝੀ ਵੀ ਤੇਰੇ ਪੈਸਿਆਂ ਕਰਕੇ ਮੈਂ ਤੇਰੇ ਕੋਲੇ ਆਇਆ। ਅਸੀਂ ਉਹ ਪੈਸੇ ਲੈ ਕੇ ਆਏ ਸੀ, ਮੈਂ ਤੁਹਾਨੂੰ ਅਮਾਊਂਟ ਨਹੀਂ ਦੱਸੂੰਗਾ, ਬਟ ਮਾਂ-ਬਾਪ ਸਾਹਮਣੇ ਬੈਠੇ ਸੀ, ਅਸੀਂ ਉਹਦੀ ਢੇਰੀ ਲਗਾਤੀ। ਅਤੇ ਵੈਸੇ ਲੀਗਲੀ ਵੀ ਅਫੈਂਸ ਹੈ ਇਹ, ਤੁਸੀਂ ਨੋਟ ਸਾਟ ਨਹੀਂ ਸਕਦੇ। ਔਰ ਉਹ ਪੈਸੇ ਲਗਾਏ। ਮੇਰੀ ਵਾਈਫ ਨੂੰ ਵੀ ਤਕਲੀਫ ਹੋਈ। ਹੁਣੀ ਉਵੇਂ ਤੁਸੀਂ ਨਾ ਨੋਟ ਖਰਚ ਜਿਵੇਂ ਮਰਜ਼ੀ ਦਿਓ, ਜੇ ਤੁਹਾਡੇ 2 ਰੁਪਏ ਵੀ ਗਿਰ ਜਾਣ ਨਾ, ਉਹ ਬਹੁਤ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ। ਔਰ ਹੱਥ ਨਾਲ ਤੁਸੀਂ ਉਹ ਨੋਟ ਸਾੜਿਆ। ਤੋ ਕਲੈਸ਼ ਆਫ ਈਗੋਸ। ਅਤੇ ਜਿਹੜੇ ਤੁਸੀਂ ਦੇਖੋ, ਜਦੋਂ ਤੁਹਾਡੇ ਸਿਰ ਨੂੰ ਕੁਛ ਚੜ੍ਹ ਗਿਆ, ਚਾਹੇ ਪੂੜੀਆਂ ਤੋਂ ਬਾਅਦ ਲੱਸੀ ਦਾ ਗਲਾਸ, ਚਾਹੇ ਸ਼ਰਾਬ ਦਾ ਗਲਾਸ, ਚਾਹੇ ਸੰਪਰਦਾਇ, ਚਾਹੇ ਇਸ ਚੀਜ਼ ਦਾ ਕਿ ਤੁਹਾਨੂੰ ਸੁਸਾਇਟੀ ਨੇ ਇੱਕ ਅਥਾਰਟੀ ਦੇਤੀ ਕਿ ਤੂੰ ਘਰ ਵਾਲਾ, ਇਹਦੀ ਕੀ ਮਜਾਲ ਹੈ, ਤੂੰ ਬੋਲ ਜਾ ਬਈ। ਅਤੇ ਉਸ ਵੇਲੇ ਸਭ ਗੜਬੜ ਹੁੰਦਾ। ਤਾਂ ਨੋਟ ਸਾੜਨ ਦਾ ਇਹੀ ਇੱਕ ਮਕਸਦ ਸੀਗਾ ਕਿ ਆਪਣੀ ਈਗੋ ਨੂੰ ਸੈਟਿਸਫਾਈ ਕਰਨਾ। ਉਹ ਮੇਰੇ ਪਿਓ ਨੂੰ, ਮੇਰੀ ਮਾਂ ਨੂੰ ਵੱਧ ਦੁੱਖ ਹੋਇਆ ਇਸ ਚੀਜ਼ ਦਾ ਵੀ ਤੂੰ ਪਾਗਲ ਹੈ, ਪਾਗਲ ਹੀ ਰਹੇਗਾ, ਇਹਨੂੰ ਸਾੜਨ ਦੀ ਲੋੜ ਕੀ ਸੀ। ਪਰ ਜਿਵੇਂ ਹਾਂਜੀ, ਪਰ ਮੈਂ ਜਿਵੇਂ ਆਪਾਂ ਤੁਹਾਡੀਆਂ ਸ਼ੁਕਰਾਨੇ ਵਾਲੀ ਵੀਡੀਓ ਵੀ ਆਪਾਂ ਤੁਹਾਡੀ ਦੇਖੀ ਕਿ ਤੁਸੀਂ ਜਦੋਂ ਕਿਸੇ ਚੀਜ਼ ਨੂੰ ਵੈਲਿਊ ਨਹੀਂ ਕਰਦੇ ਤਾਂ ਉਹ ਤੁਹਾਡੇ ਕੋਲ ਆਉਣੋਂ ਬੰਦ ਹੋ ਜਾਂਦੀ ਹੈ ਨਾ। ਪਰ ਉੱਥੇ ਤੁਹਾਡੇ ਈਗੋ ਨੂੰ ਸੈਟਿਸਫਾਈ ਕਰਨਾ ਜਾਂ ਕਰਨ ਦਾ ਜਿਹੜਾ ਤਰੀਕਾ ਸੀਗਾ, ਤੁਹਾਨੂੰ ਹੁਣ ਲੱਗਦਾ ਕਿ ਉਹ ਗਲਤ ਸੀ ਜਾਂ ਕੁਝ ਹੋਰ ਹੋ ਸਕਦਾ ਸੀਗਾ? ਝੂਠ ਮੇਰੇ ਤੋਂ ਬੋਲ ਨਹੀਂ ਹੋਣਾ।
ਸੱਚ ਇਹ ਹੈ ਕਿ ਮੈਨੂੰ ਅੱਜ ਵੀ ਨਹੀਂ ਲੱਗਦਾ ਮੈਂ ਗਲਤ ਕੀਤਾ। ਨਹੀਂ, ਪਰ ਮੈਨੂੰ ਇੱਕ ਚੀਜ਼ ਇਹ ਵੀ ਲੱਗੀ ਸੀ ਉਸ ਚੀਜ਼ ਤੋਂ ਕਿ ਜਿਵੇਂ ਬਹੁਤ ਸਾਰੇ ਲੋਕਾਂ ਨੇ ਇਹ ਅਲਟਰਨੇਟ ਦਿੱਤਾ ਵੀ ਤੁਸੀਂ ਕਿਸੇ ਨੂੰ ਦਾਨ ਕਰ ਦਿੰਦੇ ਹੈ ਨਾ, ਜਿਵੇਂ ਤੁਸੀਂ ਕਿਹਾ, ਪਰ ਮੈਨੂੰ ਲੱਗਦਾ ਵੀ ਪੈਸੇ ਉਹ ਤੁਹਾਡੇ ਨਹੀਂ ਸੀਗੇ ਹੈ ਨਾ, ਤੁਹਾਡੇ ਪੇਰੈਂਟਸ ਦੇ ਸੀਗੇ, ਉਹ ਤੁਹਾਨੂੰ ਦੇਣਾ ਚਾਹੁੰਦੇ ਸੀ। ਜਿਹੜੇ ਵੀ ਮਾਪਿਓ ਜਦੋਂ ਵੀ ਕਮਾਉਂਦੇ ਆ ਤਾਂ ਇਹੀ ਸੋਚ ਕੇ ਕਮਾਉਂਦੇ ਹੁੰਦੇ ਆ ਕਿ ਸ਼ਾਇਦ ਮੈਂ ਉਸ ਪ੍ਰੋਪਰਟੀ ਦਾ ਲੁਤਫ ਨਾ ਲਵਾਂ, ਮੇਰੇ ਬੱਚੇ ਜ਼ਿਆਦਾ ਲੈਣ ਹੈ ਨਾ, ਉਹਨਾਂ ਲਈ ਇਹ ਜ਼ਰੂਰੀ ਆ। ਅਤੇ ਤੁਸੀਂ ਉਹਨਾਂ ਨੂੰ ਮਨਾ ਵੀ ਕਰ ਸਕਦੇ ਸੀ ਵੀ ਮੈਂ ਨਹੀਂ ਲੈਣੇ, ਜਾਂ ਉਹਨਾਂ ਦੀ ਚੋਇਸ ਵੀ ਹੋ ਸਕਦੀ ਸੀ ਵੀ ਤੁਸੀਂ ਨਹੀਂ ਲੈਂਦੇ ਤਾਂ ਉਹ ਤੁਹਾਡੇ ਇੱਕ ਛੋਟੇ ਭਰਾ ਸੀਗੇ, ਤੁਹਾਡੀ ਇੱਕ ਭੈਣ ਸੀ, ਤਾਂ ਉਹਨਾਂ ਨੂੰ ਵੀ ਜਾ ਸਕਦੇ ਸੀ। ਮਤਲਬ ਤੁਸੀਂ ਉਹਨਾਂ ਪੈਸਿਆਂ ਨੂੰ ਸਾੜਨਾ ਇੱਕ ਤਰ੍ਹਾਂ ਨਾਲ, ਮਤਲਬ ਇਹ ਸਾਰਿਆਂ ਲਈ ਬਹੁਤ ਤਰ੍ਹਾਂ ਦੇ ਕੁਐਸਚਨ ਕ੍ਰੀਏਟ ਕਰਦਾ। ਤੁਸੀਂ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਉਸ ਟਾਈਮ? ਇਹ ਬਿਲਕੁਲ ਤੁਹਾਡੇ ਬਿਲਕੁਲ ਸਹੀ, ਬਹੁਤ ਸਹੀ ਸਵਾਲ ਨੇ। ਪਹਿਲੀ ਗੱਲ ਤਾਂ ਇਹ ਦੱਸਦਾ ਕਿ ਪੈਸੇ ਮੇਰੇ ਕਮਾਏ ਹੋਏ ਸੀ। ਅੱਛਾ। ਅਤੇ ਜਦੋਂ ਅਸੀਂ ਦੁਬਾਰਾ ਇੱਥੇ ਆ ਕੇ ਰਹਿਣਾ ਸ਼ੁਰੂ ਕੀਤਾ, ਜੋ ਵੀ ਮੇਰੇ ਫਾਦਰ ਕੋਲ ਪੈਸੇ ਸੀਗੇ ਉਹਨਾਂ ਦੀ ਵਿਲ ਬਣਵਾਈ ਕਿ ਇਹ ਤੁਸੀਂ ਜਿਹਨੂੰ ਦੇਣਾ ਚਾਹੁੰਦੇ ਹੋ ਦੇ ਦਿਓ। ਅੱਛਾ। ਜਿਹਨੂੰ ਦੇਣਾ ਚਾਹੁੰਦੇ ਹੋ ਦੇ ਦਿਓ। ਇਹ ਆਧਾਰ ਨਹੀਂ ਹੋਣਾ ਚਾਹੀਦਾ, ਪੈਸਾ ਆਧਾਰ ਨਹੀਂ ਹੋਣਾ ਚਾਹੀਦਾ। ਅੱਧਾ ਕਮਾਵਾਂਗੇ ਜਾਂ ਪੂਰਾ ਕਮਾਵਾਂਗੇ ਜਾਂ ਕਿੰਨਾ ਕਮਾਵਾਂਗੇ, ਇਹ ਤਾਂ ਕੁਦਰਤ ਦੇ ਹੱਥ ਹੈ। ਇਹਦਾ ਕੋਈ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਦੁਬਾਰਾ ਕਹਿੰਦਾ, ਸਕਸੈਸ ਦਾ ਕੋਈ ਉਹ ਨਹੀਂ। ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ। ਇਹ ਕੀ ਹੈ ਸੰਜੋਗ ਵਿਜੋਗ? ਰਾਈਟ ਪਰਸਨ ਐਟ ਦ ਰਾਈਟ ਟਾਈਮ। ਤੁਹਾਨੂੰ ਕਦੋਂ ਕੀ ਔੜਦੀ ਹੈ ਉਹਦੇ 'ਤੇ ਤੁਹਾਡੀ ਸਾਰੀ ਜ਼ਿੰਦਗੀ ਨਿਰਭਰ ਹੈ ਉਹਦੇ 'ਤੇ। ਤੁਸੀਂ ਕੋਈ ਬਹੁਤ ਇੰਟੈਲੀਜੈਂਟ ਨਹੀਂ, ਤੁਸੀਂ ਕੋਈ ਬਹੁਤ ਬੇਵਕੂਫ ਵੀ ਨਹੀਂ ਹੈਗੇ। ਤੁਸੀਂ ਕੁਝ ਚੀਜ਼ਾਂ ਤੁਹਾਡੇ ਵਾਸਤੇ ਬਚੀਆਂ ਨੇ, ਉਹ ਕਲਿੱਕ ਹੋ ਜਾਂਦੀਆਂ ਨੇ, ਤਾਂ ਉਸ ਤੋਂ ਬਾਅਦ ਮੈਂ ਕਹੂੰਗਾ ਬਹੁਤ ਸਿਆਣੀਆਂ, ਗੁਰਦੀਪ ਭੈਣ ਵਰਗਾ ਤਾਂ ਕੋਈ ਨਹੀਂ। ਅਤੇ ਜੇ ਪਤਾ ਲੱਗੇ ਕਿ ਰੱਬ ਨਾ ਕਰਾਵੇ ਕਿ ਕੁਛ ਉਲਟਾ ਪਿਆ, ਮੈਂ ਤਾਂ ਮੂਰਖ ਹੈ, ਮੈਂ ਗੁੱਸਾ ਨਾ ਕਰਨਾ, ਛੋਟੀ ਭੈਣ ਅੱਖਰ ਖੱਦਰ ਜੇ ਨੇ, ਅਤੇ ਮੈਂ ਕਹੂੰਗਾ ਇਹਨੂੰ ਮੈਂ ਕਦੋਂ ਦਾ ਕਹਿੰਦਾ ਸੀਗਾ। ਇਹ ਸਾਰਿਆਂ ਵਾਸਤੇ ਕਹਾਣੀ ਹੈ। ਫਿਰ ਉਹੀ ਗੱਲ ਦੁਬਾਰਾ ਉੱਥੇ ਹੀ ਆ ਗਈ ਕਿ ਉਹ ਈਗੋ ਜਿਹੜੀ ਮੇਰੀ ਜਿਹੜੀ ਸੀ, ਅੱਜ ਮੈਂ ਉਹਨੂੰ ਸੈਲਫ ਰਿਸਪੈਕਟ ਵਾਂਗੂ ਦੇਖਦਾ। ਹੈ ਬੇਫੁਕਾਨਾ, ਮਤਲਬ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਇਟ ਇਜ਼ ਜਸਟ ਅ ਹਿਊਮਨ ਟੈਂਡੈਂਸੀ। ਉਸ ਲੈਵਲ ਦੀ ਸੁਹਿਰਦਤਾ ਜੇ ਤੁਹਾਡੇ ਕੋਲ ਹੋਵੇ ਤਾਂ ਮਸਲਾ ਉਲਝਦਾ ਨਹੀਂ ਹੈ। ਚਲੋ ਭਾਰੀਆਂ ਭਾਰੀਆਂ ਗੱਲਾਂ ਕਰ ਲਈਆਂ, ਮੈਂ ਤੁਹਾਨੂੰ ਇੱਕ ਪੈਰਾਡਾਈਮ ਦੇ ਉੱਤੇ ਗੱਲ ਸੁਣ। ਪੈਰਾਡਾਈਮ ਮਤਲਬ ਨਜ਼ਰੀਆ। ਨਜ਼ਰ ਅਤੇ ਨਜ਼ਰੀਆ ਦੋ ਅਲੱਗ-ਅਲੱਗ ਚੀਜ਼ਾਂ ਨੇ। ਲੰਡਨ ਦਾ ਇੱਕ ਰੇਲਵੇ ਸਟੇਸ਼ਨ ਸੀ, ਉੱਥੇ ਜਿਹੜੇ ਲੋਕ ਨੇ ਉਹ ਜ਼ਿਆਦਾ ਇੱਕ ਦੂਸਰੇ ਦੀ ਲਾਈਫ 'ਚ ਇੰਟਰਫੇਅਰ ਨਹੀਂ ਕਰਦੇ। ਕਿਸੇ ਵੱਲ ਘੂਰ ਕੇ ਦੇਖਣਾ ਵੀ ਬੈਡ ਮੈਨਰਸ ਸਮਝੇ ਜਾਂਦੇ ਨੇ। ਔਰ ਜੇ ਤੁਸੀਂ, ਮੈਂ ਤੁਹਾਡੇ ਵੱਲ ਦੇਖ ਲਿਆ, ਇਹ ਨਹੀਂ ਕਿ ਤੁਸੀਂ ਫੀਮੇਲ ਹੋ ਜਾਂ ਮੇਲ ਹੋ, ਉਹ ਮੈਨੂੰ ਪੁੱਛੇਗਾ ਵਾਟ ਇਜ਼ ਯੋਰ ਪ੍ਰੋਬਲਮ। ਸ਼ੋਰ ਮਚਾਉਣਾ, ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਇਹਦੀ ਉਹ ਜ਼ਿਆਦਾ ਸੋਚਦੇ ਨੇ। ਫਿਰ ਚੰਗੇ ਮਾੜੇ 'ਚ ਨਾ ਇਹਨੂੰ ਲੈ ਜਾਣਾ ਵੀ ਉਹ ਵਧੀਆ ਨੇ ਅਸੀਂ ਮਾੜੇ। ਇਹਨੂੰ ਤਾਂ ਸਿਲੇਬਸ 'ਚੋਂ ਬਾਹਰ ਰੱਖੋ, ਚੰਗਾ ਮਾੜਾ। ਬਿਲਕੁਲ। ਤੁਸੀਂ ਕਾਰ ਕਿਵੇਂ ਖੜੀ ਕਰਨੀ ਹੈ, ਤੁਸੀਂ ਕਿਸ ਤਰ੍ਹਾਂ ਸਾਰਾ ਕੁਝ ਕਰਨਾ। ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਡੈਮੋਕ੍ਰੇਸੀ, ਉਹ ਤਾਂ ਕੰਧ 'ਤੇ ਲਿਖ ਦੇਣੇ ਆ ਵੀ ਇਹ ਕਰਨਾ, ਅਤੇ ਉਹੀ ਕਰਦੇ ਨੇ ਸਾਰੇ ਲੋਕ। ਤਾਂ ਉਸ ਬਿਲਕੁਲ ਸ਼ਾਂਤ ਮਾਹੌਲ ਦੇ ਵਿੱਚ ਇੱਕ ਬੈਂਚ ਦੇ ਉੱਤੇ ਇੱਕ ਬੰਦਾ ਬੈਠਾ ਔਰ ਉਹਨੇ ਅਖਬਾਰ ਆਪਣੇ ਮੂੰਹ 'ਤੇ ਲਿਆ ਹੋਇਆ ਔਰ ਬਿਲਕੁਲ ਆਸ-ਪਾਸ ਤੋਂ ਬੇਸੁੱਧ ਹੋ ਕੇ ਉੱਥੇ ਬੈਠਾ। ਅਤੇ ਉਹਦੇ ਦੋ ਬੱਚੇ ਨੇ, ਉਹ ਕਦੀ ਕਿਸੇ ਨੂੰ ਛੇੜ ਰਹੇ ਨੇ, ਕਦੀ ਰੌਲਾ ਪਾ ਰਹੇ ਨੇ, ਕਦੀ ਕੁਛ ਕਰ ਰਹੇ ਨੇ, ਅਤੇ ਕੋਲ ਇੱਕ ਬੰਦਾ ਖੜਾ। ਉਹ ਦੇਖਦਾ ਰਿਹਾ 5 ਮਿੰਟ 10 ਮਿੰਟ। ਉਹਦੇ ਮਨ ਦੇ ਵਿੱਚ ਇਹ ਸਮਝ ਆਉਣ ਲੱਗਿਆ ਵੀ ਇਹਨੇ ਮਾਖਣੀ ਨੇ ਨੋਟ ਜਲਾਤੇ, ਬੰਦਾ ਗਲਤ ਹੈ ਇਹ ਜਾਂ ਜੋ ਵੀ। ਉਹਨੂੰ ਇਹ ਲੱਗ ਰਿਹਾ ਕਿ ਯਾਰ ਇੰਨਾ ਬੇਵਕੂਫ ਆਦਮੀ ਹੈ, ਇਹਦੇ ਬੱਚੇ ਇੰਨਾ ਉਤਪਾਤ ਮਚਾ ਰਹੇ ਨੇ, ਐਂਡ ਇਹਨੂੰ ਕੁਛ ਨਾ ਕੁਛ ਤਾਂ ਅਕਲ ਕਰਨੀ ਚਾਹੀਦੀ ਹੈ। ਜਦੋਂ 10-15 ਮਿੰਟ ਦੇਖਦਾ ਰਿਹਾ, ਉਹਨੂੰ ਬਹੁਤ ਉਹਦਾ ਮਤਲਬ ਪੇਸ਼ੈਂਸ ਉਹਦੀ ਲੂਜ਼ ਹੋ ਗਈ, ਤਾਂ ਉਹਨੇ ਜਾ ਕੇ ਉਹਦੇ ਮੋਢੇ ਤੋਂ ਝੰਜੋੜਿਆ ਅਤੇ ਅੰਗਰੇਜ਼ੀ 'ਚ ਕਹਿੰਦਾ, ਡੋਂਟ ਯੂ ਥਿੰਕ ਯੂ ਸ਼ੁੱਡ ਮਾਈਂਡ ਯੂਰ ਚਿਲਡਰਨ। ਆਪਣੇ ਬੱਚਿਆਂ ਦਾ ਧਿਆਨ ਰੱਖਣਾ ਤੇਰਾ ਫਰਜ਼ ਨਹੀਂ? ਕਿੰਨਾ ਇੱਥੇ ਹੱਲਾ ਗੁੱਲਾ ਹੋ ਰਿਹਾ, ਥੋੜ੍ਹੀ ਕਰਕਸ਼ ਆਵਾਜ਼ ਦੇ ਵਿੱਚ। ਉਹ ਬੰਦਾ ਇੱਕਦਮ ਜਿਵੇਂ ਨੀਂਦ 'ਚੋਂ ਜਾਗਿਆ ਹੁੰਦਾ, ਬੜਵਾਇਆ ਉੱਠਿਆ, ਕਹਿੰਦਾ ਗੁਸਤਾਖੀ ਮਾਫ਼ ਭਰਾ, ਮੈਂ ਹਸਪਤਾਲ ਤੋਂ ਆ ਰਿਹਾ, ਮੇਰੀ ਵਾਈਫ ਦੀ ਡੈਥ ਹੋਈ ਹੈ ਹੁਣ, ਅਤੇ ਨਾ ਮੈਨੂੰ ਅਤੇ ਨਾ ਮੇਰੇ ਬੱਚਿਆਂ ਨੂੰ ਸਮਝ ਆ ਰਹੀ ਹੈ ਕਿ ਅਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰੀਏ। ਤਾਂ ਉਹ ਕਹਿਣ ਵਾਲਾ ਇੱਕਦਮ, ਜਿਵੇਂ ਉਹ ਸਰਤਾਜ ਦਾ ਨਿੱਕੀ ਜਿਹੀ ਕੁੜੀ ਵਾਲਾ ਗਾਣਾ ਨਾ, ਫਿਰ ਸਰਤਾਜ ਚੁੱਪਚਾਪ ਹੋ ਗਿਆ। ਇਹ ਹੈ ਪੈਰਾਡਾਈਮ। ਤਾਂ ਉਹ ਸਰਤਾਜ ਦੀ ਗੱਲ ਹੋਈ ਤਾਂ ਉਹ ਜਿਵੇਂ ਕਹਿੰਦਾ ਨਾ, ਹਰ ਇੱਕ ਬੰਦੇ ਵਿੱਚ ਹੁੰਦਾ ਇੱਕ ਨੇਕ ਇਨਸਾਨ, ਹਰ ਬੰਦੇ ਵਿੱਚ ਇੱਕ ਸ਼ੈਤਾਨ ਹੁੰਦਾ। ਤਾਂ ਇੱਕ ਹਰ ਬੰਦੇ 'ਚ ਹੁੰਦਾ ਇੱਕ ਫੱਕੜ ਫਕੀਰ। ਅਤੇ ਉਹ ਐਡਾ ਵਧੀਆ ਸ਼ਾਇਰ ਹੈ ਕਿ ਮੈਨੂੰ ਤਾਂ ਉਹਦੇ ਅਲਫਾਜ਼ ਵੀ ਇਕੱਠੇ ਨਹੀਂ ਮੇਰੇ ਤੋਂ ਹੋਣੇ। ਤਾਂ ਇਹ ਸਾਰੇ ਕਰੈਕਟਰ ਸਾਡੇ ਅੰਦਰ ਨੇ। ਝੂਠ ਬੋਲ ਕੇ, ਬਨੌਟੀ ਬਣ ਕੇ, ਹੀਰੋਇਜ਼ਮ ਦਿਖਾਉਣ ਵਾਸਤੇ ਤੁਸੀਂ ਉਹਨਾਂ ਨੂੰ ਕਿਵੇਂ ਵੀ ਪੜਦੇ ਪਾਉਂਦੇ ਰਹੋ।
ਥੋੜ੍ਹਾ ਜਿਹਾ ਪਿੱਛੇ ਚੱਲੀਏ, ਥੋੜ੍ਹਾ ਜਿਹਾ ਹੁਣ ਮੇਰੇ ਕਰੈਕਟਰ ਬਾਰੇ ਥੋੜ੍ਹਾ ਜਿਹਾ ਹੋਰ ਅਸੀਂ ਦੇਖਦੇ। ਮੈਂ ਫਾਦਰ ਬਾਰੇ ਵੀ ਥੋੜ੍ਹੀ ਗੱਲ ਕਰਨੀ ਚਾਹੂੰਗਾ। ਮੇਰੇ ਫਾਦਰ 5 ਭਰਾ ਸੀ। ਮੇਰਾ ਦਾਦਾ ਬਹੁਤ ਜਲਦੀ ਚਲਾ ਗਿਆ, ਤਾਂ ਮੇਰੀ ਦਾਦੀ ਨੇ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਨਾਲ ਪਾਲਿਆ। 2 ਮੇਰੇ ਵੱਡੇ ਤਾਏ ਅਤੇ 2 ਚਾਚੇ। ਅਤੇ ਦਾਦੀ ਨੂੰ ਮੈਂ ਦੇਖਿਆ, ਉਹ ਗੁਰਬਾਣੀ ਪਾਠ ਪਠਨ ਹਰ ਵੇਲੇ ਕਰਦੇ ਰਹਿੰਦੇ ਸੀ। ਅਤੇ ਇਹਦੇ ਵਿੱਚ ਇਹ ਸੁਣੀ ਸੁਣਾਈ ਗੱਲ ਹੈ ਮੇਰੀ, ਤਾਂ ਮੈਨੂੰ ਨਹੀਂ ਪਤਾ ਕਿੰਨਾ ਸੱਚ ਹੈ ਕਿੰਨਾ ਝੂਠ ਹੈ। ਸਾਨੂੰ ਇਹ ਦੱਸਿਆ ਗਿਆ। ਵੈਸੇ ਇਹ ਗੱਲ ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਮੈਂ ਪੜ੍ਹਨ ਦੀ ਜਾਣਨ ਦੀ ਕੋਸ਼ਿਸ਼ ਕਰਦਾ ਬਹੁਤ, ਅਤੇ ਮੈਂ ਕਿਸੇ ਨੂੰ ਐਵੇਂ ਹੀ ਨਹੀਂ ਮੰਨ ਲੈਂਦਾ, ਚਾਹੇ ਉਹ ਕੋਈ ਵੀ ਮਹਾਂਪੁਰਸ਼ ਹੈ। ਅਤੇ ਜਦੋਂ ਮੈਂ ਪੜ੍ਹਦਾ ਨਾ, ਚਾਹੇ ਉਹ ਬਾਬੇ ਨਾਨਕ ਬਾਰੇ ਹੈ, ਚਾਹੇ ਉਹ ਜਿਊਜ਼ ਦੀ ਤੋਰਾ ਦੀ ਕਿਤਾਬ ਹੈ, ਚਾਹੇ ਕੁਰਾਨ ਹੈ, ਚਾਹੇ ਵੇਦ ਹੈ, ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਭਗਤਾਂ ਨੂੰ ਵੀ ਪੜ੍ਹਿਆ ਜਾਵੇ, ਤਾਰਕਿਕ ਨੂੰ ਵੀ ਪੜ੍ਹਿਆ ਜਾਵੇ, ਅਤੇ ਹਿਸਟੋਰੀਅਨਸ ਨੂੰ ਵੀ ਪੜ੍ਹਿਆ ਜਾਵੇ। ਠੀਕ ਹੈ, ਤਾਂ ਮੈਂ ਜਿੰਨਾ ਕੁ ਵੀ ਪੜ੍ਹਿਆ ਉਹਦੇ 'ਚੋਂ ਮੈਨੂੰ ਇਹ ਤੱਤ ਨਹੀਂ ਮਿਲਿਆ ਪਰ ਜਿਹੜਾ ਮੈਂ ਤੁਹਾਨੂੰ ਦੱਸਣ ਵਾਲਾ, ਬਟ ਪਤਾ ਨਹੀਂ ਹੋ ਸਕਦਾ ਹੋਵੇ। ਤਾਂ ਮੈਨੂੰ ਇਹ ਦੱਸਿਆ ਗਿਆ ਕਿ ਕਲਗੀਧਰ ਪਾਤਸ਼ਾਹ ਸਾਹਿਬ ਕਲਾਮ ਦੇ ਦੁੱਧ ਦੇਣ ਦੀ ਸੇਵਾ ਸਾਡੇ ਪੁਰਖਿਆਂ ਕੋਲ ਸੀ, ਇਸ ਤਰ੍ਹਾਂ ਦੱਸਿਆ ਗਿਆ ਮੈਨੂੰ। ਇਹਦਾ ਮੇਰੇ ਕੋਲ ਕੋਈ ਪ੍ਰਮਾਣਤਾ ਕਿਤੇ ਹੈ ਨਹੀਂ। ਬਹੁਤ ਚਾਕਰ ਹੋਣਗੇ ਮਹਾਰਾਜ ਦੇ, ਤਾਂ ਉਹਨਾਂ 'ਚੋਂ ਛੋਟੇ ਮੋਟੇ ਚਾਕਰ ਬਾਰੇ ਹੋ ਸਕਦਾ ਕਿਤੇ ਉਹ ਲੇਖ ਨਾ ਹੋਵੇ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹਣਾ ਦੇ ਵੀ ਸੇਵਾ ਲੱਗੀ ਰਹੀ ਹੈ। ਤਾਂ ਜੈਨੇਟਿਕ ਕੁਆਲਿਟੀ ਦੀ ਅਸੀਂ ਪਿਛਲੀ ਵਾਰੀ ਗੱਲ ਕਰੀ ਸੀ ਕਿ 23 ਬਲੂਪ੍ਰਿੰਟ ਮਾਂ ਤੋਂ ਆਣੇ ਅਤੇ 23 ਪਿਓ ਕੋਲੋਂ। ਉਹ ਮੈਮਰੀ, ਉਹ ਸੋਚ, ਉਹ ਤਰੀਕਾ, ਉਹ ਮੁਹਾਂਦਰਾ ਤੁਹਾਡੇ 'ਚ ਟਰੈਵਲ ਕਰਦਾ। ਅਤੇ ਜੇ ਉਹ ਮੈਂ ਟਰੈਵਲ ਕਰਦਾ ਦੇਖਿਆ ਤਾਂ ਆਪਣੇ ਵੱਡੇ ਤਾਏ ਦੇ ਵਿੱਚ ਟਰੈਵਲ ਕਰਦਾ ਦੇਖਿਆ। ਅੱਛਾ। ਉਹ ਡਾਕਟਰ ਸੀਗੇ, ਹੈਡ ਆਫ ਦਾ ਡਿਪਾਰਟਮੈਂਟ ਅਨਾਟਮੀ ਪਟਿਆਲੇ ਮਹਿੰਦਰਾ ਕਾਲਜ 'ਚ। ਉਹਨਾਂ ਨੇ ਵੱਡੇ ਵੱਡੇ ਡਾਕਟਰਾਂ ਨੂੰ ਪੜ੍ਹਾਇਆ। ਉਹਨਾਂ ਦੀ ਵਾਈਫ ਵੀ ਡਾਕਟਰ, ਉਹਨਾਂ ਦੀਆਂ ਦੋਨੋਂ ਕੁੜੀਆਂ ਉਹ ਵੀ ਡਾਕਟਰ, MD ਰਜਿਸਟਰ। ਮੈਨੂੰ ਤਾਂ ਨਾਂ ਨੂੰ ਜੇ ਨਹੀਂ ਯਾਦ। ਵੱਡੇ ਬਹੁਤ ਮਤਲਬ ਪੜ੍ਹਿਆ ਲਿਖਿਆ ਪਰਿਵਾਰ ਸਾਡੇ ਘਰ ਦਾ। ਪਰ ਸਾਡਾ ਤਾਇਆ ਕਛਹਿਰਾ ਪਾ ਕੇ ਜਦੋਂ ਇੱਧਰੋਂ ਰਿਟਾਇਰ ਹੋ ਕੇ ਚਲੇ ਗਏ ਅੰਮ੍ਰਿਤਸਰ, ਕਿਉਂਕਿ ਸਾਡਾ ਘਰ ਲੂਣਾ ਰੱਖੀ ਹੋਈ ਸੀ, ਗੁਡਾਈ ਗੁਡੂਈ ਕਰਦੇ ਸੀ। ਭਾਈ ਵੀਰ ਸਿੰਘ ਹਾਲ ਦੀ ਉਹਨਾਂ ਕੋਲ ਕੁਛ ਦੇਰ ਜ਼ਿੰਮੇਵਾਰੀ ਰਹੀ। ਫਿਰ ਉਹ ਸਵੇਰੇ ਦਰਬਾਰ ਸਾਹਿਬ ਫੁੱਲ ਵੀ ਚੜ੍ਹਾਉਂਦੇ ਸੀ। ਹੀ ਵਾਜ਼ ਸੋ ਸਿੰਪਲ, ਗਰਾਊਂਡਡ। ਉਹ ਮਾਰਨਗੇ ਮੈਨੂੰ ਮੇਰੇ ਤਾਏ। ਹੁਣ ਤਾਏ ਤਾਂ ਚਲੇ ਗਏ, ਚਾਚੇ ਹੈਗੇ ਨੇ। ਇਹ ਮਾਖਣੀ ਜਿੰਨੇ ਨੇ ਇਹ ਸਾਰੇ ਨਾਰੀਅਲ ਨੇ, ਹਾਈਲੀ ਇੰਟੈਲੈਕਚੁਅਲ। ਉਹ ਮੂੰਹ ਜਿਹਾ ਘੱਟ ਖੋਲ੍ਹਦੇ ਨੇ, ਅੰਦਰੋਂ ਸੌਫਟ ਨੇ ਬਟ ਬਾਹਰੋਂ ਬੜੇ ਸਖਤ ਨੇ ਉਹ। ਤੋ ਇਹ ਮੈਂ ਤਾਏ ਦੀ ਗੱਲ ਦੱਸੀ। ਜਿਹੜਾ ਛੋਟਾ ਤਾਇਆ, ਉਹਨਾਂ ਦੇ ਬੱਚਿਆਂ ਨੇ ਬੜੀ ਉਹ ਕਰੀ ਹੈ, 17 ਕੰਟਰੀਜ਼ 'ਚ ਉਹਨਾਂ ਦਾ ਵਪਾਰ ਹੈ। ਚਲੋ, ਜਿਹੜਾ ਮੇਰਾ ਵੱਡਾ ਚਾਚਾ ਉਹ LIC ਸੀ, ਉਹਨਾਂ ਦੇ ਵੀ ਹੁਣ ਬਹੁਤ ਵਧੀਆ ਕੰਮ ਹੈ। ਉਹ ਜੌਲੀ ਆਦਮੀ ਸੀ, ਇਕੱਲਾ ਸੀ, ਕਿਉਂ ਹੈਗਾ ਰੱਬ ਉਮਰ ਦਰਾਜ਼ ਕਰੇ। ਅਤੇ ਉਹਨਾਂ ਤੋਂ ਛੋਟੇ ਚਾਚਾ ਜੀ ਉਹ PAU ਦੇ ਵਿੱਚ ਕੈਮਿਸਟਰੀ ਦੇ ਹੈਡ ਆਫ ਦਾ ਡਿਪਾਰਟਮੈਂਟ ਰਹੇ ਨੇ। ਤੋ ਇਸ ਤਰ੍ਹਾਂ ਦਾ ਪਰਿਵਾਰ ਸਾਡਾ ਸੀਗਾ ਜਿਹੜਾ ਕਿ ਬੜੀਆਂ ਮੁਸ਼ਕਲਾਂ ਦੇ ਵਿੱਚ ਪਲਿਆ ਵੱਡਾ ਹੋਇਆ। ਅਤੇ ਮੇਰੇ ਪਿਓ ਦੇ ਆਪਸ ਦੇ ਵਿੱਚ ਭਰਾਵਾਂ ਨਾਲ ਬਹੁਤ ਗੂੜ੍ਹੇ ਸੰਬੰਧ ਸੀ। ਮਤਲਬ ਜਿਹੜੇ ਭਰਾ ਨੂੰ ਲੋੜ ਹੁੰਦੀ ਸੀ, ਜਦੋਂ ਮੇਰੇ ਪਿਓ ਨੇ CA ਕੀਤੀ ਤਾਂ ਕਿਸੇ ਨੇ ਉਹਨੂੰ ਸਕੂਟਰ ਦਿੱਤਾ ਅਤੇ ਉਹਨੇ ਕਿਸੇ ਨੂੰ। ਸੋ ਇਸ ਤਰ੍ਹਾਂ ਦਾ ਸਾਰਾ ਪਰਿਵਾਰ ਸੀਗਾ। ਹੁਣ ਮੇਰੀ ਸੁਣ ਲਓ, ਮੈਂ ਕੀ ਕਰਦਾ ਸੀਗਾ ਸ਼ੁਰੂ ਤੋਂ। ਮੈਨੂੰ ਨਹੀਂ ਪਤਾ ਮੇਰੇ ਬਾਪ ਨੇ ਮੈਨੂੰ ਕਿਵੇਂ ਪਾਲਿਆ। ਸ਼ਰਾਰਤਾਂ ਇੰਨੀਆਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ ਮੇਰੇ ਪਿਤਾ ਜੀ, ਤਾਂ 100 ਦੇ ਨੋਟ ਮੈਨੂੰ ਯਾਦ। ਦੇਖੋ ਨਾ, ਕੋਈ ਜਿਹੜੀਆਂ ਗੂੜ੍ਹੀਆਂ ਯਾਦਾਂ ਹੁੰਦੀਆਂ ਨੇ ਸਾਡੇ, ਉਹ ਅੰਦਰ ਜਿਹੜੇ ਨਿਊਰੋਨ ਕਨੈਕਸ਼ਨ ਇੰਨੇ ਸਟਰੋਂਗ ਬੰਦੇ ਨੇ, ਤੁਹਾਨੂੰ ਯਾਦ ਰਹਿੰਦੇ ਨੇ। ਠੀਕ ਹੈ, ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਯਾਦ ਰੱਖਣੀਆਂ ਜਾਂ ਕਰਦੇ ਨੇ ਉਹ ਤੁਹਾਨੂੰ ਯਾਦ ਵੀ ਨਹੀਂ ਹੁੰਦੀਆਂ। ਉਹਨਾਂ ਨੇ ਮੈਨੂੰ 100 ਰੁਪਏ ਦੀ ਗੱਠੀ ਦਿੱਤੀ, ਇੱਕ ਦੇ ਨੋਟ ਦੇ। ਉਦੋਂ ਇੱਕ ਦੇ ਨੋਟ ਦੇ ਹੁੰਦੇ ਸੀ। ਆਪਣੇ ਲਾਹੌਰ ਲੱਗ ਗਏ ਅਤੇ ਮਾਤਾ ਨੇ ਉਸੇ ਵੇਲੇ ਉਹ ਗੱਠੀ ਖੋਲ੍ਹੀ। ਹੁਣ ਮੈਨੂੰ ਮਾਂ ਲੱਗੇ ਜ਼ਹਿਰ ਵਰਗੀ ਉਹ। ਅਤੇ ਸਵੇਰੇ ਮੈਂ 10 ਰੁਪਈਏ ਆਪਣੀ ਮਾਂ ਦੇ ਪਰਸ ਦੇ ਵਿੱਚੋਂ ਕੱਢ ਲਏ, ਕਿਉਂਕਿ ਮੈਂ ਡੋਰ ਸੂਤਨੀ ਸੀ ਸੁਰੇਸ਼ ਨਾਲ। ਹੁਣ ਸਾਨੂੰ ਬਾਹਰ ਗਲੀ 'ਚ ਤਾਂ ਖੇਡਣ ਨਹੀਂ ਸੀ ਦਿੰਦੇ। ਜਿਵੇਂ ਮੈਂ ਪਿਛਲੀ ਵਾਰੀ ਤੁਹਾਨੂੰ ਦੱਸਿਆ, ਪਤੰਗ ਮੈਨੂੰ ਅੱਜ ਤੱਕ ਨਹੀਂ ਉਡਾਉਣਾ ਆਇਆ, ਕਿਉਂਕਿ ਕਦੀ ਖੇਡੇ ਨਹੀਂ, ਕਦੀ ਉੱਧਰ ਗਏ ਨਹੀਂ। ਤਾਂ ਮੈਂ ਸੁਰੇਸ਼ ਲਿਆ ਕੇ ਜਦੋਂ ਸੂਤਣ ਲੱਗਿਆ, ਉਹਦੀ ਸਮੈਲ ਆ ਗਈ ਅਤੇ ਮਾਤਾ ਨੂੰ ਲੱਗਿਆ ਪਤਾ। ਘਰ ਦੇ ਵਿੱਚ ਅਸੀਂ ਵਿਹੜਾ, ਇੱਕ ਹੱਥ 'ਚ ਜੂੜਾ, ਇੱਕ ਹੱਥ 'ਚ ਝਾੜੂ, ਆਮ ਆਦਮੀ ਵਾਲਾ ਨਹੀਂ। ਉਹ ਸਨਮਾਨਿਤ ਕੀਤਾ ਮੇਰੀ ਮਾਂ ਨੇ। ਅਤੇ ਮਤਲਬ ਆਲ ਇੰਡੀਆ ਰੇਡੀਓ ਵਾਂਗੂ ਮੇਰੀ ਆਵਾਜ਼ ਸਾਰੇ ਮਹੱਲੇ 'ਚ ਪਤਾ ਲੱਗ ਗਈ ਵੀ ਸਰਦਾਰ ਜੀ ਦੀ ਸੇਵਾ ਹੋ ਰਹੀ ਹੈ। ਉਸ ਤੋਂ ਬਾਅਦ ਅਸੀਂ ਕੀ ਕਰਦੇ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ। ਹੁਣ ਕੀ ਹੁੰਦਾ ਸੀਗਾ ਕਿ ਅੱਜ ਤਰ੍ਹਾਂ ਦੇ ਫਲੱਸ਼ ਤਾਂ ਹੁੰਦੇ ਨਹੀਂ ਸੀ। ਉਹ ਖੁੱਡੀਆਂ ਕਹਿੰਦੇ ਸੀ ਉਹਨਾਂ ਨੂੰ। ਅੱਧੀ ਦੀਵਾਰ ਹੁੰਦੀ ਸੀ, ਜਿਹੜਾ ਕੋਈ ਗਿਆ ਤਾਂ ਡਿੱਬਾ ਉੱਪਰ ਪਿਆ ਹੁੰਦਾ ਸੀ। ਅਸੀਂ ਏਅਰ ਗਨ ਲੈ ਕੇ ਉਹ ਡਿੱਬਾ ਗਿਰਾ ਜਿਹੜਾ। ਤਾਂ ਇੱਕ ਦਿਨ ਕੀ ਹੋਇਆ, ਆਰਕਮੈਡੀਜ਼ ਇੱਕ ਬਹੁਤ ਵੱਡਾ ਸਾਇੰਸਦਾਨ ਹੋਇਆ। ਉਹ ਕੀ ਕਰ ਰਿਹਾ, ਉਹ ਨਹਾਉਂਦੇ ਨੇ ਜਦੋਂ ਪਾਣੀ ਬਾਹਰ ਕੀਤਾ ਤਾਂ ਗਿਰਿਆ, ਤਾਂ ਉਹਦੇ ਤੋਂ ਉਹਨੂੰ ਰਿਲੇਟਿਵ
ਟੀ ਦਾ ਆਈਡੀਆ ਆ ਗਿਆ ਤਾਂ ਬਿਨਾਂ ਕੱਪੜਿਆਂ ਤੋਂ ਹੀ ਦੌੜ ਪਿਆ। ਤਾਂ ਉੱਥੇ ਸਾਡੇ ਪੰਡਿਤ ਜੀ ਸੀਗੇ, ਉਹ ਦੇਖਦਾ ਸੀ ਵੀ ਇਹ ਕੌਣ ਕਰਦਾ ਉਹ, ਤੇ ਉਹ ਪੰਡਿਤ ਬੈਠਾ ਤੇ ਮੈਂ ਮਾਰਿਆ, ਉਹ ਡਿੱਬਾ ਗਿਰਿਆ ਤੇ ਉਹ ਬੰਦਾ ਮੂੰਹ ਜ਼ਬਾਨੀ ਸਾਰੇ ਮਹੱਲੇ 'ਚ ਦੌੜਿਆ। ਉਦੋਂ ਬਾਅਦ ਫੇਰ ਸਨਮਾਨਿਤ ਹੋਇਆ। ਕਦੀ ਕਿਸੇ ਘਰ ਦੇ ਵਿੱਚ ਤੀਲੀ ਲਾਤੀ। ਤਾਂ ਮਤਲਬ ਜਿਹੜਾ ਮੇਰੇ ਵਰਗਾ ਇੱਕ ਬਹੁਤ ਕ੍ਰੈਂਕੀ ਚਾਈਲਡ ਜਿਹੜਾ ਸੀਗਾ ਨਾ, ਉਹਨੂੰ ਬ੍ਰੌਟ ਅਪ ਕਰਨ ਵਾਸਤੇ ਵੀ ਬਹੁਤ, ਮੈਂ ਕੋਈ ਪੋਚਾ ਨਹੀਂ ਪਾ ਰਿਹਾ, ਮੈਂ ਕਵਰ ਨਹੀਂ ਕਰ ਰਿਹਾ, ਕਿਉਂਕਿ ਸਿਰਫ ਇੱਕ ਇਨਸਟੈਂਟ ਅਸੀਂ ਆਪਣੀ ਲਾਈਫ ਦਾ ਪਕੜਦੇ ਹਾਂ ਔਰ ਉਸ ਇਨਸਟੈਂਟ ਦੇ ਨਾਲ ਇੱਕ ਨੂੰ ਜਾਂ ਤਾਂ ਅਸੀਂ ਕਾਲੇ ਦੇ ਵਿੱਚ ਕਰ ਦਿੰਦੇ ਹਾਂ ਜਾਂ ਵਾਈਟ ਦੇ ਵਿੱਚ ਕਰਦੇ, ਵਿੱਚ ਕੁਝ ਨਹੀਂ ਹੈ ਉਹਦੇ। ਔਰ ਸਭ ਤੋਂ ਬੜੀ ਪ੍ਰੋਬਲਮ ਕਿਸੇ ਨੂੰ ਬੁਰਾ ਲੱਗੇ ਤਾਂ ਮੈਂ ਉਹਦੇ ਬਾਰੇ ਕੁਝ ਨਹੀਂ ਕਰ ਸਕਦਾ। ਸਭ ਤੋਂ ਬੜੀ ਪ੍ਰੋਬਲਮ ਹੈ ਸੁਸਾਇਟੀ ਜਿਹੜੇ ਨਿਯਮ ਸੈੱਟ ਕਰ ਦਿੰਦੀ ਹੈ, ਪਤਾ ਨਹੀਂ ਕਿਸ ਤਰ੍ਹਾਂ। ਇਹ ਜਿਹੜਾ ਗਿਆਨ ਵੰਡਦੇ ਆ ਨਾ ਅਸੀਂ, ਸਭ ਤੋਂ ਡੇਂਜਰਸ ਹੈ ਇਹ। ਯੂ ਡੋਂਟ ਨੀਡ, ਯੂ ਲਰਨ ਬਾਈ ਯੋਰ ਐਕਸਪੀਰੀਅੰਸ। ਤੁਸੀਂ ਸਿੱਖੋ ਨਾ, ਤੁਸੀਂ ਆਸ-ਪਾਸ ਸਿੱਖੋ, ਤੁਸੀਂ ਸੁਹਿਰਦ ਹੋ, ਤੁਸੀਂ ਯੂ ਡੋਂਟ ਗੋ ਬਾਈ ਅ ਬੁੱਕ ਕਿ ਇਸ ਤਰ੍ਹਾਂ ਕਰਨਾ। ਤੋ ਨੋਟ ਸਾੜਨ ਦਾ ਉਹ ਜਿਹੜਾ ਕਾਰਨ ਸੀਗਾ, ਉਦੋਂ ਸਿਰਫ ਇਹੀ ਕਾਰਨ ਸੀ ਆਪਣੀ ਈਗੋ ਨੂੰ ਸੈਟਿਸਫਾਈ ਕਰਨਾ ਕਿ ਬਾਪੂ ਜੇ ਅਸੀਂ ਉਹ, ਅੱਛਾ ਉਹਨਾਂ ਦੀ ਵੀ ਗੱਲ ਸੁਣ ਲਓ। ਜਦੋਂ ਅਸੀਂ ਨਾਭੇ ਆਏ, ਉੱਥੋਂ ਮੈਂ ਪੂਰਾ ਕਾਰੋਬਾਰ ਫਿਰ ਅਸੀਂ ਛੱਡਤਾ ਸੀਗਾ ਲੁਧਿਆਣੇ। ਹੁਣ ਇਹਦੇ 'ਚ ਮੈਨੂੰ ਗ੍ਰੇਟ ਨਾ ਸਮਝ ਲੱਗਣਾ ਕਿ ਮਾਂ-ਬਾਪ ਕਰਕੇ ਛੱਡਤਾ, ਕਿਤੇ ਅੰਦਰ ਵੱਜਦੀ ਸੀਗੀ ਕਿਉਂਕਿ ਮਦਰ ਮੇਰੇ ਬਹੁਤ ਸਰੀਰ ਤੋਂ ਭਾਰੀ ਸੀ, ਉਹਨਾਂ ਤੋਂ ਤੁਰਿਆ ਨਹੀਂ ਸੀ ਜਾਂਦਾ। ਮੇਰੇ ਫਾਦਰ ਦੀ ਇੱਕ ਅੱਖ ਚਲੀ ਗਈ ਸੀਗੀ, ਸਾਰੇ ਜ਼ਿੰਦਗੀ ਉਹਨਾਂ ਨੇ ਰਾਜ ਹੀ ਕਰਿਆ। ਅਤੇ ਜਦੋਂ ਅਸੀਂ ਵਾਪਸ ਆਏ ਇੱਥੇ ਇੱਕ ਸੈਟਰਡੇ ਸੰਡੇ, ਅਤੇ ਉਦੋਂ ਅਸੀਂ ਦੇਖਿਆ ਕਿ ਘਰ ਦੇ ਅੰਦਰ ਬ੍ਰੈਡ ਔਰ ਅੰਡਾ ਵੀ ਨਹੀਂ ਹੈ ਖਾਣ ਵਾਸਤੇ। ਉਹ ਕਿਸੇ ਨੂੰ ਕਹਿ ਰਹੇ ਸੀਗੇ ਕਿ ਤੂੰ ਲੈ ਆਓ, ਲੈ ਕੇ ਨਹੀਂ ਆਇਆ ਸੀਗਾ, ਯਾਰ ਇਹ ਤਾਂ ਨਜਾਇਜ਼ ਹੋਊਗੀ, ਇਹ ਨਹੀਂ ਹੋਣਾ ਚਾਹੀਦਾ। ਅਸੀਂ ਉਹਨਾਂ ਨੂੰ ਕਿਹਾ ਤੂੰ ਸਾਡੇ ਨਾਲ ਚੱਲੋ, ਕਹਿੰਦੇ ਤੇਰੇ ਨਾਲ ਜਾਂਦਾ ਨਹੀਂ। ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਸਾਡੇ ਨਾਲ, ਦੋਨੋਂ ਪਾਸਿਓਂ ਨਾ ਗਰਾਰੀ ਪ੍ਰੋਪਰ ਫਸੀ ਹੋਈ ਸੀ। ਇੰਨਾ ਸਮਾਂ ਨਿਕਲ ਗਿਆ, ਲੇਕਿਨ ਸਮਾਂ ਹੀਲ ਕਰਦਾ ਥੋੜ੍ਹਾ। ਫਿਰ ਅਸੀਂ ਇੱਥੇ ਆ ਕੇ ਰਹਿਣਾ ਸ਼ੁਰੂ ਕੀਤਾ, ਅਤੇ ਜਦੋਂ ਰਹਿਣਾ ਸ਼ੁਰੂ ਕੀਤਾ ਉਦੋਂ ਇਹੀ ਮਕਸਦ ਮੇਰੇ ਹਰ ਵੇਲੇ ਦਿਮਾਗ ਦੇ ਵਿੱਚ ਸੀਗਾ ਵੀ ਇਹ ਨਾ ਹੋ ਜਾਵੇ, ਦਿੱਤਾ ਤਾਂ ਪਿਓ ਨਹੀਂ ਹੈ ਸਾਰਾ ਕੁਝ ਪਹਿਲਾਂ ਵੀ ਇਹ ਨਾ ਹੋ ਜਾਵੇ ਵੀ ਤੁਸੀਂ ਪੈਸੇ ਵਾਸਤੇ ਆਏ ਹੋ। ਤਾਂ ਪੈਸੇ ਸਾੜੇ ਉਦੋਂ ਈਗੋ 'ਚ। ਅੱਜ ਵੀ ਜੇ ਮੈਨੂੰ ਪੁੱਛੋ ਤਾਂ ਇੰਨਾ ਸੁਹਿਰਦ ਔਰ ਇੰਨਾ ਇਮਾਨਦਾਰ ਹੈ, ਜੇ ਮੈਂ ਹੋਇਆ ਨਹੀਂ ਵੀ ਮੈਂ ਕਹਿਦਾ ਗਲਤ ਕੀਤਾ, ਮੈਨੂੰ ਅੱਜ ਵੀ ਲੱਗਦਾ ਠੀਕ ਹੀ ਕੀਤਾ। ਚੀਜ਼ ਜਿਹੜੀ ਦੇਖ ਲਓ ਕਿੰਨੇ ਸਾਲ ਲੰਘ ਜਾਂਦੇ ਆ ਨਾ, ਤਾਂ ਫਿਰ ਵੀ ਤੁਹਾਡੇ ਅੰਦਰੋਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਜਾਂਦੀਆਂ ਜਾਂਦੀਆਂ ਨੇ ਜੀ। ਅਤੇ ਬਹੁਤ ਇਹ ਸੀਗਾ ਕਿ ਉਹ ਐਪੀਸੋਡ ਆਪਣਾ ਵੈਸੇ 1.5 ਘੰਟੇ ਦਾ ਸੀਗਾ, ਤਾਂ ਬਹੁਤ ਸਾਰੇ ਸਵਾਲ ਉਹਦੇ 'ਚ ਪੁੱਛੇ ਗਏ, ਪਰ ਜਦੋਂ ਤੁਹਾਡੇ ਜਵਾਬ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਲੋਕਾਂ ਦੇ ਦਿਮਾਗ 'ਚ ਵੱਜਣੇ ਸ਼ੁਰੂ ਹੋ ਜਾਂਦੇ ਆ, ਤਾਂ ਉਹ 'ਚੋਂ ਆਟੋਮੈਟਿਕ ਸਵਾਲ ਬਹੁਤ ਸਾਰੇ ਪੈਦਾ ਹੁੰਦੇ ਆ ਨਾ ਜੀ। ਬਿਲਕੁਲ। ਤਾਂ ਇੱਕ ਸਵਾਲ ਇਹ ਵੀ ਸੀਗਾ ਕਿ ਜਿਵੇਂ ਤੁਸੀਂ ਕਿਹਾ ਕਿ ਅਸੀਂ ਕੁਛ ਕੁ ਚੀਜ਼ਾਂ ਨੂੰ ਫਿਕਸ ਕਰ ਲੈਂਦੇ ਹਾਂ, ਸਾਨੂੰ ਲੱਗਦਾ ਹੁੰਦਾ ਕਿ ਮਾਂ ਪਿਓ ਕਦੀ ਗਲਤ ਨਹੀਂ ਹੋ ਸਕਦੇ, ਜਾਂ ਮਾਂ ਪਿਓ 'ਤੇ ਸਵਾਲ ਕਰਨ ਵਾਲੀ ਔਲਾਦ ਆ ਜਿਹੜੀ ਉਹ ਕਦੀ ਸਹੀ ਨਹੀਂ ਹੋ ਸਕਦੀ, ਹੈ ਨਾ। ਤਾਂ ਉਹਦੇ 'ਚ ਇੱਕ ਸਵਾਲ ਇਹ ਸੀਗਾ ਕਿ ਡਾਈਨਿੰਗ ਟੇਬਲ 'ਤੇ ਤੁਸੀਂ ਬੈਠੇ ਹੋ, ਖਾਣਾ ਖਾ ਰਹੇ ਹੋ, ਸਿਰਫ ਇੱਕ ਪਤਨੀ ਦੀ ਇੱਕ ਤਾਰੀਫ 'ਤੇ, ਹੈ ਨਾ, ਛੋਟਾ ਜਿਹੀ ਇੱਕ ਗੱਲਬਾਤ ਹੋਈ ਤੁਹਾਡੀ, ਅਤੇ ਉਸ ਤੋਂ ਬਾਅਦ ਤੁਸੀਂ ਘਰ ਛੱਡ ਦਿੰਦੇ ਹੋ। ਅਤੇ ਤੁਸੀਂ ਉਸ ਇੰਟਰਵਿਊ 'ਚ ਦੱਸਿਆ ਸੀਗਾ ਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਮੇਰੀ ਵਾਈਫ ਦੇ ਇਨਸਲਟ ਕਰ ਰਹੇ ਹੋ ਆਪਣੀ ਵਾਈਫ ਦੇ ਸਾਹਮਣੇ, ਹੈ ਨਾ, ਅਤੇ ਤੁਹਾਨੂੰ ਆਪਣੀ ਗੱਲ ਨਹੀਂ ਯਾਦ ਸੀਗੀ ਕਿ ਸ਼ਾਇਦ ਤੁਸੀਂ ਵੀ ਉਹਨਾਂ ਨੂੰ ਕੁਝ ਕਿਹਾ ਹੋਊਗਾ, ਤਾਂ ਜਿਹਦੇ ਕਰਕੇ ਇੰਪੋਸੀਬਲ ਜਾਂ ਨਹੀਂ ਲੱਗਦਾ? ਹਾਂ, ਕਿਉਂਕਿ ਤੁਹਾਨੂੰ ਬੜੀਆਂ ਦੂਰ ਤੱਕ ਦੀਆਂ ਗੱਲਾਂ ਕਰਦੇ ਨੇ। ਸਹੀ ਹੈ, ਇਹ ਵੀ ਬਿਲਕੁਲ ਜਾਇਜ਼ ਹੈ ਔਰ ਇਹ ਜਾਇਜ਼ ਸਵਾਲ ਵੀ ਹੈ। ਜੇ ਮੈਨੂੰ ਇਹ ਯਾਦ ਰਹਿੰਦਾ ਕਿ ਮੈਂ ਉਸ ਵੇਲੇ ਕੀ ਕੀਤਾ, ਤਾਂ ਸ਼ਾਇਦ ਮੇਰਾ ਉਹ ਰਿਐਕਸ਼ਨ ਨਾ ਹੁੰਦਾ। ਮੈਨੂੰ ਅੱਜ ਵੀ ਨਹੀਂ ਯਾਦ ਕਿ ਮੈਂ ਉਹਨਾਂ ਨੂੰ ਕੀ ਕਿਹਾ। ਕਾਰਨ ਇਹ ਹੈ ਕਿ ਉਸ ਵੇਲੇ ਮੈਂ ਸਿਰਫ ਉਹਨੂੰ ਗਲਤ ਸਮਝ ਰਿਹਾ, ਹਾਈਟ ਆਫ ਮੂਵਮੈਂਟ ਇੰਨਾ ਹੋ ਗਿਆ ਕਿ ਜੇ ਬਲ ਹੁਆ ਬੰਧਨ ਛੁੱਟੇ, ਜੇ ਉਸ ਵੇਲੇ ਮੇਰੇ 'ਚ ਇੰਨਾ ਬਲ ਹੁੰਦਾ, ਇੰਨੀ ਸਮਝ ਹੁੰਦੀ ਕਿ ਇਹ ਜਿਹੜਾ ਰਿਐਕਸ਼ਨ ਹੈ ਇਹ ਟੈਂਪਰੇਰੀ ਹੈ, ਜਾਂ ਜਿਹਨੇ ਕਹਿਤਾ ਤਾਂ ਕੀ ਹੋਇਆ, ਮੇਰੀ ਮੈਚਿਓਰਿਟੀ ਓਨੀ ਹੁੰਦੀ ਤਾਂ ਮੈਂ ਉਹ ਗੱਲ ਕਹਿੰਦਾ ਨਾ। ਜੇ ਕਹਿ ਵੀ ਦਿੰਦਾ ਤਾਂ ਯਾਦ ਕਰਦਾ, ਮਤਲਬ ਉਸ ਵੇਲੇ ਮੈਂ ਆਈ ਵਾਜ਼ ਨੌਕਡ ਆਊਟ। ਇਹ ਮੇਰੀ ਜਨਾਨੀ ਨੇ ਕਿਹਾ, ਹੁਣ ਉਹਨੂੰ ਹੀਰੋਇਨ ਨਾ ਬਣਾ ਦੇਣਾ। ਉਹਨੇ ਮੈਨੂੰ ਕਿਹਾ ਕਿ ਤੂੰ ਵੀ ਬਰਾਬਰ ਬੋਲਿਆ ਸੀ। ਮੈਂ ਕਿਹਾ ਕੀ ਕਿਹਾ? ਕਹਿੰਦੀ ਮੈਨੂੰ ਵੀ ਨਹੀਂ ਪਤਾ, ਕਿਉਂਕਿ ਰਜਿਸਟਰ ਉਹਨੇ ਵੀ ਨਹੀਂ ਕੀਤਾ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਜੋੜ ਲਓ, ਇੱਥੇ ਤੁਸੀਂ ਦਵੰਦ ਜੇ 'ਚ ਫਸਣ ਦੀ ਲੋੜ ਨਹੀਂ ਹੈ। ਛੋਟਾ ਬੱਚਾ ਹੈ, ਤੁਸੀਂ ਉਹਨੂੰ ਗੋਦੀ 'ਚ ਚੱਕ ਲਿਆ, ਦਾਦੇ ਨੇ ਗੋਦੀ 'ਚ ਚੱਕ ਲਿਆ, ਉਹਨੇ ਉਹਦੇ 'ਤੇ ਪਿਸ਼ਾਬ ਕਰਤਾ, ਉਹਦੀ ਦਾੜੀ ਫੜ ਕੇ ਖਿੱਚਤੀ, ਬੇਇੱਜ਼ਤੀ ਹੋ ਗਈ ਦਾਦੇ ਦੀ ਯਾਰ। ਤਾਂ ਦਾਦੇ ਨੂੰ ਚੱਕ ਕੇ ਉਹਨੂੰ ਥੱਲੇ ਛੱਡ ਦੇਣਾ ਚਾਹੀਦਾ। ਐਡੇ ਬੜੇ ਆਦਮੀ ਦੀ ਬੇਇੱਜ਼ਤੀ ਕਰਤੀ, ਪਰ ਕਿਆ ਦਾਦਾ ਉਹਨੂੰ ਥੱਲੇ ਗਿਰਾਂਦਾ? ਨਹੀਂ। ਕਿਉਂਕਿ ਉਹਨੂੰ ਪਤਾ ਹੈ ਕਿ ਹਾਲੇ ਇਹਨੂੰ ਪਤਾ ਨਹੀਂ ਕਿ ਇਹ ਕੀ ਕਰ ਰਿਹਾ ਹੈ। 1028 ਜਾਂ ਇਹੋ ਜਿਹੀ ਕੋਈ ਫਿਗਰ ਹੈ,
ਜਿਹੜੇ ਉਪਨਿਸ਼ਦ ਅਜੇ ਵੀ ਪਏ ਨੇ। ਮੇਰੀ ਕੋਸ਼ਿਸ਼ ਰਹੀ ਮੈਂ ਯਹੂਦੀਆਂ ਦਾ ਤੋਰਾ ਵੀ ਪੜ੍ਹਾਂ ਤੇ ਹੋਰ ਵੀ ਸਾਰਾ ਪੜ੍ਹਾਂ। ਸਭ ਆਪਣੀ ਆਪਣੀ ਜਗ੍ਹਾ ਠੀਕ ਨੇ। ਸਭ ਤੋਂ ਸਰਲ ਨਾਨਕ ਨੇ ਕਰਿਆ। ਨਾਨਕ ਨੇ ਬਹੁਤ ਸਿੰਪਲ ਕਹਾਣੀ ਕਰਤੀ, ਮਤਲਬ ਮੇਰੇ ਵਰਗੇ ਮੂਰਖ ਨੂੰ ਸਮਝ ਆਉਂਦੀਆਂ ਨੇ ਗੱਲਾਂ। ਉਹ ਜਿਹੜੇ ਉਪਨਿਸ਼ਦ ਨੇ, ਉਪਨਿਸ਼ਦ ਦਾ ਮਤਲਬ ਉਪਾ ਮਤਲਬ ਨੇੜੇ, ਨਿਸ਼ਦ ਮਤਲਬ ਸੰਵਾਦ, ਗੁਰੂ ਤੇ ਚੇਲੇ ਦਾ ਸੰਵਾਦ। ਉਹਦੇ ਵਿੱਚ ਉਹਦੀ ਜਿਹੜੀ ਇਨਵੋਕੇਸ਼ਨ ਹੈ, ਜਿਵੇਂ ਮੂਲ ਮੰਤਰ ਅਸੀਂ ਜਿਵੇਂ ਕਹਿੰਦੇ ਨਾ, ਸਾਡਾ ਜਿਵੇਂ ਮੂਲ ਮੰਤਰ ਜਪਜੀ ਸਭ ਤੋਂ ਪਹਿਲਾਂ ਜਿੱਥੋਂ ਸ਼ੁਰੂ ਅਸੀਂ ਕਰਦੇ ਹਾਂ, ਏਕ ਓਂਕਾਰ ਸਤਿਨਾਮ ਗੁਰਪੁਰਸ਼, ਉਹ ਮੂਲ ਮੰਤਰ ਜਿਹੜਾ, ਉਹਦੇ ਵਿੱਚ ਉਹਦੇ ਤੋਂ ਬਾਅਦ ਉਹਨਾਂ ਨੇ ਇਹ ਲਿਖਿਆ ਕਿ ਗੁਰੂ ਨੂੰ ਥੱਲੇ ਉਤਰ ਕੇ ਚੇਲੇ ਦੇ ਲੈਵਲ 'ਤੇ ਆ ਕੇ ਉਹਨੂੰ ਸਮਝਾਉਣਾ ਪੈਣਾ। ਚੇਲੇ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਉਸ ਲੈਵਲ 'ਤੇ ਪਹੁੰਚ ਜਾਵੇ। ਤੁਸੀਂ PhD ਕੀਤੀ ਹੋਈ ਹੈ, ਤੁਸੀਂ ਐਡੇ ਬੜੇ ਪ੍ਰੋਫੈਸਰ ਹੋ, ਤੁਸੀਂ ਕੋਈ ਗੱਲ ਕਹਿ ਰਹੇ ਹੋ, ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਕਿ ਮੈਨੂੰ ਉਹ ਗੱਲ ਸਮਝ ਆ ਜਾਏ? ਤੁਹਾਨੂੰ ਥੱਲੇ ਆਉਣਾ ਪਊਗਾ। ਜੇ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਇਹਨੂੰ ਨਹੀਂ ਸਮਝ ਆ ਰਿਹਾ ਤੇ 4 ਚਪੇਟੇ ਮਾਰਾਂ, ਤਾਂ ਹੁਣ ਤੁਸੀਂ ਆਪਣੇ ਆਪ ਨੂੰ ਆਪੇ ਸੋਚ ਲਓ ਵੀ ਕੀ ਕਰ ਰਹੇ ਹੋ। ਤਾਂ ਮੈਂ ਫੇਰ ਕਿਸੇ 'ਤੇ ਇਲਜ਼ਾਮ ਨਹੀਂ ਲਗਾ ਰਿਹਾ, ਮੈਂ ਸਿਰਫ ਹਿਊਮਨ ਬੀਇੰਗਸ ਦੀ ਗੱਲ ਕਰ ਰਿਹਾ ਕਿ ਕਿਸ ਸਿਚੁਏਸ਼ਨ ਦੇ ਵਿੱਚ ਉਹ ਕਿਵੇਂ ਰਿਐਕਟ ਕਰਦੇ ਨੇ। ਤੁਸੀਂ ਮੇਰੇ ਈਗੋ ਦੀ ਗੱਲ ਸੁਣੀ ਤਾਂ ਮੈਨੂੰ ਇੱਕ ਇਹਦੇ ਗੱਲ ਦੇ ਵਿੱਚ ਇੱਕ ਗੱਲ ਹੋਰ ਯਾਦ ਆ ਗਈ। ਸ਼ੁਰੂ ਤੋਂ ਬਚਪਨ ਤੋਂ ਕਾਰਾਂ ਗੱਡੀਆਂ 'ਚ ਹੀ ਰਹੇ। ਜਦੋਂ ਆਪਣਾ ਕੰਮਕਾਰ ਸ਼ੁਰੂ ਕੀਤਾ, ਜਦੋਂ ਤੁਸੀਂ ਕਿਸੇ ਚੀਜ਼ ਵਾਸਤੇ ਲੌਂਗ ਕਰਦੇ ਨਾ, ਵੇਟ ਕਰਦੇ ਹੋ, ਉਹ ਚੀਜ਼ ਦਾ ਨਜ਼ਾਰਾ ਜੋ ਹੁੰਦਾ ਨਾ ਜੀ, ਉਹ ਹੁੰਦਾ ਨਹੀਂ। ਮੈਨੂੰ ਬੰਟੀ ਬੈਂਸ ਜੀ ਦੀ ਗੱਲ ਯਾਦ ਆਉਂਦੀ ਹੈ ਇਹਦੇ ਤੋਂ। ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦੇ ਮੈਨੂੰ ਨਾ 51,000 ਰੁਪਈਆ ਕਿਤੋਂ ਮਿਲਿਆ ਅਤੇ ਮੈਨੂੰ ਐ ਵੀ ਮੈਂ ਕਾਰ ਲੈ ਲਵਾਂ। ਕਹਿੰਦੇ ਮੈਂ ਗਿਆ ਤਾਂ ਮੈਨੂੰ 50,000 ਰੁਪਈਆ ਮੇਰੇ ਕੋਲ ਜੇਬ 'ਚ ਅਤੇ 65,000 ਰੁਪਏ ਦੀ ਇੱਕ ਮਾਟੀਜ਼ ਮਿਲੀ ਪੁਰਾਣੀ। ਅਤੇ ਮੈਂ ਉਹ ਲੁਧਿਆਣੇ ਵਾਲਿਆਂ ਨੂੰ ਕਿਹਾ ਵੀ ਯਾਰ ਕੁਛ ਕਰ ਲਾ। ਉਹ ਕਹਿੰਦਾ ਜੀ ਐਂ ਕਰ, 15,000 ਤੂੰ ਬਾਅਦ 'ਚ ਦੇ ਦੀ, ਆਹ ਚੱਕ ਇਹਦੀ ਸਟੈਪਣੀ ਅਤੇ ਇਹਦੇ ਕਾਗਜ਼ ਮੇਰੇ ਕੋਲ ਰੱਖ ਜਾ। ਕਹਿੰਦੇ ਮੈਂ ਮੈਟੀਜ਼ ਲਿਆ। ਕਦੋਂ ਗੱਲ ਹੋਈ, ਮੇਰੇ ਥੋੜ੍ਹਾ ਜਿਹਾ ਬਰੀਫ ਮੀਟਿੰਗ ਹੋਈ। ਅੱਜ ਪਰਮੇਸ਼ਵਰ ਦੀ ਬੜੀ ਕਿਰਪਾ ਉਹਨਾਂ 'ਤੇ, ਕੋਈ ਪੈਸੇ ਟੱਗੇ ਵਾਲੀ ਤਾਂ ਕੋਈ ਗੱਲ ਨਹੀਂ, ਨੌਕਰ ਚਾਕਰ ਡਰਾਈਵਰ ਸ਼ਰਾਈਵਰ। ਉਹ ਮੇਰੇ ਕੋਲ ਰਾਤ ਨੂੰ 1:30 ਵਜੇ ਆਏ, ਕਿਸੇ ਦੋਸਤ ਵਾਸਤੇ ਉਹਨਾਂ ਨੇ ਕੇਕ ਬਣਵਾਉਣਾ ਸੀ। ਤੂੰ ਕਿਆ ਡਰਾਈਵਰ ਨਹੀਂ ਸੀ ਭੇਜ ਸਕਦੇ, ਕਿਆ ਕੁਛ ਨਹੀਂ। ਤੁਸੀਂ ਮਾਣ ਇੱਜ਼ਤ ਸਨਮਾਨ ਦੀ ਗੱਲ ਸਮਝੋ ਕਿ ਉਹ ਬੰਦਾ ਇੰਨਾ ਗਰਾਊਂਡਡ ਸੀਗਾ, 2 ਕਰੋੜ ਦੀ ਕਾਰ ਦੇ ਵਿੱਚ ਬੈਠ ਕੇ ਮਾਟੀਜ਼ ਦੀ ਗੱਲ ਕਰ ਰਿਹਾ ਮੇਰੇ ਨਾਲ ਅੱਜ ਵੀ। ਇਹ ਚੀਜ਼ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਤੁਸੀਂ ਸੁੱਖ ਦੇ ਪਲ ਹੰਡਾਏ ਨੇ, ਉਹ ਨਾਲ ਜੋੜ ਕੇ ਰੱਖਣੇ ਨੇ। ਜੇ ਉਹ ਐਡੀ ਵੱਡੀ ਕਾਰ 'ਚ ਬੈਠ ਕੇ ਉਹਨੂੰ ਲੱਗੇ ਕਿ ਯਾਰ ਉਹ ਮਾੜੀ ਤਾਂ ਬੇਕਾਰ ਸੀਗੀ ਯਾਰ, ਉਹਦਾ ਕਿਆ ਫਾਇਦਾ ਯਾਰ, ਧੰਦੇ ਪਿੱਟੇ ਨੇ ਯਾਰ ਜ਼ਿੰਦਗੀ ਦੇ ਵਿੱਚ, ਤਾਂ ਉਹ ਬੰਦਾ ਨਾ ਤਾਂ ਇੱਥੇ ਤੱਕ ਪਹੁੰਚਦਾ ਸੀ ਅਤੇ ਨਾ ਉਹਦੀ ਖੁਸ਼ੀ ਕਦੀ ਵੀ ਪੂਰੀ ਹੋਣੀ ਹੈ, ਕਿਉਂਕਿ ਰੀਸੈਟ ਹੋ ਜਾਂਦਾ। ਤੁਸੀਂ ਇੱਥੇ ਪਹੁੰਚਦੇ ਹੋ, ਫਿਰ ਰੀਸੈਟ ਹੋ ਗਿਆ, ਇੱਥੇ ਪਹੁੰਚ ਕੇ ਤਾਂ ਫਿਰ ਰੀਸੈਟ ਹੋ ਗਿਆ। ਤਾਂ ਇਹ ਖੁਸ਼ੀਆਂ ਬਟੋਰ ਕੇ ਹੀ ਵੱਡਾ ਬੈਗ ਬਣਨਾ। ਤਾਂ ਅਸੀਂ ਜਦੋਂ ਪਹਿਲੀ ਕਾਰ ਲਈ 1000 cc ਸੀ, ਮੈਨੂੰ ਇਹ ਲੱਗੇ ਕਿ ਦੁਨੀਆ 'ਤੇ ਤਾਂ ਕੀੜੇ ਮਕੌੜੇ ਸਾਰੇ ਘੁੰਮ ਰਹੇ ਨੇ ਯਾਰ, ਤਾਂ ਹਮ ਗਾੜੀ ਵਾਲੇ हैं। ਬਹੁਤ ਲੋਕਾਂ ਕੋਲ ਹੋਊਗੀ ਇਹ ਫੀਲਿੰਗ। ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ, ਨਹੀਂ ਕਿ ਮੈਂ ਪਹਿਲੀ ਵਾਰੀ ਕਾਰ 'ਚ ਬੈਠਾ ਸੀ। ਉਸ ਠਾਠ ਦੇ ਨਾਲ ਅਸੀਂ ਕਾਰ ਚਲਾਉਂਦੇ ਆ ਰਹੇ ਹਾਂ ਬੜੀ ਮੌਜ ਨਾਲ, ਅਤੇ ਨਾਭੇ ਹੀ ਆ ਰਹੇ ਸੀਗੇ। ਪਟਿਆਲੇ ਇੱਕ ਆਮ ਬੰਦਾ, ਥੋੜ੍ਹੀ ਬਹੁਤੀ ਉਹਨੇ ਸ਼ਰਾਬ ਵੀ ਪੀਤੀ ਹੋਈ ਸੀ, ਉਹ ਅੱਗੇ ਆਵੇ। ਹੁਣ ਆਪਾਂ ਤਾਂ ਨਵਾਬ ਸਰਾਜੂਦੌਲਾ ਬਣੇ ਹੋਏ ਸੀ ਉਸ ਵੇਲੇ। ਉਹਦੇ ਪੱਟ ਦੇ ਨਾਲ ਗੱਡੀ ਲਾ ਕੇ ਹਲਕੀ ਜਿਹੀ ਧੱਕਤੀ, ਹੋਇਆ ਕੁਛ ਨਹੀਂ ਉਹਨੂੰ, ਬਟ ਵੀ ਆ ਪਰੇ ਹੋ ਤੋਂ। ਉਸੇ ਫੀਲਿੰਗ ਦੇ ਵਿੱਚ ਅਸੀਂ ਘਰ ਆ ਗਏ। ਸਾਡੇ ਘਰ ਦੇ ਸਾਹਮਣੇ ਕਿਲ੍ਹਾ, ਪੁਰਾਣਾ ਰਿਆਸਤੀ ਕਿਲ੍ਹਾ, ਕੁਛ ਖਾਲੀ ਜਗ੍ਹਾ ਗੱਡੀ ਉੱਥੇ ਪਾਰਕ ਹੁੰਦੀ, ਬਟ ਇਹ ਮੋੜ ਹੈ ਕਿਲ੍ਹੇ ਦਾ, ਜਿਵੇਂ ਸਾਈਡ ਵਾਲਾ ਬੁਰਜ ਜਿਹਾ ਨਹੀਂ ਹੁੰਦਾ, ਤਾਂ ਇੱਥੋਂ ਬਿਲਕੁਲ ਬਲਾਈਂਡ ਮੋੜ ਹੈ। ਤਾਂ ਜਦੋਂ ਅਸੀਂ ਲਿਆ ਕੇ ਇੱਥੇ ਗੱਡੀ ਖੜੀ ਕੀਤੀ ਤਾਂ ਮੇਰਾ ਮੁੰਡਾ ਛੋਟਾ ਸੀਗਾ, ਉਹ ਦੌੜ ਕੇ ਰੋਡ ਕ੍ਰਾਸ ਕਰੀ। ਦਾਦਾ ਦਾਦੀ ਸਾਹਮਣੇ ਬੈਠ ਕੇ, ਚਾਅ ਹੁੰਦਾ ਨਾ ਬੱਚਿਆਂ ਨੂੰ। ਉਹ ਅਜੇ ਰੋਡ ਦੇ ਸੈਂਟਰ 'ਚ ਇੱਕ ਸਕੂਟਰ ਇੰਨੀ ਤੇਜ਼ੀ ਨਾਲ ਆਇਆ ਔਰ ਉਹਦੀ ਉਸੀ ਲੱਤ 'ਚ ਮਾਰ ਕੇ ਉਹਨੂੰ ਨਾਲ ਉਡਾ ਕੇ ਲੈ ਗਿਆ ਜੀ। ਉਹ ਜਦੋਂ ਅਸੀਂ ਇੱਕਦਮ, ਸਾਡਾ ਤਾਂ ਸਾਰਾ ਕੁਝ ਗਿਆ। ਅਸੀਂ ਉਹਨੂੰ ਬੱਚੇ ਨੂੰ ਸਾਂਭਿਆ, ਉਹ ਬੋਲੇ ਕੁਛ ਨਾ। ਉਹ ਸਕੂਟਰ ਵਾਲਾ ਕਹੇ ਮੇਰੇ ਤੋਂ ਕਿ ਤੂੰ ਤਾਂ ਜਾ ਬਈ। ਥੋੜ੍ਹੀ ਦੇਰ ਬਾਅਦ ਉਹ ਬੇਟਾ ਠੀਕ ਮਤਲਬ ਹੋ ਗਿਆ ਵਾਪਸ, ਕੋਈ ਉਹਨੂੰ ਕੁਛ ਨਹੀਂ ਹੋਇਆ। ਉਸੇ ਦਿਨ ਅਸੀਂ ਰਾਤ ਨੂੰ ਵਾਪਸ ਆਏ, ਉਸੇ ਦਿਨ ਹੀ ਸਵੇਰੇ 2:30 ਵਜੇ ਆਲਮਗੀਰ ਸਾਹਿਬ ਕਬਾੜ ਖੁੱਲ੍ਹੇ, ਮੱਥਾ ਟੇਕਿਆ। ਸਿੱਧਾ ਮੈਂ ਉੱਥੇ ਜਾ ਕੇ ਗੱਡੀ ਲਾਤੀ ਤੁਹਾਡੇ ਕਾਰ ਬਾਜ਼ਾਰ 'ਚ। ਸਵੇਰੇ ਜਦ ਤੱਕ ਅਜੇ ਕਾਰ ਬਾਜ਼ਾਰ ਖੁੱਲ੍ਹਾ ਨਹੀਂ ਸੀਗਾ, ਉੱਥੇ ਉਦੋਂ ਤਾਂ ਖੜ੍ਹਾ ਰਿਹਾ। ਜਦੋਂ ਖੁੱਲ੍ਹਾ, ਪਹਿਲਾ ਜਿਹੜਾ ਬੰਦਾ ਆਇਆ, ਮੈਂ ਤੂੰ ਜੋ ਦੇਣਾ ਦੇ ਦੇ, ਸਾਡੀ ਹਾਲੇ ਔਕਾਤ ਨਹੀਂ ਬਣੀ ਵੀ ਅਸੀਂ ਇਹ ਕਾਰ ਖਰੀਦ ਸਕੀਏ। ਤਾਂ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਹਜ਼ਮ ਹੋ ਰਹੀਆਂ ਨੇ,
ਨਹੀਂ ਹੋ ਰਹੀਆਂ, ਤੁਹਾਡੀ ਈਗੋ ਕਿਸ ਤਰ੍ਹਾਂ ਦੀ ਹੈ, ਕਿਸ ਵੇਲੇ ਤੁਹਾਡੇ ਇਮੋਸ਼ਨਸ ਕਿਵੇਂ ਸਵਿੰਗ ਲੈਂਦੇ ਨੇ, ਉਹ ਇਹ ਉਦੋਂ ਹੀ ਸਾਰਾ ਕੁਝ ਸਹੀ ਹੋਊਗਾ। ਚਾਹੇ ਮੈਨ ਵਿਮਨ 'ਤੇ ਚਰਚਾ ਕਰ ਲਓ, ਪਿਓ ਪੁੱਤਰ 'ਤੇ ਚਰਚਾ ਕਰ ਲਓ, ਬਾਪ ਗਲਤ ਹੋ ਗਿਆ ਨਹੀਂ, ਤੁਸੀਂ ਠੀਕ ਹੋ ਗਏ ਨਹੀਂ, ਕੌਣ ਗਲਤ ਠੀਕ ਦਾ ਤਾਂ ਮਸਲਾ ਹੀ ਨਹੀਂ ਹੈ। ਮਸਲਾ ਸਾਰਾ ਹੀ ਸਵਿਰਦ ਹੋਣ ਦਾ। ਹੁਣ ਇਹ ਬਹੁਤ ਲੰਬੀਆਂ ਗੱਲਾਂ ਹੋ ਗਈਆਂ, ਪਰ ਇੱਕ ਗੱਲ ਜੇ ਮੈਂ ਨਹੀਂ ਜੋੜੂੰਗਾ ਤਾਂ ਸ਼ਾਇਦ ਬੇਇਨਸਾਫੀ ਹੋ ਜੂਗੀ। ਚਾਚੇ ਤਾਏ ਸਾਡੇ ਉੱਥੋਂ ਆਉਂਦੇ ਹੁੰਦੇ ਸੀ, ਉਦੋਂ ਲੋਕਾਂ ਕੋਲ ਸਮਾਂ ਹੁੰਦਾ ਸੀ, ਅੱਜ ਤਾਂ ਸਮਾਂ ਨਹੀਂ ਹੈ। ਤੋ ਉਹ ਆਪਣੀ ਮਾਂ ਦਾ ਜਿਹੜੀ ਮੇਰੀ ਪਿਆਰ ਮੈਨੂੰ ਕਰਦੀ ਸੀ, ਉਹ ਤਾਂ ਕਰਦੀ ਸੀ, ਉਹ ਤਾਂ ਹੁਣ ਮੈਂ ਅੱਖਰਾਂ 'ਚ ਕਿਵੇਂ ਬਿਆਨ ਕਰਾਂ। ਉਹ ਜੂੜੇ ਨਾਲ ਘੁਮਾਣਾ ਵੀ ਉਹਦਾ ਪ੍ਰੇਮ ਹੀ ਸੀਗਾ, ਠੀਕ ਹੈ। ਮੇਰੀ ਤਾਈ ਵੱਡੀ, ਕੋਈ ਕਮੀ ਨਹੀਂ ਉਹਨਾਂ ਕੋਲ, ਨਾ ਪਹਿਲਾਂ ਸੀ ਨਾ ਅੱਜ ਹੈ, ਨੌਕਰ ਚਾਕਰ ਸਾਰਾ ਕੁਝ ਉਹਨਾਂ ਕੋਲ। ਪਰ ਜਦੋਂ ਮੈਂ ਜਾਂਦਾ ਸੀ ਉਹਨਾਂ ਕੋਲ ਅੰਮ੍ਰਿਤਸਰ, ਉਹ ਮੈਨੂੰ ਕਹਿੰਦੇ ਸੀ ਮੇਰਾ ਪੁੱਤਰ ਆ ਗਿਆ ਰਾਜੂ, ਮੈਂ ਇਹਦੇ ਵਾਸਤੇ ਪਰੌਂਠੀ ਬਣਾਉਣੀ, ਉੱਥੇ ਵੀ ਪਰੌਂਠੀ ਹੈ। ਉਹ ਖੁਦ ਆਪਣੇ ਹੱਥ ਦੇ ਨਾਲ ਮਲਾਈ ਦੀ ਪਰੌਂਠੀ ਬਣਾ ਕੇ ਮੈਨੂੰ ਖਵਾਉਂਦੇ ਹੁੰਦੇ ਸੀਗੇ। ਅਤੇ ਜੇ ਉਹ ਮਲਾਈ ਵਾਲੀ ਪਰੌਂਠੀ ਸਾਡੇ ਘਰ ਬਣੀ ਹੁੰਦੀ ਤਾਂ ਸ਼ਾਇਦ ਲੜਾਈ ਨਾ ਹੁੰਦੀ, ਕਿਉਂਕਿ ਉਹਨੂੰ ਬੀਟ ਕਰਨਾ ਬਹੁਤ ਔਖਾ। ਹੁਣ ਉਹ ਬਹੁਤ ਬਜ਼ੁਰਗ ਹੋ ਗਏ, ਉਹਨਾਂ ਦਾ ਚੂਲਾ ਵੀ ਟੁੱਟ ਗਿਆ, ਪਰ ਉਹ ਆਪਣੇ ਆਪ ਨੂੰ ਬਹੁਤ ਮੇਨਟੇਨ ਕਰਕੇ ਰੱਖਦੇ ਹੈ। ਮੇਰਾ ਡੈਡ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ ਸੀਗਾ, ਕਹਿੰਦੇ ਯੂ ਸ਼ੁੱਡ ਰਿਸਪੈਕਟ ਯੂਰ ਏਜ। ਆਪਣੀ ਉਮਰ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਉਮਰ ਦੀ ਇਹ ਮੇਰੇ ਪਿਓ ਦੇ ਅੱਖਰ ਨੇ। ਉਮਰ ਦੀ ਇੱਜ਼ਤ ਦਾ ਮਤਲਬ ਇਹ ਨਹੀਂ ਕਿ ਬੁੜਿਆਂ ਦੀ ਇੱਜ਼ਤ ਕਰਨੀ ਚਾਹੀਦੀ, ਉਹ ਤਾਂ ਕਰਨੀ ਹੈ, ਪਰ ਤੁਹਾਨੂੰ ਇਹ ਸਮਝ ਆਉਣਾ ਚਾਹੀਦਾ ਕਿ ਫਿਜ਼ੀਕਲੀ ਹੁਣ ਮੈਂ ਇਹ ਕਰ ਸਕਦਾ, ਮੈਂ ਦੌੜ ਸਕਦਾ, ਮੈਂ ਸੜਕ ਪਾਰ ਕਰ ਸਕਦਾ, ਮੈਂ ਉਹ ਕਰਨਾ ਚਾਹੀਦਾ। ਉਹ ਕਰਦੇ ਨੇ। ਹੁਣ ਵੀ ਮੈਂ ਪਿੱਛੇ ਜੇ ਜਾ ਕੇ ਆਇਆ, ਬੁੜਾ ਹੋ ਗਿਆ ਮੈਂ, ਉਹ ਹੁਣ ਵੀ ਕਹਿੰਦੇ ਨੇ ਮੈਂ ਤੇਰੇ ਵਾਸਤੇ ਆਪਣੇ ਹੱਥ ਨਾਲ ਪਰੌਂਠੀ ਬਣਾਉਣੀ ਹੈ। ਹੁਣ ਇਹ ਪ੍ਰਾਈਸਲੈਸ ਹੀ ਤਾਂ ਹੈ। ਮੇਰੀ ਵੱਡੀ ਚਾਚੀ ਉਹ ਤਾਂ ਸ਼ੁਦਾਈ ਹੋ ਜਾਂਦੀ ਹੈ, ਹੁਣ ਵੀ ਸ਼ੁਦਾਈ ਹੋ। ਤੋ ਇਹ ਪਿਆਰ ਜਿਹੜਾ ਤੁਹਾਨੂੰ ਹੈਗਾ ਨਾ, ਇਹਦੇ ਨਾਲ ਉਹਦੇ ਢਿੱਡੋਂ ਜੰਮਣ ਦੀ ਲੋੜ ਨਹੀਂ ਹੈ। ਇਹ ਸਾਰੇ ਪਾਸਿਓਂ ਤੁਹਾਨੂੰ ਮਿਲਦਾ ਹੈ। ਔਰ ਇਹ ਗਲਤੀਆਂ ਤਾਂ ਕਰਨੀਆਂ ਹੀ ਨੇ। ਅਸੀਂ ਜੇ ਗਲਤੀਆਂ ਨਹੀਂ ਕਰਾਂਗੇ ਤਾਂ ਅਸੀਂ ਬੰਦੇ ਕਿਵੇਂ ਹੋ ਜਾਵਾਂਗੇ। ਸਾਡੀ ਪਿਛਲੀ ਵਾਰੀ ਦੀ ਚਰਚਾ ਦਾ ਮਕਸਦ ਔਰ ਅੱਜ ਦਾ ਵੀ ਮਕਸਦ ਕਿਸੇ ਨੂੰ ਹੀਰੋ ਜਾਂ ਕਿਸੇ ਨੂੰ ਵਿਲਨ ਸਾਬਿਤ ਕਰਨ ਦਾ ਕਤਈ ਨਹੀਂ ਹੈ। ਜੇ ਮੇਰੇ ਨਾਲ ਤੁਸੀਂ ਗੱਲ ਕਰ ਰਹੇ ਹੋ, ਦੇਖਣ ਵਾਲਾ ਇਹ ਤਸੱਵੁਰ ਕਰਦਾ ਕਿ ਬਹੁਤ ਵਧੀਆ ਬੰਦਾ ਹੈ, ਬਹੁਤ ਹੀਰੋ ਹੈ, ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ। ਅੰਮ੍ਰਿਤ ਦਾ ਮਤਲਬ ਕੋਈ ਅੰਜਲੀ ਪਾਣੀ ਦਾ ਨਹੀਂ ਹੈ। ਅੰਮ੍ਰਿਤ ਦਾ ਮਤਲਬ ਜਿੰਨਾ ਮੈਨੂੰ ਸਮਝ ਆਇਆ, ਫਿਰ ਬੁੱਧੀਜੀਵੀਆਂ ਤੋਂ ਹੱਥ ਜੋੜ ਕੇ ਮਾਫੀ, ਉਹ ਜਿਹਦੇ ਨਾਲ ਤੁਹਾਡੀ ਕੈਮਿਸਟਰੀ ਉਹ ਹੋਵੇ। ਅੰਮ੍ਰਿਤ ਛੋੜ ਬਿਖ ਖਾਵੇ। ਅਸੀਂ ਉਹ ਸਭ ਕਰ ਰਹੇ ਹਾਂ ਜਿਹੜੇ ਅਸੀਂ ਮਜਬੂਰ ਹਾਂ ਕਰਨ ਵਾਸਤੇ, ਵਿਚ ਵੀ ਡੋਂਟ ਵਾਂਟ ਟੂ ਡੂ। ਠੀਕ ਹੈ। ਸੋ ਇਹ ਜਿੰਨੀ ਸਾਡੀ ਚਰਚਾ ਹੁਣ ਹੋਈ ਜਾਂ ਪਹਿਲਾਂ ਹੋਈ, ਇਹਦੇ ਜੇ ਅਸੀਂ ਫੋਕਲ ਪੁਆਇੰਟ ਨੂੰ ਪਕੜੀਏ ਕਿ ਅਸੀਂ ਹਿਊਮਨ ਬੀਇੰਗਸ ਅਲੱਗ-ਅਲੱਗ ਟਾਈਮ ਦੇ ਉੱਤੇ ਅਲੱਗ-ਅਲੱਗ ਰਿਸ਼ਤਿਆਂ ਦੇ ਵਿੱਚ ਕਿਵੇਂ ਬਿਹੇਵ ਕਰਦੇ ਹਾਂ, ਬਸ ਇਹੀ ਇਹਦੀ ਫਾਈਂਡਿੰਗ ਹੈ। ਔਰ ਤੁਸੀਂ ਬਜਾਏ ਇਹ ਕਹਿਣ ਦੇ ਕਿ ਰੁਪਿੰਦਰ ਗਲਤ ਹੈ, ਗੁਰਦੀਪ ਗਲਤ ਹੈ, ਮਾਖਣੀ ਗਲਤ ਹੈ, ਕੋਈ ਫਰਕ ਪੈਣ ਵਾਲਾ ਨਹੀਂ। ਇਹ ਤੁਹਾਨੂੰ ਆਪਣੇ ਆਪ 'ਚ ਲੱਗੇ ਕਿ ਹਾਂ ਯਾਰ ਗੜਬੜ ਹੋ ਗਿਆ, ਬਿਲਕੁਲ ਤੁਹਾਨੂੰ ਲੱਗੇ ਗੜਬੜ ਹੋ ਗਿਆ, ਸਾਹਮਣੇ ਵਾਲੇ ਨੂੰ ਲੱਗੇ ਕਿ ਨਹੀਂ ਇਹ ਮੇਰੇ ਤੋਂ ਗੜਬੜ ਹੋ ਗਿਆ, ਤੱਕ ਬਿਲਕੁਲ ਲਾਈਫ ਇਜ਼ ਗੁੱਡ। ਇਸ ਤੋਂ ਪਹਿਲਾਂ ਅਗਲਾ ਸਵਾਲ ਮੈਂ ਕਰਾਂ, ਪਹਿਲਾਂ ਸਾਨੂੰ ਐਂ ਦੱਸੋ ਵੀ ਤੁਹਾਡੀ ਚਾਹ ਦਾ ਰੰਗ ਹਰਾ ਕਾਤੇ ਹੈ? ਇਹ ਨਾ ਹੁਣ ਤੁਸੀਂ ਮੇਰੇ ਮੁਹੱਬਤਨਾਮੇ ਦਾ ਪਿਛਲਾ ਚੈਪਟਰ ਖੋਲ੍ਹ ਲਿਆ। ਇਹ ਨਾ ਮੈਡਮ ਨੂੰ ਆਪਣਾ ਵਜ਼ਨ ਘਟਾਉਣ ਦਾ ਸ਼ੌਂਕ ਚੜਿਆ ਹੋਇਆ। ਉਹਨੂੰ ਲੱਗ ਰਿਹਾ ਮੈਂ ਵੀ ਮੋਟਾ ਹੋ ਗਿਆ, ਮੈਨੂੰ ਲੱਗਦਾ ਹੀ ਨਹੀਂ ਮੈਂ ਮੋਟਾ ਹੋ ਗਿਆ। ਅਤੇ ਇਹ ਹੁਣ ਉਹਨੇ ਮੈਨੂੰ ਇਹ ਬਣਾ ਕੇ ਦਿੱਤਾ ਜੀ, ਇਹ ਕੋਈ ਪਤਾ ਨਹੀਂ ਐਲਕਜਾਈਜ਼ਰ ਪਤਾ ਨਹੀਂ ਕੀ ਕਹਿੰਦੇ ਨੇ, ਤਾਂ ਮੈਨੂੰ ਚਾਹ ਨਹੀਂ ਮਿਲਦੀ, ਮੈਨੂੰ ਇਹ ਪੀਣਾ ਪੈਂਦਾ ਜੀ। ਮੈਨੂੰ ਇਹਨਾਂ ਦੀ ਇੱਕ ਬਹੁਤ ਜ਼ਿਆਦਾ ਗੱਲ ਐਂ ਹੀ ਲੱਗਦਾ ਹੁੰਦਾ ਵੀ ਜਿਵੇਂ ਨਾ ਸਾਜ਼ਿਸ਼ ਹੀ ਹੁੰਦੀ ਆ ਆਪਣੇ ਵਿਰੁੱਧ, ਵੀ ਆਪ ਵੀ ਕੁਝ ਨਹੀਂ ਖਾਂਦੇ ਸਾਰਾ ਟੱਬਰ। ਤੇ ਹੁਣ ਦੇਖ ਲਓ ਆਪਾਂ ਜੇ ਹੁਣੇ ਨਿੰਬੂ ਪਾਣੀ ਪੀਤਾ ਤੇ ਚਾਹ ਵੀ ਆ ਗਈ। ਇਹ ਖਾ ਨਹੀਂ ਸਕਦੇ, ਪਰ ਇਹਨਾਂ ਦਾ ਘਰੇ ਬਣਾਉਣ ਨੂੰ ਜੀ ਕਰਦਾ। ਹੁਣ ਜਦੋਂ ਬਣਿਆ ਉਹ ਖਾਣਾ ਦਾ ਕਿਸੇ ਨੇ ਹੈਗਾ, ਉਹ ਆਪਣੇ ਹਿੱਸੇ ਆ ਜਾਂਦਾ। ਅੱਛਾ, ਇੱਕ ਸਵਾਲ ਬਹੁਤ ਆਪਣੇ ਵੀ ਸੋਸ਼ਲ ਦੀ ਵਿਊਅਰਸ ਦਾ ਸੀਗਾ। ਕਹਿੰਦੇ ਵੀ ਮੱਖਣੀ ਸਾਹਿਬ ਕਹਿੰਦੇ ਨੇ ਕਿ ਮੈਂ ਬਿਜ਼ਨਸਮੈਨ ਆ, ਸਕਸੈਸਫੁਲ ਬਿਜ਼ਨਸਮੈਨ ਆ, ਹੈ ਨਾ, ਵੀ ਇੱਕ ਬਿਜ਼ਨਸ ਸੈਟਅਪ ਹੋਣ ਦੇ ਲਈ 7 ਸਾਲ ਲੱਗਦੇ ਨੇਗੇ। ਬਿਲਕੁਲ ਲੱਗਦੇ ਜੀ। ਤੇ ਉੱਥੇ ਜਦੋਂ ਇੱਕ ਕੈਫੇ ਤੁਹਾਡੇ ਬੱਚਿਆਂ ਨੇ ਖੋਲ੍ਹਿਆ ਸੀਗਾ ਚੰਡੀਗੜ੍ਹ ਦੇ ਵਿੱਚ, ਕਹਿੰਦੇ ਫਿਰ ਤੁਸੀਂ ਉਹ ਬੰਦ ਕਰਨ ਦਾ ਡਿਸੀਜਨ ਕਿਉਂ ਕੀਤਾ 7 ਸਾਲ ਤੋਂ ਪਹਿਲਾਂ, ਜਦੋਂ ਤੁਸੀਂ ਖੁਦ ਕਹਿੰਦੇ ਹੋ ਵੀ ਇੱਕ ਬਿਜ਼ਨਸ ਸੈਟਅਪ ਹੋਣ ਦੇ ਲਈ 7 ਸਾਲ ਲੱਗ ਜਾਂਦੇ ਨੇਗੇ? ਦੇਖੋ, ਪਹਿਲਾਂ ਤਾਂ ਮੈਂ ਵਧਾਈ ਦਊਂਗਾ ਸਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਾਨੂੰ ਦੇਖਦੇ ਨੇ ਆ, ਬਹੁਤ ਵਧੀਆ, ਬਹੁਤ ਸਟੀਕ ਔਰ ਕਮਾਲ ਦੇ ਸਵਾਲ ਨੇ। ਕੋਈ ਐਵੇਂ ਆਊਟ ਆਫ ਦਾ ਕੁਐਸਚਨ ਨਹੀਂ ਹੈ, ਬਹੁਤ ਜਾਇਜ਼ ਸਵਾਲ ਹੈ। ਅਸੀਂ ਇਸ ਕਮਰੇ 'ਚ ਬੈਠੇ ਹਾਂ, ਗੱਪਾਂ ਮਾਰ ਰਹੇ ਹਾਂ, ਭੈਣ ਭਰਾ ਮਜ਼ੇ ਕਰ ਰਹੇ ਹਾਂ, ਕੋਈ ਇੰਟਰਵਿਊ ਮੈਨੂੰ ਤਾਂ ਲੱਗਦਾ ਨਹੀਂ ਵੀ ਅਸੀਂ ਕਰ ਰਹੇ ਹਾਂ। ਅਸੀਂ ਇੱਥੇ ਚਾਹੇ ਸ਼ਾਮ ਤੱਕ ਬੈਠੇ ਰਹੀਏ, ਚਾਹੇ ਜਦੋਂ ਮਰਜ਼ੀ ਤੱਕ ਬੈਠੇ ਰਹੀਏ। ਲੇਕਿਨ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਭੈਣ ਗੁਰਦੀਪ ਸ਼ਾਮ ਨੂੰ 5 ਵਜੇ ਤੱਕ ਤੂੰ ਇਹ ਕੁਰਸੀ ਤੋਂ ਨਹੀਂ ਹਿੱਲਣਾ,
ਤੁਹਾਨੂੰ 2 ਮਿੰਟ ਨਹੀਂ ਤੁਹਾਡੇ ਨਿਕਲਣੇ ਹੈਗੇ। ਹੂੰ ਜਿਹੜੇ ਰੂਲਸ ਤੁਸੀਂ ਆਪਣੇ ਵਾਸਤੇ ਬਣਾਉਂਦੇ ਹੋ ਉਹ ਪੈਸ਼ਨ ਹੁੰਦਾ। ਹੁਣ ਮੈਂ ਦੇਖਦਾ ਤੁਹਾਨੂੰ ਰਾਤ ਨੂੰ 12 ਵਜੇ ਤੱਕ ਤੁਸੀਂ ਸਾਰਾ ਸੋਸ਼ਲ ਮੀਡੀਆ ਚੈੱਕ ਕੀਤਾ ਹੁੰਦਾ, ਸਵੇਰੇ 4 ਵਜੇ ਉਹਦਾ ਰਿਸਪੌਂਸ ਕਰਿਆ ਹੁੰਦਾ, ਬੱਚਿਆਂ ਨੂੰ ਵੀ ਘਰ ਨੂੰ ਵੀ ਹਰ ਚੀਜ਼ ਨੂੰ ਜਸਟਿਸ ਦੇ ਰਹੇ ਹੋ ਐਂਡ ਤੁਸੀਂ ਥੱਕੇ ਨਹੀਂ ਹੈਗੇ। ਕਿਉਂ ਨਹੀਂ ਥੱਕੇ? ਤੁਹਾਡਾ ਆਪਣਾ ਰੂਲ ਹੈ। ਥੋੜਾ ਪੈਸਾ ਤਾਂ ਆਊਗਾ ਚੱਕ ਮਾਰ ਕੇ ਯਾਰ, ਉਹ ਫਰਗੇਟ ਅਬਾਊਟ ਇਟ। ਜੇ ਤੁਸੀਂ ਸਿਰਫ ਪੈਸਾ ਕਮਾਉਣ ਵਾਸਤੇ ਕਰ ਰਹੇ ਹੁੰਦੇ ਤਾਂ ਕਦੀ ਨਹੀਂ ਸੀ ਕਰ ਸਕਦੇ। ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਇਹ ਸਹੀ ਗੱਲ ਹੈ। ਹਾਂ, ਕਦੀ ਨਹੀਂ ਸੀ ਕਰ ਸਕਦੇ। ਤੁਸੀਂ ਕਹਿੰਦੇ ਸਵੇਰੇ ਕਰ ਲਾਂਗੇ ਯਾਰ, ਕੱਲ ਕਰ ਲਾਂਗੇ ਯਾਰ, ਹੋ ਜਾਂਦਾ, ਕੱਲ ਵੀ ਹੋ ਜਾਂਦਾ, ਸਵੇਰੇ ਵੀ ਹੋ ਜਾਂਦਾ। ਪਰ ਜੇ ਤੁਹਾਨੂੰ ਇਹ ਮਜਬੂਰੀ ਹੋ ਗਈ ਕਿ ਤੁਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਔਰ ਤੁਹਾਡਾ ਦਿਲ ਉਹਦੇ 'ਚ ਨਹੀਂ ਲੱਗ ਰਿਹਾ, ਤਾਂ ਯੂ ਵਿਲ ਡਿਵੈਲਪ ਅਲਸਰਸ ਇਨ ਯੋਰ ਬੋਡੀ। ਅੱਜ ਦਾ ਜਿਹੜਾ ਸਮਾਜ ਸਾਡਾ ਬਣਿਆ ਕਾਰਪੋਰੇਟ ਕਲਚਰ ਦਾ, ਲੱਖ ਰੁਪਏ ਸੈਲਰੀ, 1.5 ਲੱਖ ਰੁਪਏ ਸੈਲਰੀ, ਬੰਦੇ ਦੀ ਨਾ ਉਹ ਮੱਚ ਮਾਰ ਦਿੰਦੇ ਨੇ। ਉਹ ਆਹ ਟਾਰਗੇਟ ਦਿੱਤਾ, ਤੁਸੀਂ ਅਚੀਵ ਕੀਤਾ, ਚੱਕ ਕੇ ਡੰਡਾ ਇੱਥੇ, ਆਹ ਕਰਤਾ, ਤੁਹਾਨੂੰ ਉਹ ਐਪਰੀਸ਼ੀਏਟ ਹੀ ਨਹੀਂ ਕਰਦੇ। ਤੁਹਾਨੂੰ 35 ਸਾਲ ਦੇ ਵਿੱਚ ਸਾਰਾ ਜੂਸ ਕੱਢ ਦੇਣਗੇ ਤੁਹਾਡਾ, ਤੁਸੀਂ ਕੰਮ ਕਰਨ ਲਾਇਕ ਨਹੀਂ ਰਹੋਗੇ। ਅੱਗੇ ਕੀ ਹੁੰਦਾ ਸੀਗਾ ਜਦੋਂ ਮਾਨਵਤਾ ਸ਼ੁਰੂ ਹੋਈ ਹੈ, ਉਦੋਂ ਕੀ ਕਰਦੇ ਸੀਗੇ? ਲੋਕਾਂ ਨੂੰ ਸ਼ਿਕਾਰ ਕਰਨਾ ਪੈਂਦਾ ਸੀਗਾ, ਸ਼ਿਕਾਰ ਕਰਦੇ ਸੀਗੇ, ਕੁਝ ਦਿਨ ਬਾਅਦ ਉਹ ਸ਼ਿਕਾਰ ਖਤਮ ਹੋ ਜਾਂਦਾ ਸੀਗਾ, ਫਿਰ ਉਹਨਾਂ ਨੂੰ ਕਰਨਾ ਪੈਂਦਾ ਸੀ। ਹੌਲੀ ਹੌਲੀ ਐਗਰੀਕਲਚਰ ਆ ਗਿਆ। ਐਗਰੀਕਲਚਰ ਦੇ ਵਿੱਚ ਕੁਝ ਦਿਨ ਕੰਮ ਕਰਨਾ ਪੈਂਦਾ ਸੀਗਾ, ਲੇਕਿਨ ਬਾਕੀ ਟਾਈਮ ਉਹਨਾਂ ਕੋਲ ਆਪ ਹੁੰਦਾ ਸੀ, ਅਤੇ ਉਹ ਫੈਸਟਿਵ ਹੁੰਦੇ ਸੀ, ਸਾਰੇ ਲੋਕ ਆਪਸ ਮਿਲਦੇ ਗਿਲਦੇ ਸੀ। ਬਹੁਤਾ ਪਿੱਛੇ ਕਿਉਂ ਜਾਂਦੇ ਹੋ ਤੁਸੀਂ? ਥੋੜ੍ਹਾ ਜਿਹਾ ਪਿੱਛੇ, ਤੁਸੀਂ ਤਾਂ ਖੈਰ ਜੇ ਜਵਾਨ ਹੋ, ਮੇਰੇ ਵਰਗਾ ਬੁੜਾ ਜੇ ਥੋੜ੍ਹਾ ਪਿੱਛੇ ਜਾਊਗਾ ਤਾਂ ਵਿਆਹਾਂ ਦੇ ਵਿੱਚ ਮੇਲ ਕਿੰਨੇ ਦਿਨ ਲੋਕ ਬੈਠੇ ਰਹਿੰਦੇ ਸੀਗੇ, ਕਿੰਨਾ ਕੁਝ ਕਰਦੇ ਰਹਿੰਦੇ ਸੀ। ਕਿਆ ਕਰ ਰਹੇ ਹੈ ਉਹ? ਜੋ ਕਰਨਾ ਚਾਹ ਰਹੇ ਹੈ ਉਹ ਕਰ ਰਹੇ ਨੇ ਯਾਰ, ਜੋ ਬੋਲਣਾ ਚਾਹ ਰਹੇ ਹੈ ਉਹ ਬੋਲ ਰਹੇ ਨੇ ਨਾ। ਹੁਣ ਜਿਵੇਂ ਤੁਹਾਨੂੰ ਤੂੰ ਕਹਿੰਦਾ, ਤੁਹਾਨੂੰ ਕੋਈ ਤਕਲੀਫ ਨਹੀਂ, ਤੁਹਾਨੂੰ ਅਪਣੱਤ ਨਜ਼ਰ ਆ ਰਹੀ ਹੈ। ਲੇਕਿਨ ਅੱਜ ਜਦੋਂ ਇੱਕ ਆਰਟੀਫਿਸ਼ੀਅਲ ਸਮਾਜ ਬਣ ਗਿਆ, ਇੱਕ ਲੇ ਡਾਊਨ ਸਿਸਟਮ ਹੋ ਗਿਆ ਕਿ ਤਾਈ ਲਗਾਣੀ ਹੈ ਗਲੇ ਦੇ ਅੰਦਰ, ਚਾਹੇ ਸਾਹ ਘੁੱਟਦਾ ਹੋਵੇ, ਤੁਹਾਨੂੰ ਅੱਛੀ ਲੱਗਦੀ ਹੈ ਲਗਾਓ। ਜੇ ਸਾਡੇ ਕੱਪੜਿਆਂ ਦੀ ਵੀ ਜਿਹੜੀ ਐਵੋਲੂਸ਼ਨ ਹੋਈ ਹੈ, ਪਹਿਲਾਂ ਪੱਤੇ ਬਣਦੇ ਸੀ, ਫਿਰ ਖੁੱਲਾ ਕੱਪੜਾ ਹੁੰਦਾ ਸੀਗਾ ਕਿਉਂਕਿ ਸਟਿਚਿੰਗ ਜੇ ਹੋਈ ਨਹੀਂ ਸੀ। ਫਿਰ ਇਹਨਾਂ ਨੇ ਸਿਸਟਮ ਬਣਾ ਲਿਆ ਕਿ ਜੇ ਕੋਈ ਯੋਗ ਕਰ ਰਿਹਾ, ਜੋਗੀ ਹੈ ਜਾਂ ਕੁਝ ਹੋਰ ਹੈ, ਤਾਂ ਉਹ 2 ਖੁੱਲੇ ਕੱਪੜੇ ਪਾਊਗਾ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ। ਤੁਹਾਡਾ ਦਿਲ ਕਰਦਾ ਤੁਸੀਂ ਕਰੋ, ਫਿਰ ਤੁਸੀਂ ਕੱਪੜੇ ਕਿਵੇਂ ਪਾਣੇ ਸ਼ੁਰੂ ਕਰਦੇ, ਪਜਾਮਾ ਕੁੜਤਾ ਤੁਹਾਨੂੰ ਠੀਕ ਲੱਗਦਾ, ਇਟਸ ਓਕੇ। ਤੋ ਇਹ ਜਿਹੜੀਆਂ ਚੀਜ਼ਾਂ ਤੁਹਾਡੇ 'ਤੇ ਥੋਪੀਆਂ ਜਾ ਰਹੀਆਂ ਨੇ, ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਹੈ। ਫਿਰ ਅੱਗੇ ਚੱਲੀ ਕਹਾਣੀ ਇਸ ਤੋਂ। ਪਹਿਲਾਂ ਹੁੰਦਾ ਸੀਗਾ ਛੈਂਟਾ, ਲੋਕਾਂ ਤੋਂ ਛੈਂਟੇ ਮਾਰ ਕੇ ਕੰਮ ਕਰਵਾਉਂਦੇ ਸੀ ਲੋਕ। ਪਰ ਇੱਕ ਛੈਂਟੇ ਨਾਲ ਕਿੰਨੇ ਬੰਦਿਆਂ ਨੂੰ ਕੰਟਰੋਲ ਕਰੋਗੇ? 2 4 5 10 15। ਫਿਰ ਜਦੋਂ ਲੋਕਾਂ ਦਾ ਵਿਦਰੋਹ ਵਧਿਆ, ਐਂਟੀਥੀਸਿਸ ਲਿਖੇ ਗਏ, ਸਟੇਟਸ ਕੋ ਹੋ ਗਿਆ। ਫਿਰ ਹੌਲੀ ਹੌਲੀ ਉਹਨਾਂ ਨੇ ਕੀ ਕਰਿਆ? ਫਿਊਡਲਿਜ਼ਮ, ਜਗੀਰਦਾਰਾ ਬਣਾਤਾ ਵੀ ਇਹਨੂੰ ਮਾੜੀ ਮੋਟੀ ਰੋਟੀ ਦੇ ਦਿਓ। ਫਿਰ ਕੈਪੀਟਲਿਜ਼ਮ ਆ ਗਿਆ ਵੀ ਨੌਕਰੀ ਦੇ ਦਿਓ ਇਹਨੂੰ, ਪੈਸੇ। ਪਰ ਰੱਖਿਆ ਤੁਹਾਨੂੰ ਬੰਨ ਕੇ ਰੱਖਿਆ। ਪਰ ਹੁਣ ਜਦੋਂ ਉਹ ਬੰਨਣ 'ਚੋਂ ਵੀ ਬਾਹਰ ਚਲੇ ਗਏ, ਹੁਣ ਕਰਜ਼ਾ, ਡੈਟ ਕਰਤਾ ਉਹਨਾਂ ਨੇ। ਤੁਹਾਨੂੰ ਹਰ ਚੀਜ਼ 'ਤੇ ਬੜੀ ਆਸਾਨੀ ਨਾਲ ਡੈਟ ਮਿਲਦਾ। ਤੁਸੀਂ ਕਰ ਲਿਆ 40 ਲੱਖ ਰੁਪਏ ਦਾ, 50 ਲੱਖ, ਕਿਸੇ ਵੀ ਅਮਾਊਂਟ ਦਾ, 30 ਸਾਲ ਦੀਆਂ ਕਿਸ਼ਤਾਂ ਕਰਾ ਲਈਆਂ। ਭੈਣ ਮੇਰੀ 30 ਸਾਲ ਵਾਸਤੇ ਆਪਣਾ ਜੀਵਨ ਗਹਿਣੇ ਰੱਖਤਾ ਤੁਸੀਂ। 30 ਸਾਲ ਵਾਸਤੇ ਤੁਸੀਂ ਆਪਣਾ ਜੀਵਨ ਗਹਿਣੇ ਰੱਖਤਾ। ਤੁਸੀਂ ਚਾਹੋ, ਤੁਸੀਂ ਨਾ ਚਾਹੋ, ਤੁਹਾਨੂੰ ਉਸ ਡੈਸਕ ਦੇ ਪਿੱਛੇ ਰੋਜ਼ ਹੋਣਾ ਪਊਗਾ। ਰੋਜ਼ ਹੋਣਾ ਪਊਗਾ ਤੁਹਾਨੂੰ ਉਸ ਡੈਸਕ ਦੇ ਪਿੱਛੇ। ਤੋ ਇਹ ਡੈਟ ਦੇ ਵਿੱਚ, ਹੁਣ ਮੇਰਾ ਇੱਕ ਦੋਸਤ ਹੈ, ਕ੍ਰੈਡਿਟ ਕਾਰਡਸ 36% ਵਿਆਜ। ਸਾਨੂੰ ਸਭ ਨੂੰ ਪਤਾ ਹੈ, ਉਹ ਬੰਬੇ ਰਹਿੰਦਾ, ਉਹਦੇ ਕੋਲ ਬੈਠਿਆ ਤਾਂ ਮੈਂ ਸ਼ਰਾਬ ਨਹੀਂ ਪੀਂਦਾ। ਹੁਣ ਮੈਨੂੰ ਵਧੀਆ ਬੰਦਾ ਨਾ ਸਮਝ ਲੈਣਾ, ਮੈਨੂੰ ਹਜਮ ਨਹੀਂ ਹੁੰਦੀ ਮੇਰੀ ਭੈਣ, ਇਹ ਤਾਂ ਮੈਂ ਵੀ ਪੀ ਲਵਾਂ, ਠੀਕ ਹੈ। ਅਤੇ ਉੱਥੇ ਨਹੀਂ ਪਤਾ ਨਹੀਂ ਨਾ ਲੱਗਦਾ, ਜੋ ਕਹਿੰਦੇ ਬਹੁਤ ਵਧੀਆ ਬੰਦਾ, ਦਾਰੂ ਨਹੀਂ ਪੀਂਦਾ, ਠੀਕ ਹੈ। ਤਾਂ ਉਹਦੇ ਕੋਲ ਮੈਂ ਗਿਆ ਤਾਂ ਸ਼ਾਮ ਨੂੰ ਪੈਗ ਵੈਗ ਲਾ ਲਿਆ। ਉਹ ਵੀ ਗਿਆਨੀ ਗੁਣੀ, ਮਤਲਬ ਮਾਹਣੀ, ਜੇ ਤੂੰ ਸ਼ਰਾਬ ਨਹੀਂ ਪੀਤੀ ਤੂੰ ਪੀਤਾ ਕੀ ਹੈ? ਮੈਂ ਯਾਰ ਤੇਰੀ ਗੱਲ ਬਹੁਤ ਵਧੀਆ। ਅਤੇ ਜਦੋਂ 2 ਕੁ ਨੂੰ ਸਰੂਰ ਚੜ੍ਹ ਗਿਆ ਅਤੇ ਗੱਲਾਂ ਕਰਨ ਲੱਗ ਗਿਆ, ਦੁੱਖ ਫਰੋਲਣ ਲੱਗ ਗਿਆ ਕਿ ਗਾੜੀ ਲਈ ਹੈ ਭਾਈ। ਨਹੀਂ, ਪਹਿਲਾਂ ਤਾਂ ਉਹ 'ਚ ਲੈ ਕੇ ਆਇਆ, ਮੈਨੂੰ ਫਿਰ ਦਿਖਾਉਂਦਾ ਰਿਹਾ। ਅਤੇ ਇਹ ਕੰਪਿਊਟਰ ਵੀ लोन पे है, घर है, ये देख मैंने इटली से मंगाया, ये फलाने से मंगाया, टकाने में। यार कमाल की तू ਤਾਂ ਇਹਦੇ 'ਚ ਇੱਕ ਨਾ ਗੱਲਾਂ 'ਚੋਂ ਗੱਲ ਨਿਕਲ ਜਾਂਦੀ ਜਿਹੜੀ ਛੱਡਣ ਨੂੰ ਦਿਲ ਨਹੀਂ ਕਰਦਾ। ਮੈਂ ਨਾ ਤੁਹਾਡੇ ਵਰਗੇ ਕਿਸੇ ਵਿਦਵਾਨ ਦੇ ਨਾਲ ਗਿਆ। ਵਿਦਵਾਨਤਾ ਦਾ ਸੰਬੰਧ ਉਮਰ ਦੇ ਨਾਲ ਨਹੀਂ ਹੈਗਾ।
ਬਾਬਾ ਬੁੱਢਾ ਜੀ ਦਾ ਨਾਂ ਅਸੀਂ ਸੁਣਿਆ, ਮਾਤਰ 8 ਸਾਲ ਦੀ ਉਮਰ। ਕੋਈ ਇਹ ਤੇ ਤਰਕ ਨਾ ਕਰ ਲਿਓ ਵੀਰੇ ਵੀ 9 ਸੀ 7 ਸੀ। ਉਹ ਬੈਠੇ ਨੇ, ਬਾਬਾ ਨਾਨਕ ਅੱਖਾਂ ਮੂੰਝ ਕੇ ਬੈਠੇ, ਤੇ ਇਹਨਾਂ ਨੇ ਰੋਟੀ ਇੱਕ ਰੱਖੀ ਤੇ ਉਹਨਾਂ ਦੇ ਅੱਗੇ ਰੋਟੀ ਰੱਖਤੀ, ਤੇ ਮਨ ਦਾ ਭਾਵ ਇਹ ਕਿ ਵੀ ਜੇ ਮਹਾਰਾਜ ਰੋਟੀ ਛਕ ਲੈਂਦਾ ਨਜ਼ਾਰਾ ਆ ਜਾਵੇ। ਉਹਨਾਂ ਨੇ ਅੱਖਾਂ ਖੋਲ੍ਹੀਆਂ, ਅੱਖਾਂ ਖੋਲ੍ਹ ਕੇ ਤੇ ਛਕ ਲਿਆ ਪ੍ਰਸ਼ਾਦਾ। ਤੇ ਬਾਬਾ ਜੀ ਨੇ 8 ਸਾਲ ਦੀ ਉਮਰ ਦੀ ਗੱਲ ਹੋ ਰਹੀ ਹੈ ਇੱਥੇ ਵੀ ਇਹ ਤੌਲੇ ਤੇ ਉਮਰ ਦਾ। ਕਹਿੰਦੇ ਮਹਾਰਾਜ ਹੋਰ ਖਾ ਲਓ। ਮਹਾਰਾਜ ਕਹਿੰਦੇ ਤ੍ਰਿਪਤੀ ਹੋ ਗਈ। ਕਹਿੰਦੇ ਜੀ ਫਿਰ ਕਿਰਪਾ ਕਰੋ ਇਹ ਦੱਸੋ ਵੀ ਸਰੀਰ ਦੀ ਤ੍ਰਿਪਤੀ ਹੋ ਗਈ, ਮਨ ਦੀ ਤ੍ਰਿਪਤੀ ਕਿਵੇਂ ਹੋਵੇ। ਉੱਥੇ ਉਹਨਾਂ ਨੇ ਕਿਹਾ ਵੀ ਹੈ ਤਾਂ ਬੱਚਾ ਤੂੰ ਕਰਦਾ ਬੁੱਢਿਆਂ ਵਾਲੀਆਂ ਗੱਲਾਂ। ਤਾਂ ਬਾਬਾ ਬੁੱਢਾ ਜੀ ਬਣੇ ਔਰ ਐਂਡ ਤੱਕ ਉਹਨਾਂ ਨੇ ਹੈੱਡ ਸਾਰਾ ਉਹਨਾਂ ਨੇ ਹੈੱਡ ਕੀਤਾ। ਗੁਰੂ ਗ੍ਰੰਥ ਸਾਹਿਬ ਵੀ ਹੱਥ ਨਾਲ ਉਹਨਾਂ ਨੇ ਲਿਖਿਆ ਜਦੋਂ ਪ੍ਰੀਤੀ ਚੰਦ ਖੋਹ ਕੇ ਲੈ ਗਏ ਸੀ ਦਮਦਮਾ ਸਾਹਿਬ। ਤੇ ਹੁਣ ਉਹ ਬੰਦੇ ਕੋਲ ਮੈਂ ਬੈਠਾ, ਉਹਨੇ ਸਾਰਾ ਸਿਸਟਮ ਜਿਹਾ ਬਣਾਇਆ। ਤੇ ਮੈਂ ਉਹਨੂੰ ਪੁੱਛਿਆ ਵੀ ਤੇਰੀ ਕਿਸ਼ਤ ਕਿੰਨੀ ਆਉਂਦੀ ਹੈ? 70,000 ਇਹਦੀ, ਫਲਾਣੀ ਇੰਨੀ। ਉਹਦੀ ਸੈਲਰੀ ਤੋਂ ਵੱਧ ਉਹਦੀ ਕਿਸ਼ਤ ਸੀ। 11 ਉਹਦੇ ਕੋਲ ਕਾਰਡ ਸੀ, ਰੱਬ ਜਾਣੇ ਕ੍ਰੈਡਿਟ ਕਾਰਡ, ਅਮਰੀਕਾ ਕਾਰਡ, ਫਲਾਣਾ ਕਾਰਡ। ਮੈਂ ਤਾਂ ਲੈਂਦਾ ਨਹੀਂ ਕਾਰਡ। ਤੇ ਮੈਂ ਕਿਹਾ ਚਲ ਕੁਛ ਮੈਨੇਜ ਕਰਦੇ ਆ ਤੇਰਾ। ਮੈਂ ਹਿਸਾਬ ਤਾਂ ਜਿਹਾ ਲਾਇਆ, ਮੈਨੇਜ ਤਾਂ ਕਿਵੇਂ ਹੋਵੇ? ਉਹ ਕਹਿੰਦਾ ਛੋੜ ਯਾਰ ਭਗਵਾਨ ਦੇਖੇਗਾ। ਮੈਂ ਕਿਹਾ ਭਾਈ ਬਾਤ ਤਾਂ ਠੀਕ ਹੈ, ਜੇ 1000 ਰੁਪਈਆ ਆਪਣੇ ਕੋਲ ਹੋਵੇ, 10,000 ਦੇਣਾ ਹੋਵੇ ਫਿਰ ਤਾਂ ਆਪਾਂ ਦੇਖੀਏ, ਲੱਖ ਦੇਣਾ ਫਿਰ ਵੀ ਦੇਖੀਏ। ਹੁਣ ਹੈਗਾ 1000 ਹੈ, ਦੇਣਾ 1 ਕਰੋੜ ਹੈ, ਫਿਰ ਤਾਂ ਭਗਵਾਨ ਹੀ ਦੇਖ ਸਕਦਾ ਤਾਂ ਇਸ ਤਰ੍ਹਾਂ ਅਟਕ ਗਏ ਅਸੀਂ, ਇਸ ਤਰ੍ਹਾਂ ਫਸ ਗਏ ਅਸੀਂ। ਬਿਲਕੁਲ। ਪਹਿਲਾਂ ਰੁਪਈਆ ਸਿੱਟਿਆ ਬਾਜ਼ਾਰ ਦੇ ਵਿੱਚ, ਫਿਰ ਚੀਜ਼ਾਂ ਸਿੱਟੀਆਂ ਬਾਜ਼ਾਰ ਦੇ ਵਿੱਚ, ਉਹਦੇ 'ਚ ਅਸੀਂ ਉਲਝਦੇ ਚਲੇ ਗਏ। ਤਾਂ ਮੈਂ ਕਦੀ ਵੀ ਇਹ ਨਹੀਂ ਸੀ ਚਾਹੁੰਦਾ ਕਿ ਜਿਹੜਾ ਜੀਵਨ ਹੈ, ਯਾਤਰਾ ਇਹ ਕੋਈ ਤੁਹਾਨੂੰ ਕੀ ਲੱਗਦਾ ਕੋਈ ਡੈਸਟੀਨੇਸ਼ਨ ਹੈ? ਡੈਸਟੀਨੇਸ਼ਨ ਤਾਂ ਹੈ ਨਹੀਂ। ਇਹ ਜਿਹੜੀ ਯਾਤਰਾ ਹੈਗੀ ਹੈ ਇਹ ਇੰਜੋਏਬਲ ਹੋਣੀ ਚਾਹੀਦੀ ਹੈ ਜਵਾਕਾਂ ਵਾਸਤੇ, ਨਾ ਕਿ ਜੇ ਤੁਸੀਂ ਖੁਦ ਹੀ ਨਹੀਂ ਰਸੋਗੇ, ਸ਼ੁਦਾਈ ਹੋ ਗਏ, ਤੇ ਉਹ ਪੈਸਾ ਤਾਂ ਤੁਹਾਡਾ ਤੁਸੀਂ ਕਿਸੇ ਕੰਮ ਨਹੀਂ ਹੈਗਾ। ਉਹ ਤੁਸੀਂ ਕਮਾ ਵੀ ਨਹੀਂ ਪਾਓਗੇ। ਇਫ ਯੂ ਆਰ ਇੰਟੈਂਗਲਡ ਤਾਂ ਤੁਸੀਂ ਕਮਾ ਵੀ ਨਹੀਂ ਪਾਓਗੇ। ਹੁਣ ਤੁਹਾਨੂੰ ਮੈਂ ਇੰਜਨ ਰਿਪੇਅਰ ਤੇ ਲਾ ਦਿੰਦਾ, ਤੁਸੀਂ ਕਰਕੇ ਦਿਖਾਓ ਮੈਨੂੰ, ਪਾਗਲ ਹੋ ਜਾਓਗੇ ਤੁਸੀਂ। ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਤਾਂ ਮੈਂ ਤੁਹਾਡੇ ਤੋਂ 24 ਘੰਟੇ ਕਰਵਾ ਲਵਾਂ। ਸੋ ਦਿਸ ਵਾਜ਼ ਦ ਰੀਜ਼ਨ। ਇਹ ਵੀ ਉਹੀ ਕਾਰਨ ਹੈ ਕਿਉਂਕਿ ਅਸੀਂ ਇਸ ਸਮੇਂ 'ਚੋਂ ਨੰਗੇ ਹੋਏ ਹਾਂ। ਮੇਰੀ ਬੇਨਤੀ ਸਮਝੋ, ਅਸੀਂ ਇਸ ਸਮੇਂ 'ਚੋਂ ਨੰਗੇ ਹੋਏ ਹਾਂ ਕਿ ਜੇ ਪਰੌਂਠੀ ਮੁੰਡੇ ਨੂੰ ਇਸ ਵੇਲੇ ਆਪਣੀ ਘਰ ਵਾਲੀ ਦੀ ਸਵਾਦ ਲੱਗ ਰਹੀ ਹੈ ਤਾਂ ਮੈਂ ਹੱਸ ਕੇ ਉਹਨੂੰ ਕਹੂੰਗਾ ਹਾਂ ਪੁੱਤਰਾ ਲੱਗਦੀ ਹੁੰਦੀ ਆ ਬੱਚੇ, ਸਾਨੂੰ ਵੀ ਲੱਗਦੀ ਸੀ, ਮੈਨੂੰ ਵੀ ਸਵਾਦ ਲੱਗ ਰਹੀ ਹੈ, ਵਾਕਈ ਸਵਾਦ ਲੱਗ ਰਹੀ ਹੈ। ਠੀਕ ਹੈ, ਉਹ ਫਿਰ ਉਹ ਵੀ ਢਲਦਾ ਸ਼ਾਇਦ ਉਵੇਂ ਹੀ ਹੁੰਦਾ। ਤੇ ਮੇਰੀ ਵਹੁਟੀ ਵੀ ਉਹਨੂੰ ਕਹੇ ਹਾਂ ਬੇਟਾ ਕੋਈ ਗੱਲ ਨਹੀਂ। ਸੋ ਮੈਂ ਫਿਰ ਕਿਸੇ ਤੇ ਉਹ ਨਹੀਂ ਗੱਲ ਕਰ ਰਿਹਾ, ਪਰ ਜ਼ਿੰਮੇਵਾਰੀ ਕਿਹਦੀ ਹੈ ਇਹ ਸਾਨੂੰ ਤੈਅ ਕਰਨੀ ਪਊਗੀ। ਜ਼ਿੰਮੇਵਾਰੀ ਆਪਣੀ ਨਿਭਾਉਣੀ ਪਊਗੀ, ਸੁਹਿਰਦਤਾ ਦੇ ਨਾਲ ਨਿਭਾਉਣੀ ਪਊਗੀ ਤੁਹਾਨੂੰ। ਤੋ ਇਹੀ ਇੱਕ ਕਾਰਨ ਸੀਗਾ ਕਿ ਅੱਜ ਮੈਨੂੰ ਨਹੀਂ ਲੱਗਿਆ ਕਿ ਦੇ ਸ਼ੁੱਡ ਵੇਸਟ ਦੇਅਰ ਲਾਈਫ। ਕਹਿਣ ਦੇ ਵਿੱਚ ਇਹ ਗੱਲ ਬੜੀ ਔਖੀ ਲੱਗਦੀ ਹੈ ਕਿ ਯਾਰ ਘੱਟ ਪੈਸੇ 'ਚ ਸਾਰ ਲਾਂਗੇ ਜਾਂ ਵੱਧ ਪੈਸੇ 'ਚ ਸਾਰ ਲਾਂਗੇ। ਮੈਨੂੰ ਐਕਸਪੈਰੀਮੈਂਟ ਕਰਨ ਦੀ ਆਦਤ ਹੈ, ਝੱਖੀ ਜਿਹਾ ਬੰਦਾ। ਮੈਂ ਨਾ ਇੱਥੇ ਤੁਹਾਨੂੰ ਮੈਂ ਲੈ ਚੱਲੂੰਗਾ ਕਦੀ, ਤੁਹਾਡੀ ਰੰਗ ਜ਼ਿੰਦਗੀ ਦਾ ਇੱਕ ਪ੍ਰੋਗਰਾਮ ਆਉਂਦਾ, ਉਹਦੇ 'ਚ ਆਪਾਂ ਮੈਂ ਤੁਹਾਨੂੰ ਮਿਲਾਊਂਗਾ ਉਸ ਕਰੈਕਟਰ ਨੂੰ। ਉਹ ਮੁੰਡਾ ਮੈਨੂੰ ਜਦੋਂ ਮਿਲਿਆ ਉਹਨੇ ਸਾਈਕਲ ਖਰੀਦਣਾ ਸੀ, ਅਤੇ ਸਾਡੇ ਸਰਦਾਰ ਜੀ ਨੇ ਮੋਟਰਸਾਈਕਲ ਖਰੀਦਿਆ ਸੀ, ਦਿੱਲੀ ਰਹਿੰਦੇ ਸੀਗੇ। ਉਹ ਹਾਰਲੇ ਡੇਵਿਡਸਨ ਨਵੇਂ ਆਏ ਸੀ ਉਦੋਂ, ਕਾਫੀ ਸਾਰੇ ਪੈਸਿਆਂ ਦਾ ਆਉਂਦਾ ਉਹ। ਤੋ ਜਿੰਨੇ ਸਾਰੇ ਪੈਸਿਆਂ ਦਾ ਉਹ ਕਹਿ ਰਹੇ ਸੀਗੇ ਉਸ ਤੋਂ ਥੋੜ੍ਹੇ ਘੱਟ ਪੈਸਿਆਂ ਦਾ ਮੈਂ ਕਿਹਾ ਭਰਾ ਲੈ ਲੈ, ਅਤੇ ਉਹ ਤੇ ਕਰਦੇ ਰਹਿਮ। ਉਹ ਕਹਿੰਦਾ ਬਾਪੂ ਜਿਹੜਾ ਲੈ ਰਿਹਾ ਨਾ ਉਹ ਵੀ ਸਸਤਾ ਲੈ ਰਿਹਾ, ਮੈਨੂੰ ਪਤਾ ਵੀ ਤੂੰ ਲੈ ਕੇ ਨਹੀਂ ਦੇ ਸਕਦਾ। ਠੀਕ ਹੈ, ਉਹ ਲੈ ਆਂਦਾ, ਆ ਗਿਆ, ਕਿਉਂਕਿ ਤੁਸੀਂ ਗਏ ਔਰ ਜਾ ਕੇ ਚੀਜ਼ ਲੈ ਆਂਦੀ। ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀ, ਉਹਦੇ ਗਾਜ ਵੀ ਸਾਫ਼ ਕਰਦੇ ਸੀ। ਇਹ ਨਾ ਜਿਹੜੀ ਸੀਟ 'ਤੇ ਬੈਠਦਾ ਬਸ ਉਨੀ ਕੀ ਸਾਫ਼ ਹੁੰਦੀ ਆ, ਬਾਕੀ ਸਾਫ਼ ਨਹੀਂ ਹੁੰਦੀ। ਉਹ ਖੜ੍ਹਾ ਰਿਹਾ। ਉਹ ਬੰਦਾ ਮੇਰੇ ਕੋਲ ਆਇਆ, ਮੈਨੂੰ ਜਾਣਦਾ ਨਹੀਂ ਸੀ। ਕਹਿੰਦਾ ਵੀਰ ਜੀ ਵੀ ਮੈਨੂੰ ਨਾ 400 ਰੁਪਈਆ ਚਾਹੀਦਾ। ਮੈਂ ਕਦੀ ਪੈਸੇ ਪੂਸੇ ਕਿਸੇ ਨੂੰ ਦਿੰਦਾ ਨਹੀਂ ਹੈਗਾ, ਘਟੀਆ ਆਦਮੀ ਹਾਂ ਮੈਂ, ਨਾ ਕਿਸੇ ਨੂੰ ਕੋਈ ਮਦਦ ਕਰਦਾ। ਇਹ ਕੋਈ ਇਹੋ ਜਿਹਾ ਮੇਰੇ ਦਿਮਾਗ 'ਚ ਸੋਸ਼ਲ ਵਰਕ ਵਾਲਾ ਫੰਡਾ ਨਹੀਂ ਹੈਗਾ। ਸਹਿਯੋਗ ਕਰ ਸਕਦਾ, ਜੇ ਕੋਈ ਬੰਦਾ ਕੋਸ਼ਿਸ਼ ਕਰ ਰਿਹਾ ਤਾਂ ਕੋਸ਼ਿਸ਼ ਕਰ ਸਕਦੇ। ਤਾਂ ਮੈਨੂੰ ਕਹਿੰਦਾ ਮੈਂ ਕੀ ਕਰਨਾ? ਕਹਿੰਦਾ ਬਾਬੂ ਜੀ ਮੈਂ ਸਾਈਕਲ ਲੈਣਾ। ਮੈਂ ਉਹਨੂੰ 400 ਰੁਪਏ ਦੇ ਦਿੱਤੇ। 700 ਰੁਪਏ ਦਾ ਸ਼ਾਇਦ ਸਾਈਕਲ ਲੈ ਕੇ ਆਇਆ ਪੁਰਾਣਾ, 200-300 ਉਹਦੇ ਕੋਲ ਹੋਣਾ ਆ।
ਪੁਰਾਣੀ ਬਨੈਣ ਧੋ ਕੇ ਪਾਈ ਹੋਈ ਪਿਓ ਦੇ ਪੁੱਤਰ ਨੇ, ਸਾਈਕਲ ਤੇ ਚੜਿਆ ਐ ਜਾਵੇ। ਹੁਣ ਉਹ ਜਿਹੜੇ ਇੰਨੇ ਲੱਖਾਂ ਰੁਪਏ ਖਰਚ ਕੇ ਉਹਨੂੰ ਨਹੀਂ ਮਿਲਿਆ, ਉਹ ਪਤੰਦਰ ਨੂੰ ਤਾਂ ਪੈਸੇ ਵਾਲਾ ਕੋਸ਼ੈਂਟ ਨਹੀਂ ਸੀਗਾ ਉਹ। ਆਈ ਵਾਜ਼ ਸਰਪ੍ਰਾਈਜ਼ਡ ਕਿ ਯਾਰ ਇਹ ਤਾਂ ਕੁਛ ਉਲਟ ਹੋ ਗਿਆ ਕੰਮ। ਫਿਰ ਮੈਂ ਉਹਨੂੰ ਕਿਹਾ ਮੈਂ ਤੇਰੇ ਘਰੇ ਰਹਿਣਾ, ਉਹ ਕਹਿੰਦਾ ਮਜ਼ਾਕ ਕਰਨਾ ਤੂੰ ਮੇਰੇ ਨਾਲ। ਠੰਡ ਪੈਂਦੀ ਸੀ ਪੂਰੀ, ਝੌਂਪੜੀ ਆ ਉਹਦੀ, ਘਰ ਹੈ ਉਹਦਾ, ਤੁਸੀਂ ਉਹਨੂੰ ਝੌਂਪੜੀ ਕਹਿ ਰਹੇ ਹੋ, ਇਹਨੂੰ ਘਰ ਕਹਿ ਦੇ, ਕੋਈ ਕਿਸੇ ਨੂੰ ਮਹਿਲ ਕਹਿ ਦੋਗੇ, ਕਿਸੇ ਨੂੰ ਕੁਛ ਕਹਿ ਦੋਗੇ ਤਾਂ ਤੁਹਾਡੀ ਵੋਕੈਬਲਰੀ ਹੈ। ਜਿੱਥੇ ਉਹ ਰਹਿ ਰਿਹਾ, ਖਾ ਰਿਹਾ, ਪਕਾ ਰਿਹਾ, ਉਹਦਾ ਘਰ ਹੈ, ਉਹਦਾ ਘਰ ਹੈ ਬਿਲਕੁਲ। ਉਹਦੇ ਘਰ 'ਚ ਚਲਾ ਗਿਆ। ਤਾਂ ਮੈਂ ਉੱਥੇ ਦੇਖਿਆ ਕਿ ਨਾ ਜਿੰਨੇ ਵੀ ਉਹਦੇ ਪਰਿਵਾਰ ਦੇ ਮੈਂਬਰ ਸੀਗੇ, ਕਿਸੇ ਕੋਲ ਬਹੁਤ ਜ਼ਿਆਦਾ ਗਰਮ ਕੱਪੜੇ ਨਹੀਂ ਸੀ, ਜਰਾਬਾਂ ਤਾਂ ਛੱਡੇ ਦਿਓ, ਮਾੜਾ ਮੋਟਾ ਉਹ ਸੀਗਾ। ਬਾਰਿਸ਼ ਵੀ ਪਈ ਉਸ ਦਿਨ, ਕਿਰਪਾ ਕੀਤੀ ਕੁਦਰਤ ਨੇ ਵੀ ਤੈਨੂੰ ਪੂਰਾ ਲਵਾਂਗੇ ਟ੍ਰੇਨਿੰਗ, ਹੈ ਨਾ ਫਿਕਰ ਕਰ। ਉਹ ਟਿਪਕ ਰਿਹਾ ਅੰਦਰ, ਠੰਡ ਐ, ਤੁਹਾਡੇ ਹੱਡ ਜਿਹੜੇ ਨਾ ਖੜਖੜਾ ਰਹੇ ਨੇ। ਉਦੋਂ ਮੈਨੂੰ ਇੱਕ ਗੱਲ ਹੋਰ ਸਮਝ ਆਈ ਕਿ ਜਿੰਨੀਆਂ ਤੁਹਾਡੇ ਕੋਲੇ ਸਹੂਲਤਾਂ ਹੁੰਦੀਆਂ ਨੇ ਨਾ, ਓਨੀ ਤੁਹਾਨੂੰ ਠੰਡ ਜ਼ਿਆਦਾ ਲੱਗਦੀ ਹੈ, ਉਹਨਾਂ ਦੁੱਖ ਤੁਹਾਨੂੰ ਜ਼ਿਆਦਾ ਲੱਗਦਾ। ਤੁਹਾਨੂੰ ਪਤਾ ਮੈਂ ਘਰ ਜਾਣਾ, ਕਲਾਈਮੇਟ ਕੰਟਰੋਲ ਏਸੀ ਲੱਗਿਆ ਹੋਇਆ, ਜਾਂਦੇ ਨੂੰ ਕੰਬਲ ਨੇ, ਉਦੋਂ ਬਾਅਦ ਜਾਂਦੇ ਨੂੰ ਗਰਮ ਦੁੱਧ, ਤੁਹਾਨੂੰ ਠੰਡ ਲੱਗੀ ਹੀ ਜਾਣੀ ਹੈ। ਸੋ ਇਹ ਜਿਹੜੀ ਗਰਮੀ ਸਰਦੀ, ਇਹ ਸਾਰੀਆਂ ਚੀਜ਼ਾਂ ਨੇ, ਆਮ ਨੋਟ ਟਰਾਈਂਗ ਟੂ ਸਾਊਂਡ ਲਾਈਕ ਅ ਬਾਬਾ ਔਰ ਅ ਫਿਲੋਸੋਫਰ, ਇਸ ਤਰ੍ਹਾਂ ਨਹੀਂ ਮੈਂ ਕਰ ਰਿਹਾ। ਮੈਂ ਸਿਰਫ ਸੁਹਿਰਦ ਹੋਣ ਦੀ ਗੱਲ ਕਰ ਰਿਹਾ। ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਪੈਸਾ ਨਹੀਂ ਕਮਾਉਣਾ ਚਾਹੀਦਾ, ਤੁਹਾਨੂੰ ਖੂਬ ਪੈਸਾ ਕਮਾਉਣਾ ਚਾਹੀਦਾ। ਮਸਲਾ ਇਹ ਹੈ ਕਿ ਪੈਸਾ ਕਮਾਉਂਦੇ ਕਿਵੇਂ ਹੋ ਔਰ ਉਹਨੂੰ ਖਰਚਦੇ ਕਿਵੇਂ ਹੋ। ਕਿਆ ਤੁਹਾਨੂੰ ਦਿਖਾਉਣ ਵਾਸਤੇ ਮੈਂ ਕਾਰ ਖਰੀਦ ਰਿਹਾ? ਨਹੀਂ, ਮੇਰੀ ਜ਼ਰੂਰਤ ਹੈ, ਮੈਨੂੰ ਸ਼ੌਂਕ ਹੈ, ਮੈਨੂੰ ਮਜ਼ਾ ਆ ਰਿਹਾ ਹੈ, ਗੋ ਹੈਡ ਡੂ ਇਟ। ਸਾੜਨੇ ਪੈਸੇ ਸਾੜ ਦੇਣਾ, ਇਸ ਤਰ੍ਹਾਂ ਨਾ ਕਹੋ, ਪਰ ਮਤਲਬ ਵਟ ਆਈ ਐਮ ਟਰਾਈਂਗ ਟੂ ਸੇ ਇਜ਼ ਕਿ ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਨੇ ਜੀ ਇਹ। ਤੋ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਬੱਚੇ ਫਸ ਰਹੇ ਨੇ ਕਿਉਂਕਿ ਤੁਸੀਂ ਡਿਸਾਈਡ ਕਰ ਰਹੇ ਹੋ ਕੀ ਕਰਨਗੇ, ਤੁਹਾਨੂੰ ਆਪਣੇ ਕੈਰੀਅਰ ਦਾ ਪਤਾ ਸੀ ਤੁਸੀਂ ਕੀ ਡਿਸਾਈਡ ਕਰੋਗੇ। IIT ਦਾ ਟੌਪਰ ਹੈ, ਉਹਨੂੰ ਨਹੀਂ ਪਤਾ ਕਿ ਉਹਨੇ ਕੀ ਆਪਣੇ ਜੀਵਨ 'ਚ ਕਰਨਾ। ਇਸ ਤਰ੍ਹਾਂ ਦਾ ਸਾਡਾ ਸਿਸਟਮ ਹੈਗਾ। ਤੋ ਮੈਨੂੰ ਤਾਂ ਇਹੀ ਲੱਗਦਾ ਕਿ ਅਸੀਂ ਫਿਰ ਉਹਨਾਂ ਨੂੰ ਕਿਹਾ ਕਿ ਛੱਡ ਦਿਓ। ਉਹ ਕੰਸਰਨਡ ਸੀ ਘਾਟਾ ਪਏਗਾ। ਉਹ ਮੈਂ ਕਿਹਾ ਘਾਟਾ ਤਾਂ ਪਹਿਲਾਂ ਹੀ ਬਹੁਤ ਪੈ ਗਿਆ। ਕਹਿੰਦਾ ਕਿਵੇਂ? ਮੈਂ ਜਦ ਦੇ ਤੁਸੀਂ ਜੰਮੇ ਹੋ ਹੁਣ ਤੱਕ ਕਿੰਨਾ ਖਾਣਾ ਖਾ ਗਏ, ਘਾਟਾ ਹੀ ਹੈ ਸਾਰਾ। ਉਹ ਕਹਿੰਦਾ ਬਾਪੂ ਇਹ ਕਿਹੋ ਜਿਹੀ ਗੱਲ ਕਰਤੀ। ਮੈਂ ਕਿਹਾ ਇਹ ਜਿਹੜੀਆਂ ਚੀਜ਼ਾਂ ਨੇ ਹੰਡਾਉਣ ਵਾਸਤੇ ਨੇ, ਇਹ ਚੀਜ਼ਾਂ ਮਰਨ ਵਾਸਤੇ ਨਹੀਂ ਹੈ। ਕੋਈ ਚੱਕਰ ਨਹੀਂ ਹੈਗਾ, ਫੇਰ ਕਮਾਵਾਂਗੇ, ਹੋਰ ਕਮਾਵਾਂਗੇ, ਜਿਵੇਂ ਵੀ ਕਰਨਾ। ਤੋ ਮੈਂ ਹੁਣ ਵੀ ਕਹਿ ਰਿਹਾ, ਮੇਰੀ ਗੱਲ ਦੇ ਹਿਸਾਬ ਨਾਲ ਨਹੀਂ ਚੱਲਣਾ ਸਾਰਿਆਂ ਨੇ। ਬੇਵਕੂਫੀ ਦੇਖੋ, ਲਾਪਰਵਾਹੀ ਅਤੇ ਬੇਪਰਵਾਹੀ ਦੇ ਵਿੱਚ ਬਹੁਤ ਫਰਕ ਹੈ। ਪੂਰਾ ਐਫਰਟ ਤੁਹਾਨੂੰ ਲਗਾਉਣਾ ਚਾਹੀਦਾ, ਸੋਚ ਸਮਝ ਕੇ ਕੰਮ ਕਰਨਾ ਚਾਹੀਦਾ, ਰਿਸ਼ਤੇ ਬਣਾਉਣੇ ਚਾਹੀਦੇ ਨੇ। ਇੱਕ ਨਾ ਵਰਡ ਅੱਜ ਕੱਲ੍ਹ ਆ ਗਿਆ, ਹਿਊਮਨ ਰਿਸੋਰਸ ਡਿਪਾਰਟਮੈਂਟ। ਖਣਿਜ ਰਿਸੋਰਸ ਹੋ ਸਕਦਾ, ਹਿਊਮਨ ਰਿਸੋਰਸ ਥੋੜ੍ਹਾ ਹੋਊਗਾ, ਹਿਊਮਨ ਪੋਸੀਬਿਲਿਟੀ ਹੈ। ਇੱਕ ਇਨਸਾਨ ਇੱਕ ਪੋਸੀਬਿਲਿਟੀ ਹੈ, ਇੱਕ ਇਨਸਾਨ ਕੁਛ ਵੀ ਬਣ ਸਕਦਾ। ਜਦੋਂ ਕਾਰਪੋਰੇਟ ਵਾਲੇ ਉਹਨੂੰ ਹਿਊਮਨ ਰਿਸੋਰਸ ਦੇਖਦੇ ਨੇ ਤਾਂ ਨਾ ਤਾਂ ਉਹਦੇ ਤੋਂ ਪੂਰੀ ਆਊਟਪੁੱਟ ਲੈ ਸਕਦੇ ਨੇ ਅਤੇ ਨਾਲੇ ਉਸ ਬੰਦੇ ਦੀ ਵੀ ਐਸੀ ਤੈਸੀ ਫੇਰ ਦਿੰਦੇ। ਤਾਂ ਸਾਡੇ ਬੱਚੇ, ਸਾਡੇ ਮਾਂ-ਬਾਪ, ਅਸੀਂ ਖੁਦ ਆਪ ਇੱਕੋ ਹੀ ਹਾਂ। ਤੁਸੀਂ ਬੇਟੀ ਸੀ, ਮੈਂ ਤੁਹਾਡੀ ਉਹ ਫੋਟੋ ਬੜੀ ਸੋਹਣੀ ਦੇਖਦਾ ਜੀ, ਤੁਸੀਂ ਆਪਣੀ ਮੰਮੀ ਔਰ ਆਪਣੇ ਨਾਲ ਲਈ। ਇਟ ਇਜ਼ ਯੂ ਆਰ ਦ ਸੇਮ ਹਿਊਮਨ ਬੀਇੰਗ। ਕੱਲ੍ਹ ਨੂੰ ਦਾਦੀ ਪੜਦਾਦੀ ਲੱਕੜਦਾਦੀ ਵੀ ਬਣੋਗੇ, ਉਹੀ ਇਨਸਾਨ ਹੈ। ਉਹਨੂੰ ਉਸੇ ਤਰ੍ਹਾਂ ਦੇਖੋ ਕਿ ਮੈਂ ਆ, ਇਹ ਮੇਰਾ ਪਿਓ ਮੈਨੂੰ ਇਸ ਤਰ੍ਹਾਂ ਦੇਖੇ ਵੀ ਮੈਂ ਆ, ਇਹ ਜਿਹੜੀਆਂ ਨਲਾਇਕੀਆਂ ਪਤੰਦਰ ਕਰ ਰਿਹਾ ਮੈਂ ਕਰ ਰਿਹਾ, ਇਹ ਨਹੀਂ ਕਰ ਰਿਹਾ। ਅੱਜ ਹੁਣ ਉਹ ਫਰਜ਼ ਮੇਰਾ ਹੈਗਾ। ਮੈਂ ਦੇਖਦਾ ਆਪਣੇ ਬੱਚਿਆਂ ਵੱਲ, ਬਹੁਤ ਚੀਜ਼ਾਂ 'ਤੇ ਮੈਨੂੰ ਖਿਝ ਵੀ ਚੜ੍ਹਦੀ ਹੈ। ਹਾਂ, ਹੁਣ ਉਹ ਫੇਰ ਲੱਗਿਆ ਹੋਇਆ ਨਲਾਇਕ ਵੀ ਮੈਂ ਇੱਥੇ ਪੈਸੇ ਲਾਣੇ, ਮੈਂ ਤੂੰ ਛੱਡ ਦੇ ਯਾਰ ਇਹਨੂੰ। ਬਟ ਮੈਨੂੰ ਲੱਗਦਾ ਕਿ ਉਹ ਸਮਝਣਾ ਮੈਨੂੰ ਪਊਗਾ, ਜਾਂ ਤਾਂ ਮੈਂ ਉਹਨੂੰ ਸਮਝਾ ਲਵਾਂ, ਮੇਰਾ ਰੰਗ ਉਹਦੇ 'ਤੇ ਚੜ੍ਹ ਜਾਵੇ, ਥੋਪਣ ਵਾਲਾ ਕੰਮ ਨਹੀਂ ਹੈਗਾ। ਮੈਨੂੰ ਇਸ ਤਰ੍ਹਾਂ ਲੱਗਦਾ ਜੀ। ਹਾਂਜੀ, ਮੈਨੂੰ ਲੱਗਦਾ ਕਿ ਸਾਨੂੰ ਇਸ ਪੀਕ ਤੇ ਪ੍ਰੋਗਰਾਮ ਛੱਡਣਾ ਚਾਹੀਦਾ ਜੀ, ਹੈ ਨਾ ਜੀ। ਆਖਰੀ ਸਵਾਲ ਇਹ ਆ, ਤੁਸੀਂ ਹੁਣ ਤੱਕ ਕੀ ਸੋਚ ਕੇ ਕਮਾਇਆ ਜਾਂ ਕਮਾ ਰਹੇ ਹੋ? ਆਖਰੀ ਸਵਾਲ ਹੈ ਆਪਣਾ।
ਇੱਕ ਸਵਾਲ ਇਹਦਾ ਇੱਕ ਜਵਾਬ ਮੈਂ ਤੁਹਾਡੇ ਬਿਨਾਂ ਕਹੇ ਦਊਂਗਾ, ਜਿਹੜਾ ਲੰਬਾ ਹੋ ਜਾਊਗਾ ਕੱਟ ਦੇਣਾ ਵਿੱਚ, ਬਹੁਤ ਜਬੜੀਆਂ ਮਾਰੀਆਂ ਨੇ ਆਪਾਂ। ਛੋਟਾ ਜਿਹਾ ਸਵਾਲ ਅਖੀਰ ਤੇ ਮੈਂ ਪੁੱਛਣਾ ਕਿਆ ਚਾਹਾਂ। ਬਾਤ ਹੈ। ਦੇਖੋ ਉਹ ਪੁਆਇੰਟ ਮੈਂ ਜ਼ਰੂਰ ਸਾਹਮਣੇ ਲੈ ਕੇ ਆਉਣਾ ਸੀ ਕਿ ਬਹੁਤ ਰੀਸੈਂਟ ਇੰਸੀਡੈਂਟ ਹੈ ਔਰ ਹੁਣੇ ਹੀ ਹੋਇਆ, ਤਾਂ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਸ਼ੇਅਰ ਕਰਾਂ। ਮੈਂ ਕਿਵੇਂ ਪੈਸੇ ਕਮਾ ਰਿਹਾ? ਮੈਂ ਪੈਸੇ ਨਹੀਂ ਕਮਾ ਰਿਹਾ, ਆਪਣੇ ਆਪ ਹੀ ਆ ਜਾਂਦੇ ਨੇ। ਕੀ ਸੋਚ ਕੇ? ਜਿਵੇਂ ਹਾਂ ਯੈਸ, ਮੈਂ ਦੱਸਦਾ ਤੁਹਾਨੂੰ। ਮੈਂ ਸਾਰਿਆਂ ਦਾ ਜੀਵਨ ਤੁਹਾਡਾ ਜਿਵੇਂ ਸ਼ੁਰੂ ਹੋਇਆ ਉਵੇਂ ਹੀ ਮੇਰਾ ਸ਼ੁਰੂ ਹੋਇਆ। ਪਰਿਸਥਿਤੀਆਂ ਅਲੱਗ ਹੋਣਗੀਆਂ, ਆਸ-ਪਾਸ ਅਲੱਗ ਹੋਊਗਾ, ਬਟ ਬੇਸਿਕ ਇੱਕ ਖਾਕਾ ਤਾਂ ਉਹੀ ਹੈ ਕਿ ਤੁਸੀਂ ਪੜ੍ਹ ਲਏ, ਹੁਣ ਤੁਸੀਂ ਕੈਰੀਅਰ ਬਣਾਉਣਾ, ਪੈਸੇ ਬਣਾਉਣੇ ਨੇ। ਰੁਪਿੰਦਰ ਨੇ ਲੰਬੀ ਕਾਰ ਲੈਂਦੀ, ਇਸ ਤੋਂ ਲੰਬੀ ਲੈ ਕੇ ਆਉਣੀ ਹੈ। ਘਰ ਗੁਰਦੀਪ ਤੋਂ ਵੱਡਾ ਬਣਾਉਣਾ। ਤਾਂ ਸੌਰੀ ਮੈਂ ਤੁਹਾਨੂੰ ਤੁਹਾਡਾ ਨਾਂ ਲੈ ਕੇ ਜੀਜੂ ਮੇਰੇ ਤੋਂ ਕਿਹਾ ਨਹੀਂ ਜਾਂਦਾ, ਮੇਰੇ ਤੋਂ ਦੂਰ ਮੇਰੇ ਦੂਰ ਜੇ ਹੁੰਦੇ ਲੱਗਦੇ ਮੈਨੂੰ ਜਿਵੇਂ ਜੀ ਕਹਿਣਾ। ਤਾਂ ਤੇ ਉਹ ਰੱਟ ਦੇ ਵਿੱਚ ਅਸੀਂ ਫਸੇ ਹੋਏ ਹਾਂ, ਇੱਕ ਚੱਕਰ ਵੀ ਉਹਦੇ ਵਿੱਚ ਫਸੇ ਹੋਏ ਹਾਂ। ਸੁੰਨ ਹੋਏ ਹੋ, ਤੁਹਾਡੀ ਮੱਤ ਮਾਰੀ ਹੋਈ ਹੈ, ਤੁਹਾਡੀ ਨਹੀਂ ਮੇਰੀ ਕਹਾਮ ਹੈ। ਤੁਸੀਂ ਜੋ ਵੀ ਕੁਝ ਕਰ ਰਹੇ ਹੋ ਇੱਕ ਨਿਰਧਾਰਿਤ ਟਰੈਕ ਵਾਸਤੇ ਕਰ ਰਹੇ ਹੋ। ਮੇਰਾ ਦੋਸਤ ਸੀ, ਮੈਂ ਉਹਨੂੰ ਪੁੱਛਿਆ ਜਦੋਂ ਮੈਂ ਸ਼ੁਰੂ ਕੀਤਾ ਕੈਰੀਅਰ, ਆਹੀ ਤੁਹਾਡੇ ਵਰਗਾ ਸਵਾਲ। ਮੈਂ ਕਿਹਾ ਕਪੂਰ ਸਾਹਿਬ ਇੱਕ ਗੱਲ ਹੈ ਯਾਰ, ਜਿੱਦਣ 10 ਲੱਖ ਰੁਪਈਆ ਹੋ ਗਿਆ ਨਾ ਆਪਣੇ ਕੋਲ, ਆਪਾਂ ਕੰਮ ਨਹੀਂ ਕਰਨਾ। ਉਸ ਤੋਂ ਬਾਅਦ 10 ਲੱਖ ਰੁਪਏ ਰੱਖ ਦੇਣਾ ਬੈਂਕ 'ਚ, 10,000 ਰੁਪਇਆ ਆਊਗਾ ਵਿਆਜ, 1000 ਰੁਪਈਆ ਇਹ ਫਲਾਉਣਾ, ਇਹਦੇ 'ਚੋਂ ਇੰਨੇ ਪੈਸੇ ਬਚ ਗਏ। ਕਹਿੰਦਾ ਮੇਰੀ ਗੱਲ ਸੁਣ, ਜ਼ਿੰਦਗੀ ਦੇ ਵਿੱਚ ਸਿਕਿਉਰਿਟੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਤੂੰ 10 ਲੱਖ ਕਹਿੰਦਾ, ਤੂੰ 1000 ਕਰੋੜ 10,000 ਕਰੋੜ ਕਮਾ ਲੈ, ਉਹਦੀ ਵੀ ਕੋਈ ਸਿਕਿਉਰਿਟੀ ਨਹੀਂ ਹੈਗੀ। ਇਹ ਤਾਂ ਇੱਕ ਸਕਿੰਟ ਦੇ ਵਿੱਚ ਕਿੱਧਰੋਂ ਕਿੱਧਰ ਹੋ ਜੇ ਕੋਈ ਪਤਾ ਨਹੀਂ ਹੈਗਾ। ਤੋ ਸਾਡੀ ਪ੍ਰੋਬਲਮ ਹਿੰਦੁਸਤਾਨੀਆਂ ਦੀ ਵਿੱਚੇ ਮੇਰੇ ਸਭ ਤੋਂ ਅੱਗੇ ਲਾ ਲਓ ਲਾਈਨ ਦੇ ਵਿੱਚ, ਉਹ ਹੈ ਇਨਸਿਕਿਉਰਿਟੀ। ਜਿੰਨਾ ਤੁਸੀਂ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਹੋ, ਉਨੇ ਹੋਰ ਇਨਸਿਕਿਉਰ ਬਣੀ ਜਾਂਦੇ ਹੋ। ਪੁੱਤਰ ਦਾਦੇ ਪਤੜ ਪੂਤ ਕਪੂਤ ਤੋਂ ਕਿਉਂ ਧਨ ਸੰਚੇ, ਜੇ ਪੁੱਤਰ ਤੇਰਾ ਕਪੂਤ ਹੈ, ਧੀ ਵੀ ਜੋੜ ਲਓ ਇਹਦੇ 'ਚ, ਤੇ ਪੈਸੇ ਇਕੱਠੇ ਕਰਕੇ ਕਰੇਂਗਾ ਉਡਾ ਦੇਣੇ ਨੇ। ਪੂਤ ਸਪੂਤ ਤੋਂ ਕਿਉਂ ਧਨ ਸੰਚੇ, ਜੇ ਸਪੂਤ ਫਿਰ ਤੈਨੂੰ ਕੀ ਦਿੱਕਤ ਹੈ ਯਾਰ। ਬਟ ਅਸੀਂ ਇਹ ਇਨਸਿਕਿਉਰਿਟੀਜ਼ ਨੂੰ ਤੋੜ ਨਹੀਂ ਪਾਉਂਦੇ। ਤਾਂ ਮੈਂ ਜੋ ਕਰਿਆ ਪਹਿਲਾਂ, ਅੱਜ ਜਾਂ ਕੱਲ੍ਹ ਵੀ ਕਰੂੰਗਾ, ਮੈਂ ਉਹ ਕਰਦਾ ਜਿਹਦੇ ਮੈਨੂੰ ਮਜ਼ਾ ਆਉਂਦਾ। ਅਤੇ ਉਹਦੇ ਰਿਸੋਰਸਿਸ ਦੇ ਵਿੱਚ ਜੋ ਮੈਨੂੰ ਜਨਰੇਟ ਹੁੰਦਾ, ਜੋ ਵੀ ਜਨਰੇਟ ਹੁੰਦਾ, ਉਹੀ ਸਾਡਾ ਸਰਮਾਇਆ ਹੈ। ਇਸੇ ਕਰਕੇ ਮੈਂ ਕਿਹਾ ਮੈਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹਾਂ। ਹਰ ਆਦਮੀ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ। ਪ੍ਰੋਬਲਮ ਸਿਰਫ ਇੱਕੋ ਹੀ ਹੈ ਕਿ ਅਸੀਂ ਇੱਕ ਲੱਤ ਅੱਗੇ ਚੱਕ ਕੇ ਰੱਖੀ ਹੋਈ ਹੈ। 5,000 ਵਾਲੇ ਨੂੰ ਸਿਰਫ 500 ਹੋਰ ਚਾਹੀਦਾ, 50,000 ਕਰੋੜ ਵਾਲੇ ਨੂੰ ਸਿਰਫ ਥੋੜ੍ਹਾ ਜਿਹਾ ਹੋਰ ਚਾਹੀਦਾ, ਉਹਨੂੰ ਜ਼ਿਆਦਾ ਨਹੀਂ ਚਾਹੀਦਾ। ਪੁਲਿਸ ਵਾਲੇ ਕਹਿੰਦੇ ਲੱਤਾਂ ਖਿੱਚ ਕੇ ਪਾੜ ਦਿੰਦੇ ਨੇ ਵਿੱਚੋਂ। ਤਾਂ ਜੇ ਤੁਹਾਡੀ ਲੱਤ ਅੱਗੇ ਰੱਖੀ ਹੋਈ ਹੈ ਨਾ, ਤੁਸੀਂ ਵਿੱਚੋਂ ਫਟਣਾ ਹੀ ਫਟਣਾ। ਠੀਕ ਹੈ। ਉਹ ਮੇਰੀ ਬੀਵੀ ਕਈ ਵਾਰ ਮੈਂ ਤੰਗ ਹੋਈ, ਤੂੰ ਫਿਲਾਸਫੀ ਘੋਟੀ ਜਾਣਾ। ਮੈਂ ਕਿਹਾ ਮੇਰੀ ਗੱਲ ਸੁਣਦਾ ਇੱਕ ਪੰਜਾਬੀ 'ਚ, ਇੱਕ ਕਦਮ ਪਿੱਛੇ ਚੱਕ ਲਓ ਸਾਰੇ ਜਣੇ, ਜਿੱਥੇ ਵੀ ਉਹ ਖੜਾ, ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ। ਇਹ ਸਵਾਲ ਹੀ ਸਿਰਫ ਇੰਨੇ ਕੁ ਦਾ ਹੈ, ਇੰਨੇ ਬੜੇ ਦਾ ਤਾਂ ਸਵਾਲ ਹੀ ਨਹੀਂ ਹੈਗਾ। ਸਹੀ। ਤਾਂ ਮੈਂ ਤੁਹਾਡਾ ਸਵਾਲ ਵੀ ਮੈਂ ਲੈ ਲੂੰਗਾ, ਕਿਉਂਕਿ ਵਿਸਰ ਜੂੰਗਾ, ਦਿਮਾਗ ਮੋਟਾ ਸਰੀਰ ਵਾਂਗੂ, ਮੈਂ ਭੁੱਲ ਜਾਣਾ ਗੱਲ। ਅਸੀਂ ਸਮਾਜਿਕ ਤਾਣੇ ਬਾਣੇ ਦੀ ਗੱਲ ਕਰ ਰਹੇ ਸੀਗੇ। ਇੱਕ ਕੁੜੀ ਉਮਰ ਅਡੋਲੈਸੈਂਟ ਮਤਲਬ ਸੀਗੀ, ਬਾਲਗ, ਉਹ 22-23 ਸਾਲ, ਬਹੁਤ ਪੁਰਾਣੀ ਨਹੀਂ, ਹੁਣੇ ਥੋੜ੍ਹੀ ਦੇਰ ਪੁਰਾਣੀ ਗੱਲ ਕਰਦਾ। ਉਹਦਾ ਕਿਸੇ ਨਾਲ ਪਿਆਰ ਹੋ ਗਿਆ। ਇਨਫੈਕਚੁਏਸ਼ਨ ਹੁੰਦੀ ਹੈ, ਕੀ ਹੁੰਦੀ ਹੈ ਕੀ ਨਹੀਂ ਪਤਾ ਨਹੀਂ। ਉਹ ਕੁੜੀ ਸੀ ਬਾਜ਼ੀਗਰਾਂ ਦੀ, ਮੈਨੂੰ ਨਾਂ ਨਹੀਂ ਸੀ ਲੈਣਾ ਚਾਹੀਦਾ ਜ਼ਿਆਦਾ, ਬਟ ਠੀਕ ਹੈ, ਇਟਸ ਓਕੇ ਜੋ ਹੈ ਜਾਂ ਜਿਵੇਂ। ਉਹ ਦੂਸਰੇ ਸੀਗੇ ਹਰੀਜਨ ਸਮਾਜ ਦੇ ਵਿੱਚੋਂ ਵੱਡਾ। ਉਹਦੇ ਮਾਂ-ਬਾਪ ਆਏ, ਉਹ ਕੁੜੀ ਦੀ ਆਮ ਟਵਿਸਟ ਕੀਤੀ, ਉਹਦੇ ਪਿਓ ਨੇ ਤਪੇੜ ਮਾਰਿਆ ਬਰਾਬਰ ਦੀ ਧੀ ਨੂੰ। CCTV ਕੈਮਰੇ ਦੇ ਵਿੱਚ ਉਹ ਪਕੜਿਆ ਗਿਆ। ਉਹ ਕੁੜੀ ਜਾਨ ਜੂਨ ਦੇਣ ਨੂੰ ਵੀ ਗਈ, ਜਾਂ ਜਿਵੇਂ ਵੀ ਅਸੀਂ ਕਿਸੇ ਤਰ੍ਹਾਂ ਇਨਵੋਲਵ ਹੋ ਗਏ ਉਹਦੇ ਵਿੱਚ। ਇਨਵੋਲਵ ਹੋ ਗਏ ਤਾਂ ਮੈਂ ਉਹ ਬੰਦੇ ਨੂੰ ਕਿਹਾ, ਮੈਂ ਕਿਹਾ ਦੇਖ ਗੱਲ ਸੁਣ, ਹੱਥ ਚੱਕਣਾ ਤਾਂ ਕੋਈ ਗੱਲ ਨਹੀਂ ਬਣਦੀ। ਉਹਨਾਂ ਦੀ ਆਪਣਾ ਸਾਰਾ ਮਹੱਲਾ ਇਕੱਠਾ ਕਰ ਲਿਆ ਹੈ, ਪੂਰੀ ਬਰਾਦਰੀ। ਉਹ ਕਹਿੰਦੇ ਜੀ ਪਿਓ ਆਪਣੇ ਬੱਚੇ ਨੂੰ ਮਾਰ ਵੀ ਨਹੀਂ ਸਕਦਾ, ਤੁਸੀਂ ਉਹਨੂੰ ਗਲਤ ਠੀਕ 'ਚ ਨਾ ਜਾਓ, ਤੁਸੀਂ ਉਹਦੀ ਮਾਨਸਿਕਤਾ ਦੇਖੋ ਕਿੱਥੇ ਖੜੀ ਹੈ, ਵੀ ਇਹਨੂੰ ਪਿਓ ਬੱਚੇ ਨੂੰ ਮਾਰ ਵੀ ਨਹੀਂ ਸਕਦਾ। ਮੈਂ ਕਿਹਾ ਮੈਂ ਪਿਓ ਹਾਂ ਇਹਦਾ ਇਸ ਵੇਲੇ, ਤਾਂ ਤੂੰ ਇਹ ਗੱਲ ਸਮਝ ਲੈ। ਉਹ ਜਿੰਨਾ ਉਹਨਾਂ ਦਾ ਮਹੱਲਾ, ਉਹਦਾ ਤੁਹਾਨੂੰ ਪਤਾ ਪੋਲੀਟਿਕਸ ਇਹ ਸਭ ਕੁਝ ਜੁੜਿਆ ਹੁੰਦਾ, ਉਹ ਸਾਰੇ ਜਣੇ ਇਹ ਰੌਲਾ ਉਹਨਾਂ ਨੇ ਪਾਲਿਆ। ਕਹਿੰਦੇ ਜੀ ਇਹਨੇ ਕੁੜੀ ਨੇ ਗਲਤ ਕਰਿਆ, ਮੈਂ ਗਲਤ ਠੀਕ ਦਾ ਫੈਸਲਾ ਬਾਅਦ 'ਚ ਕਰਾਂਗੇ, ਵੀ ਤੁਸੀਂ ਇਹਨੂੰ। ਕਹਿੰਦਾ ਜੀ ਅਸੀਂ ਤਾਂ ਉਹਨੂੰ ਮੁੰਡੇ ਨੂੰ ਮਾਰਾਂਗੇ, ਹੁਣ ਦੀ ਗੱਲ ਹੈ ਇਹ।
ਇੰਟਰਕਾਸਟ ਮੈਰਿਜ ਅਸੀਂ ਕਰਨੀ, ਆਨਰ ਕਿਲਿੰਗ ਕਰਾਂਗੇ। ਪੜ੍ਹੇ ਲਿਖੇ ਮੁੰਡੇ, ਉਹਦੇ ਭਰਾ ਸੋਹਣੇ ਸੁਨੱਖੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਵਿਆਹ ਕਰਨਾ ਨਾ ਕਰਨਾ ਤਾਂ ਆਪਾਂ ਬਾਅਦ 'ਚ ਸੋਚਾਂਗੇ ਸਾਰਾ, ਤੁਸੀਂ ਆਹ ਕੀੜਾ ਤਾਂ ਦਿਮਾਗ 'ਚੋਂ ਨਿਕਾਲੋ। ਨਹੀਂ ਨਿਕਲਦਾ। ਉਧਰੋਂ ਉਹ ਇਕੱਠੇ ਹੋ ਗਏ ਦੂਸਰੇ ਬੰਦੇ, ਮਜਮਾ ਬਣ ਗਿਆ ਜੀ, ਆਪਾਂ ਵਿੱਚ ਖੜੇ ਉੱਥੇ। ਹੁਣ ਨੂੰ ਤਾਂ ਮੈਂ ਕਹਿੰਦਾ ਛੱਡ ਯਾਰ ਦਫਾ ਕਰ, ਮੈਂ ਕੀ ਲੈਣਾ ਦੇਣਾ, ਆਪੇ ਨਿਬੜੀ ਜਾਣਗੇ, ਕਿਉਂਕਿ ਦੁਸ਼ਮਣੀ ਮੇਰੇ ਨਾਲ ਪੈਂਦੀ ਸੀ ਸਾਰੀ। ਪਰ ਅੱਖਾਂ ਬੰਦ ਕਰਨੀਆਂ ਹਰ ਜਗ੍ਹਾ ਪੋਸੀਬਲ ਨਹੀਂ ਹੁੰਦੀਆਂ। ਮੈਂ ਫ਼ੋਨ ਕੀਤਾ, ਇਨਵੋਲਵ ਕੀਤਾ ਪ੍ਰਸ਼ਾਸਨ ਨੂੰ, ਮੈਂ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ, ਪਰ ਮੈਨੂੰ ਟਾਈਮ ਦਿਓ, ਲੈਟ ਮੀ ਹੈਂਡਲ ਦਿਸ ਸਿਚੁਏਸ਼ਨ। ਜੇ ਨਹੀਂ ਹੋਊਗੀ ਤਾਂ ਤੁਸੀਂ ਜਿਹੜਾ ਕੁਝ ਕਰਨਾ ਉਹ ਤਾਂ ਕਰਨਾ ਹੀ ਹੈ, ਕਿਉਂਕਿ ਜੇ ਉਹ ਚੱਕਰ ਦੇ ਵਿੱਚ ਪੈ ਜਾਂਦੇ ਤਾਂ ਸ਼ਾਇਦ ਹੋਰ ਮਸਲਾ ਉਲਝ ਜਾਂਦਾ। ਤੋ ਜਿਵੇਂ ਕਿਵੇਂ ਕਰਕੇ ਅਸੀਂ ਉਹਨੂੰ ਜਿਵੇਂ ਵੀ ਕਰਿਆ, ਉਹ ਕਿਸੇ ਲਈ ਹੋਰ ਆਪਾਂ ਬੈਠਾਂਗੇ, ਗੱਲਾਂ ਕਰਾਂਗੇ ਅਲੱਗ ਤੋਂ ਉਸ ਵਿਸ਼ੇ 'ਤੇ। ਪਰ ਉਹਦੀ ਮਾਂ, ਉਹਦੀ ਮਾਸੀ, ਉਹਦਾ ਸਾਰਾ ਮੁਆਸ਼ਰਾ, ਉਹਨਾਂ ਨੂੰ ਇਹ ਸਮਝ ਹੀ ਨਹੀਂ ਸੀ ਆ ਰਹੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੁੱਟ ਕਿਉਂ ਨਹੀਂ ਸਕਦੇ ਅਤੇ ਸਾਡੀ ਮਰਜ਼ੀ ਤੋਂ ਖਿਲਾਫ ਇਹ ਵਿਆਹ ਕਿਵੇਂ ਕਰ ਲੂਗੀ। ਆਲ ਏਜਸ। ਦੂਸਰੇ ਵਾਲੇ ਪਾਸਿਆਂ ਦਾ ਉਹ ਹਾਲ ਸੀਗਾ। ਮੈਂ ਜਿਹੜਾ ਵਿੱਚ ਖੜਾ ਸੀ, ਮੈਨੂੰ ਕਹਿੰਦੇ ਤੂੰ ਤਾਂ ਸਰਪੰਚ ਬਣ ਰਿਹਾ, ਤੂੰ ਤਾਂ ਇਲੈਕਸ਼ਨ ਲੜਨੀ ਆ। ਮੈਂ ਕਿਹਾ ਕਿਹੜਾ ਤੁਹਾਡੇ 'ਚੋਂ ਕਿਹੜਾ ਵੋਟ ਪਾਊ, ਮੈਨੂੰ ਪਹਿਲਾਂ ਇਹ ਦੱਸੋ, ਤੁਸੀਂ ਪਾਓਗੇ ਕਿ ਤੁਸੀਂ ਪਾਓਗੇ? ਖਾਣੇ ਤਾਂ ਮੈਂ ਛਿੱਤਰੇ ਨੇ ਤੁਹਾਡੇ ਸਾਰਿਆਂ ਤੋਂ। ਤਾਂ ਸਮਾਜ ਦੀਆਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ, ਇੰਨੀਆਂ ਡੀਪ ਰੂਟਡ ਨੇ ਅੱਜ ਵੀ। ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ। ਸ਼ਾਇਦ ਆਊਟ ਆਫ ਕੰਟੈਕਸਟ ਹੋ ਗਿਆ, ਆਪਾਂ ਇਹਨੂੰ ਕੱਟ ਸਕਦੇ ਹਾਂ, ਬਟ ਇਹ ਜਿਹੜੇ ਸਮਾਜ ਵੈਨ ਗੋਇੰਗ ਬੈਕ ਅ ਬੁੱਕ ਲੇਡ ਡਾਊਨ ਪ੍ਰੋਸੀਜਰਸ, ਉਦੋਂ ਤੁਸੀਂ ਕਹਿੰਦੇ ਹਾਰਸ਼ ਆ, ਅੱਜ ਵੀ ਹਾਰਸ਼ ਨੇ। ਇਹਦੇ ਤੋਂ ਬਾਹਰ ਆਉਣਾ ਪਊਗਾ। ਤੁਸੀਂ ਕੁਝ ਕਹਿ ਰਹੇ ਸੀ, ਮੈਂ ਪੁੱਛਣਾ। ਮੈਂ ਜਿਵੇਂ ਪਿਛਲੀ ਵਾਰੀ ਵੀ ਆਪਣੀ ਇਸ ਟੌਪਿਕ 'ਤੇ ਗੱਲ ਹੋਈ ਸੀ, ਅੱਜ ਵੀ ਹੋਈ ਹੈ ਨਾ। ਤੁਹਾਡੇ ਫਾਦਰ ਤੋਂ, ਤੁਹਾਡੇ ਤੋਂ ਗੱਲ ਸ਼ੁਰੂ ਹੋਈ ਸੀ। ਹੁਣ ਜਿਵੇਂ ਤੁਹਾਡੇ 2 ਬੱਚੇ ਨੇ, ਇੱਕ ਬੇਟੀ ਹੈ ਇੱਕ ਬੇਟਾ, ਅਸੀਂ ਬਹੁਤ ਸਾਰੇ ਪ੍ਰੋਗਰਾਮ ਇਸ ਚੀਜ਼ 'ਤੇ ਕਰਦੇ ਰਹਿੰਦੇ ਹਾਂ ਕਿ ਬੱਚਿਆਂ ਨੂੰ ਕਿਵੇਂ ਪਾਲੀਏ, ਜਾਂ ਫਿਰ ਅਸੀਂ ਜਦੋਂ ਤੁਹਾਡੇ ਨਿਆਣਿਆਂ ਨੂੰ ਦੇਖਦੇ ਹਾਂ ਕਿ ਬੜੀ ਛੋਟੀ ਏਜ 'ਚੋਂ ਸਕਸੈਸਫੁਲ ਨੇ ਇੱਕ ਤਰ੍ਹਾਂ ਨਾਲ, ਹੈ ਨਾ। ਇਸ ਏਜ 'ਚ ਖਾਸ ਕਰਕੇ ਕੁੜੀਆਂ ਲਈ, ਕੁੜੀਆਂ ਨੂੰ ਤਾਂ ਬਿਲਕੁਲ ਹੀ ਨਹੀਂ ਸੋਚਿਆ ਜਾ ਸਕਦਾ ਕਿ ਇੱਕ ਬੈਚਲਰ ਕੁੜੀ ਆ ਜਿਹੜੀ ਉਹ ਵਧੀਆ ਬਿਜ਼ਨਸ ਕਰਦੀ ਆ। ਤੁਹਾਨੂੰ ਕੀ ਲੱਗਦਾ ਵੀ ਨਿਆਣਿਆਂ ਨੂੰ ਕਿੱਦਾਂ ਮਾਂ ਪਿਓ ਜਿਹੜੇ ਨੇ ਪਾਲਣ ਕਿ ਨਿਆਣਾ ਵੀ ਨਾ ਮਹਿਸੂਸ ਕਰੇ ਵੀ ਉਹਦੇ 'ਤੇ ਮਾਂ ਪਿਓ ਦਾ ਕੋਈ ਪ੍ਰੈਸ਼ਰ ਆ, ਜਾਂ ਮਾਂ ਪਿਓ ਉਹ ਸੁਪਨੇ ਨੇ ਜਿਹੜੇ ਉਹਦੇ 'ਤੇ ਥੋਪ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪ ਨਹੀਂ ਪੂਰਾ ਕੀਤਾ, ਜਾਂ ਫਿਰ ਸਾਰੀ ਉਮਰ ਉਹ ਜਿਹੜੀ ਇਨਵੈਸਟਮੈਂਟ ਬੱਚੇ 'ਤੇ ਕਰਦੇ ਨੇ ਮਾਂ ਪਿਓ ਉਹਦਾ ਬਦਲਾ ਲੈਂਦੇ ਰਹਿੰਦੇ ਆ ਸਾਰੀ ਉਮਰ, ਹੈ ਨਾ। ਤੁਹਾਡੇ ਨਿਆਣਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਫਰੀਡਮ ਦਿੱਤੀ ਹੋਈ ਆ, ਪਰ ਕਈ ਵਾਰੀ ਸੋਸਾਇਟੀ ਇਹ ਵੀ ਸੋਚ ਲੈਂਦੀ ਆ ਵੀ ਬਹੁਤ ਸਾਰੀ ਫਰੀਡਮ ਦੇਣ ਨਾਲ ਵੀ ਨਿਆਣੇ ਨੇ ਜਿਹੜੇ ਅਕਸਰ ਬਹੁਤ ਜ਼ਿਆਦਾ ਵਿਗੜ ਜਾਂਦੇ ਆ, ਜਾਂ ਫਿਰ ਮਾਂ ਪਿਓ ਨੂੰ ਸੋਸਾਇਟੀ ਦੋਸ਼ ਦਿੰਦੀ ਹੁੰਦੀ ਆ ਵੀ ਕਾਸ਼ ਤੁਸੀਂ ਪਹਿਲਾਂ ਲਗਾਮ ਲਗਾਈ ਹੁੰਦੀ, ਹੈ ਨਾ। ਤਾਂ ਇਹ ਚੀਜ਼ ਹੁਣ ਤੁਸੀਂ ਕਰ ਚੁੱਕੇ ਹੋ ਕਿਉਂਕਿ ਬੱਚੇ ਵੱਡੇ ਹੋ ਗਏ ਨੇ, ਤਾਂ ਤੁਹਾਡਾ ਐਕਸਪੀਰੀਅੰਸ ਇਸ ਚੀਜ਼ ਬਾਰੇ ਕੀ ਕਹਿੰਦਾ? ਬੜਾ ਉਲਝਿਆ ਹੋਇਆ ਔਰ ਬੜਾ ਸਟੀਕ ਸਵਾਲ ਹੈ। ਇਹਦੇ ਵਿੱਚ ਕੋਈ ਫਾਰਮੂਲਾ ਨਹੀਂ ਹੈਗਾ। ਦੋਨੋਂ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ ਇੱਕੋ ਜਿੰਨੀਆਂ ਸਹੀ ਨੇ, ਇੱਕੋ ਜਿੰਨੀਆਂ ਸਹੀ ਨੇ। ਇਹਦਾ ਵੀ ਸਵਾਲ ਉੱਥੇ ਹੀ ਖੜਾ, ਜਦੋਂ ਦੇਖੋ ਤੁਹਾਡੇ ਕੋਲ ਬੱਚਾ ਕਿੰਨੀ ਦੇਰ ਰਹਿੰਦਾ, ਉਹਦਾ ਉਮਰ ਦਾ ਫਰਕ ਹੈ, ਰਿਸ਼ਤੇ ਦਾ ਫਰਕ ਹੈ, ਰਿਸ਼ਤੇ ਦੀਆਂ ਲੇਡ ਡਾਊਨ ਸੋ ਕਾਲਡ ਮਰਿਆਦਾ ਦਾ ਫਰਕ ਹੈ, ਜਿਹੜੀਆਂ ਤੁਹਾਨੂੰ ਕਦੀ ਵੀ ਕਨੈਕਟ ਹੋਣ ਹੀ ਨਹੀਂ ਦਿੰਦੇ। ਤੁਸੀਂ ਜਿੰਨਾ ਮਰਜ਼ੀ ਕਰ ਲਓ, ਤੁਹਾਨੂੰ ਕਨੈਕਟ ਹੀ ਨਹੀਂ ਹੋਣ ਦੇਣਗੇ ਉਹ। ਜਦੋਂ ਬਾਹਰ ਬੱਚੇ ਜਾਂਦੇ ਨੇ, ਉਹਨਾਂ ਦੇ ਆਸ-ਪਾਸ ਦੇ ਬੱਚਿਆਂ ਦਾ ਆਪਣੇ ਮਾਂ-ਬਾਪ ਦੇ ਨਾਲ ਕਿਹੋ ਜਿਹਾ ਰਿਲੇਸ਼ਨ ਹੈ, ਉਹਨਾਂ ਦੀ ਗੱਲ ਇਹਨਾਂ ਨੂੰ ਜ਼ਿਆਦਾ ਸਮਝ ਆਉਂਦੀ ਹੈ। ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਵਿਮਨ ਨਾਲ ਕੀ ਹੋ ਰਿਹਾ ਅੱਜ ਕੱਲ੍ਹ ਜਾਂ ਕੀ ਹੁੰਦਾ ਆ ਰਿਹਾ, ਇਹਦੇ ਤੋਂ ਕੋਈ ਅਣਭਿੱਜ ਨਹੀਂ ਹੈਗਾ। ਕਿਆ ਹੋਇਆ ਨਹੀਂ ਹੋਇਆ, ਬਹੁਤ ਸਾਰਾ ਹੋਇਆ, ਪਰ ਅੱਜ ਮੈਨੂੰ ਮਾफ़ ਕਰਨਾ, ਇਹ ਹੋ ਗਿਆ ਕਿ ਜਿਹਦੇ ਨਾਲ ਨਹੀਂ ਵੀ ਹੋ ਰਿਹਾ ਉਹਨੂੰ ਫੀਲ ਹੋ ਰਿਹਾ ਕਿ ਮੈਂ ਬਹੁਤ ਜ਼ਿਆਦਾ ਮੇਰੇ ਨਾਲ ਹੋ ਰਿਹਾ। ਤਾਂ ਜਦੋਂ ਤੁਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਫਰੀडम ਵੀ ਦਿੰਦੇ ਹੋ ਨਾ, ਜਾਂ ਕੁਛ ਵੀ ਕਰਦੇ ਹੋ, ਉਹਦੇ ਨਾਲ ਉਹ ਕਿਸੇ ਪਾਸੇ ਵੀ ਜਾ ਸਕਦੇ ਨੇ। ਰਿਸਪੌਂਸਿਬਲ ਬਣਾਉਣਾ ਬੱਚਿਆਂ ਨੂੰ ਜ਼ਰੂਰੀ ਹੈ, ਪਰ ਇਹਦਾ ਕੋਈ ਸਟ੍ਰਿਕਟ ਫਾਰਮੂਲਾ ਨਹੀਂ ਹੈ। ਤਾਂ ਜਿੰਨੀਆਂ ਵੀ ਗੱਲਾਂ ਸ਼ੁਰੂ ਤੋਂ ਹੁਣ ਤੱਕ ਅਸੀਂ ਕਰੀਆਂ, ਉਹਦਾ ਇੱਕੋ ਹੀ ਹੈ ਵੀ ਮੱਧ ਜਿਹੜਾ ਨਾ, ਐਕਸਟ੍ਰੀਮਿਜ਼ਮ ਨਹੀਂ ਹੈਗਾ ਇਹਦੇ 'ਚ। ਅੱਜ ਜਿਹੜੇ ਯੰਗ ਵਿਮਨ ਨੇ ਉਹਨਾਂ ਨੂੰ ਸ਼ਾਇਦ ਗੁੱਸਾ ਲੱਗੇ ਮੇਰੀ ਗੱਲ ਦਾ, ਜਿਹੜੇ ਵੱਡੇ ਕਾਲਜਿਸ ਦੇ ਵਿੱਚ ਪੜ੍ਹਦੇ ਜਾਂ ਛੋਟੇ ਕਾਲਜ, ਜਿਹੜੀ ਮੈਂ ਤੁਹਾਨੂੰ ਗੱਲ ਸੁਣਾ ਕੇ ਹਟਿਆ, ਤੇ ਇੱਕ ਆਮ ਸਿੱਧੇ ਸਧਾਰਨ ਪਰਿਵਾਰ ਦੀ ਬੱਚੀ ਹੈ, ਉਹਨੂੰ ਲੱਗਿਆ ਮੇਰਾ ਕਿਸੇ ਨਾਲ ਅਫੇਅਰ ਹੋਣਾ ਚਾਹੀਦਾ, ਮੇਰੀ ਉਹਦੇ ਨਾਲ ਸ਼ਾਦੀ ਹੋਣੀ ਚਾਹੀਦੀ ਹੈ। ਗਲਤ ਠੀਕ ਤਾਂ ਮੈਨੂੰ ਨਹੀਂ ਪਤਾ ਹੋਗਾ, ਉਹਦੀਆਂ ਆਪਣੀਆਂ ਕੰਪਲੀਕੇਸ਼ਨਸ ਐਂਡ ਲਾਈਫ ਦੀਆਂ।
ਲੇਕਿਨ ਜਿਹੜੇ ਥੋੜਾ ਜ਼ਿਆਦਾ ਪੜ੍ਹੇ ਲਿਖੇ ਪਰਿਵਾਰ ਦੇ ਬੱਚੇ ਨੇ ਹੋਰ ਨੇ, ਮੈਂ ਦੇਖਿਆ ਕਿ ਉਹ ਵਿਮਨ ਦੇ ਅੰਦਰ ਵੀ ਨਾ ਬਹੁਤ ਜ਼ਿਆਦਾ ਗਰਜ ਭਰ ਗਿਆ, ਜੇ ਉਹਨਾਂ ਨਾਲ ਕੁਝ ਗਲਤ ਨਹੀਂ ਵੀ ਹੋ ਰਿਹਾ ਤਾਂ ਵੀ ਉਹਨਾਂ ਨੂੰ ਲੱਗੀ ਜਾਂਦਾ ਕਿ ਮੇਰੇ ਨਾਲ ਬਹੁਤ ਵਧੀਕੀ ਹੋ ਰਹੀ ਹੈ। ਉਹ ਬੰਦਿਆਂ ਤੋਂ ਨਫ਼ਰਤ ਕਰਨ ਲੱਗ ਗਈਆਂ। ਉਹ ਤੁਹਾਡੀ ਗੱਲ ਨਾ ਮੈਨੂੰ ਪਹਿਲੇ ਦਿਨ ਬਹੁਤ ਬਹੁਤ ਖੂਬਸੂਰਤ ਲੱਗੀ ਸੀ। ਅਸੀਂ ਇਸ ਤਰ੍ਹਾਂ ਹੀ ਇਹਦੇ ਸੈਟਅਪ ਹੋ ਰਿਹਾ ਸੀ ਤੇ ਬੈਠ ਕੇ ਗੱਲਾਂ ਕਰ ਰਹੇ ਸੀ, ਤੁਹਾਨੂੰ ਸ਼ਾਇਦ ਯਾਦ ਵੀ ਨਾ ਹੋਵੇ। ਉਦੋਂ ਗੱਲ ਇਸੇ ਤਰ੍ਹਾਂ ਦੀ ਕੋਈ ਗੱਲ ਚੱਲ ਰਹੀ ਸੀ ਤੇ ਤੁਸੀਂ ਮੈਨੂੰ ਐਂ ਗੱਲ ਕਹੀ ਸੀ ਕਿ ਜਦੋਂ ਕਿਸੇ 'ਤੇ ਕੋਈ ਇਲਜ਼ਾਮ ਲੱਗਦਾ ਮੈਂ ਉਹਨੂੰ ਬਰੀ ਨਹੀਂ ਕਰਦੀ, ਪਰ ਉਸ ਵੇਲੇ ਮੇਰੇ ਦਿਮਾਗ 'ਚ ਮੇਰੇ ਪਿਓ ਤੇ ਮੇਰੇ ਭਰਾ ਦੀ ਪਿਕਚਰ ਵੀ ਨਾਲ ਚੱਲ ਰਹੀ ਸੀ। ਇਹ ਹੈ, ਬਟ ਤੁਸੀਂ ਕਿਸੇ ਨੂੰ ਬਰੀ ਵੀ ਨਹੀਂ ਕਰ ਸਕਦੇ, ਕਿਸੇ ਨੂੰ ਸਜ਼ਾ ਵੀ ਨਹੀਂ ਲਗਾ ਸਕਦੇ, ਔਰ ਕੋਈ ਸਟ੍ਰਿਕਟ ਰਿਟਨ ਬਾਈ ਬੁੱਕ ਤੁਸੀਂ ਨਹੀਂ ਜਾ ਸਕਦੇ। ਅੱਜ ਦਾ ਜਿਹੜਾ ਸਮਾਂ ਫੈਮਿਨਿਨ ਕੁਆਲਿਟੀ ਹੁੰਦੀ ਹੈ, ਅਸੀਂ ਪਿਛਲੀ ਵਾਰੀ ਇਹਦੇ 'ਤੇ ਚਰਚਾ ਕਰੀਏ, ਉਹ ਮਰਦ 'ਚ ਵੀ ਹੁੰਦੀ ਹੈ, ਜਨਾਨੀ 'ਚ ਵੀ ਹੁੰਦੀ ਹੈ। ਤੋ ਅੱਜ ਦਾ ਜਿਹੜਾ ਹੁਣ ਇਹ ਸਿਸਟਮ ਗੜਬੜਾ ਜਾ ਰਿਹਾ, ਉਹਦੇ 'ਚ ਕੁੜੀਆਂ ਬਹੁਤ ਚੁਸਤ ਹੋ ਗਈਆਂ, ਬਹੁਤ ਜ਼ਿਆਦਾ ਚੁਸਤ ਹੋ ਗਈਆਂ। ਔਰ ਉਹ ਵੀ ਇਹਨੂੰ ਤੋਂ ਇਹੋ ਜਿਹਾ ਕੋਈ ਪੇਰੈਂਟਲ ਫਾਰਮੂਲਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਪੇਰੈਂਟਸ ਸੁਹਿਰਦ ਨੇ, ਉਹਨਾਂ ਦੇ ਆਪਣੇ ਰਿਲੇਸ਼ਨ ਸਹੀ ਨੇ, ਉਹਨਾਂ ਦੇ ਆਸ-ਪਾਸ ਵਾਲਿਆਂ ਦੇ ਨਾਲ ਰਿਲੇਸ਼ਨ ਸਹੀ ਨੇ, ਆਟੋਮੈਟਿਕਲੀ ਬੱਚਿਆਂ ਨਾਲ ਵੀ ਰਿਲੇਸ਼ਨ ਸਹੀ ਹੋ ਜਾਣਗੇ। ਉਹ ਇੱਕ ਸ਼ਾਇਦ ਇੱਕ ਚਾਂਸ ਹੈ ਕਿ ਤੁਹਾਡੇ ਬੱਚੇ ਹੋ ਜਾਣ। ਔਰ ਦੂਸਰੀ ਚੀਜ਼ ਹੈ ਕਿ ਤੁਸੀਂ ਉਹਨਾਂ ਨੂੰ ਫੋਰਸ ਨਾ ਕਰੋ, ਕੁਝ ਟਾਰਗੇਟਸ ਦੇ ਕੇ ਫੋਰਸ ਨਾ ਕਰੋ ਕਿ ਆਪਾਂ 1 ਕਰੋੜ ਕਮਾਣਾ ਜਾਂ 100 ਕਰੋੜ ਜਾਂ 10 ਲੱਖ ਕਮਾਣਾ ਜਾਂ 1000 ਕਮਾਣਾ। ਯੂ ਸੇ ਯੂ ਜਸਟ ਗੋ ਐਂਡ ਵਰਕ, ਦੈਟਸ ਇਟ। ਇਮਾਨਦਾਰੀ ਨਾਲ ਕੰਮ ਕਰੋ, ਜੋ ਕੁਝ ਆ ਰਿਹਾ ਇੱਕ ਕਦਮ ਪਿੱਛੇ ਰੱਖ ਕੇ ਉਹਦੇ ਵਿੱਚ ਜੀਣਾ, ਔਰ ਤੁਹਾਨੂੰ ਦਿਖਾਉਣ ਵਾਸਤੇ ਸਕੂਟਰ ਨਵਾਂ ਨਹੀਂ ਲੈਣਾ ਹੈਗਾ। ਬਿਲਕੁਲ, ਤਾਂ ਸਾਰਾ ਕੁਝ ਠੀਕ ਹੈ। ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਜੀ, ਮੇਰਾ ਜੀਵਨ ਤਾਂ ਇਸ ਤਰ੍ਹਾਂ ਹੀ ਨਿਕਲਿਆ ਔਰ ਇਸ ਤਰ੍ਹਾਂ ਹੀ ਨਿਕਲ ਰਿਹਾ। ਹੁਣ ਵੀ ਜਦੋਂ ਮੈਂ ਕੰਮ ਕਰਦਾ, ਕੰਮ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ। ਬਾਬੇ ਨਾਨਕ ਦਾ ਫਲਸਫਾ ਸਾਰਿਆਂ ਵਾਸਤੇ ਇੱਕੋ ਹੀ ਹੈ, ਕਿਰਤ ਕਰੋ। ਤੁਹਾਡੇ ਵਾਸਤੇ ਵੀ ਮੇਰੇ ਵਾਸਤੇ ਵੀ, ਇਹਦੇ 'ਚ ਕੋਈ ਐਗਜ਼ੈਂਪਸ਼ਨ ਨਹੀਂ ਹੈ। ਕਿਰਤ ਕਰੋ, ਵੰਡ ਛਕੋ ਸਾਰਿਆਂ ਨੇ। ਤੁਸੀਂ ਤੁਹਾਨੂੰ ਸਮਾਜ ਨੂੰ ਦੇ ਕੇ ਬਿਲਡ ਕਰਨਾ ਐਜ਼ ਅ ਫੈਮਿਲੀ। ਲੰਗਰ ਲਗਾਉਣਾ, ਗੁੱਸਾ ਕਰੇ ਕਿਸੇ ਨੇ ਤਾਂ ਕਰਨਾ ਹੈ, ਉਹ ਵੰਡ ਛਕੇ ਦੇ ਵਿੱਚ ਨਹੀਂ ਆਉਂਦਾ। ਤਾਂ ਟੂ ਬਿਲਡ ਸੋਸਾਇਟੀ, ਇੱਕੋ ਹੀ ਕਹਾਣੀ ਕਰੋੜ ਵਾਰੀ ਮੈਂ ਕਿਹਾ, ਕਰੋੜ ਵਾਰੀ ਹੋਰ ਕਹਾ ਲਓ, ਅਵੇਅਰਨੈਸ। ਜਿੰਨੇ ਤੁਸੀਂ ਅਵੇਅਰ ਹੋ ਔਰ ਤੁਹਾਨੂੰ ਯੂ ਡੋਂਟ ਗੋ ਬਾਏ ਬੁੱਕ, ਕੋਈ ਜਿਹੜਾ ਫਿਕਸ ਮਰਿਆਦਾ ਉਹਦੇ ਵਾਸਤੇ ਤੋਂ ਇੱਥੇ ਹੀ ਹੱਲ ਹੈ ਜੀ ਦਾ। ਮੈਨੂੰ ਤਾਂ ਇਹੀ ਸਮਝ ਆਉਂਦਾ ਜੀ। ਸੋ ਮੈਨੂੰ ਲੱਗਦਾ ਹੁਣ ਆਪਾਂ ਇਜਾਜ਼ਤ ਲਈਏ। ਬਿਲਕੁਲ। ਇੱਕ ਵਾਰ ਫਿਰ ਅਸੀਂ, ਵੈਸੇ ਤੁਸੀਂ ਕਹਿੰਦੇ ਹੁੰਦੇ ਕਿ ਧੰਨਵਾਦ ਨਹੀਂ ਕਰਨਾ ਹੈਗਾ ਮੈਨੂੰ ਤੇ ਪਰ ਫਿਰ ਵੀ ਅਸੀਂ ਤੁਹਾਨੂੰ ਸ਼ੁਕਰੀਆ ਕਹਾਂਗੇ, ਕਿਉਂਕਿ ਅੱਜ ਕੱਲ੍ਹ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਕਿਸੇ ਕੋਲ ਇੰਨਾ ਸਮਾਂ ਹੈ ਨਹੀਂਗਾ। ਸੋ ਜਦੋਂ ਅੱਜ ਦੇ ਟਾਈਮ 'ਚ ਕੋਈ ਤੁਹਾਨੂੰ ਸਮਾਂ ਦੇ ਰਿਹਾ, ਦਾ ਮਤਲਬ ਕਿ ਕੋਈ ਤੁਹਾਨੂੰ ਬਹੁਤ ਕੀਮਤੀ ਚੀਜ਼ ਪੇਸ਼ ਕਰ ਰਿਹਾ। ਸੋ ਬਹੁਤ ਮਿਹਰਬਾਨੀ ਕਿ ਤੁਸੀਂ ਅੱਜ ਫਿਰ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ, ਗੱਲਾਂ ਬਾਤਾਂ ਕੀਤੀਆਂ, ਆਪਣੇ ਤਜਰਬੇ 'ਚੋਂ ਕੁਝ ਸਾਨੂੰ ਦਿੱਤਾ। ਸੋ ਆਪਾਂ ਮਿਲਦੇ ਰਹਾਂਗੇ ਕਿਉਂਕਿ ਮੈਨੂੰ ਫੇਰ ਲੱਗਦਾ ਕਿ ਇਸ ਗੱਲਬਾਤ ਤੋਂ ਬਾਅਦ ਫਿਰ ਬਹੁਤ ਸਾਰੇ ਸਵਾਲ ਆ ਜਾਣਗੇ। ਮੈਂ ਨਾ ਇੱਥੇ ਸਿਰਫ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਨਾ, ਜਦੋਂ ਅਸੀਂ ਕੁਝ ਵੀ ਬੋਲਦੇ ਹਾਂ, ਦੇਖੋ ਆਪਾਂ ਪੈਰਾਡਾਈਮ ਦੇ, ਹਰ ਬੰਦੇ ਦਾ ਆਪਣਾ ਨਜ਼ਰੀਆ, ਕਿਸੇ ਦੇ ਅੰਦਰ ਕੋਈ ਗਰਜ ਹੈ, ਕਿਸੇ ਦੇ ਐਕਸਪੀਰੀਅੰਸ ਕਿਸ ਤਰ੍ਹਾਂ ਦੇ ਨੇ, ਉਹਨੂੰ ਕਿਸ ਤਰ੍ਹਾਂ ਦੇਖ ਕੇ ਤੁਹਾਨੂੰ ਉਹ ਕੀ ਕਹਿ ਜਾਵੇ, ਮੈਨੂੰ ਉਹਦਾ ਮਾੜਾ ਨਹੀਂ ਲੱਗਦਾ, ਮੈਨੂੰ ਕਹਿੰਦੇ ਉਹ ਤਾਂ ਉਹਦੀ ਸੋਚ ਹੈ ਨਾ ਯਾਰ, ਕੁਝ ਵੀ ਕਹਿ ਦੇ। ਪਰ ਇੰਨੀ ਇਵੋਲਵਡ ਅਸੀਂ ਹੋ ਗਏ ਐਜ਼ ਅ ਸੋਸਾਇਟੀ, ਉਹ ਦੇਖ ਕੇ ਮੈਨੂੰ ਨਾ ਬਹੁਤ ਖੁਸ਼ੀ ਹੋਈ। ਮੈਂ ਸ਼ਾਇਦ ਅੱਜ ਤੱਕ ਇੰਟਰਵਿਊ ਨਹੀਂ ਕੀਤੀ, ਨਾ ਸ਼ਾਇਦ ਅੱਗੇ ਹੁਣ ਆਪਾਂ, ਚਲੋ ਉਹ ਤਾਂ ਪਰਮਾਤਮਾ ਨੂੰ ਪਤਾ। ਬਟ ਇਹ ਜਿਹੜਾ ਮੌਕਾ ਤੁਸੀਂ ਦਿੱਤਾ ਨਾ, ਜਿਸ ਖੂਬਸੂਰਤੀ ਨਾਲ ਅਸੀਂ ਔਰ ਜਿਸ ਸਰਲਤਾ ਨਾਲ ਇਹ ਸਵਾਲ ਕਰੇ, ਮੈਨੂੰ ਨਹੀਂ ਪਤਾ ਸਾਡੇ ਐਕਸਪੀਰੀਅੰਸਿਸ ਸਹੀ ਨੇ ਜਾਂ ਗਲਤ ਨੇ। ਸਵਾਲ ਸਾਰੇ ਜਾਇਜ਼ ਸੀਗੇ। ਇਸ ਦੁਨੀਆ 'ਤੇ ਕੋਈ ਸਵਾਲ ਗਲਤ ਨਹੀਂ ਹੈ, ਸਿਰਫ ਜਵਾਬਾਂ ਦੇ ਵਿੱਚ ਪ੍ਰੋਬਲਮ ਹੈ। ਜਦੋਂ ਤੁਹਾਡੇ ਕੋਲ ਜਵਾਬ ਨਹੀਂ ਹੁੰਦੇ, ਤੁਸੀਂ ਡੰਗ ਚੱਕ ਲੈਂਦੇ। ਐਵਰੀ ਕੁਐਸਚਨ ਔਨ ਦਾ ਫੇਸ ਆਫ ਦਿਸ ਪਲੈਨਟ ਇਜ਼ ਰਾਈਟ। ਹਰ ਸਵਾਲ ਸਹੀ ਹੈ। ਤਾਂ ਧੰਨਵਾਦੀ ਮੈਨੂੰ ਹੋਣਾ ਚਾਹੀਦਾ, ਧੰਨਵਾਦੀ ਨਹੀਂ ਕ੍ਰਿਤੱਗ ਹੋਣਾ ਚਾਹੀਦਾ ਕਿ ਐਟਲੀਸਟ ਆਪਣਾ ਲਾਈਫ ਐਕਸਪੀਰੀਅੰਸ ਸਾਰਿਆਂ ਨਾਲ ਬੈਠ ਕੇ, ਇੱਥੇ ਚਾਹੇ ਇੱਕ ਸ਼ੀਸ਼ੇ ਦਾ ਟੁਕੜਾ ਦਿਖ ਰਿਹਾ ਹੈ, ਬਟ ਇਹਦੇ ਪਿੱਛੇ ਜਿਹੜਾ ਐਡਾ ਵੱਡਾ ਪਰਿਵਾਰ ਸੋਚ ਰਿਹਾ ਹੈ, ਉਹਦੇ ਬਾਰੇ ਉਹਨੂੰ ਪੋਜ਼ੀਟਿਵ ਨੈਗੇਟਿਵ ਜਿਵੇਂ ਵੀ ਕੁਝ ਲੈ ਰਿਹਾ ਹੈ, ਔਰ ਇੰਨੀ ਸੁਹਿਰਦਤਾ ਨਾ ਕਰਿਆ, ਤਾਂ ਧੰਨਵਾਦ, ਕੋਟਨ ਕੋਟ ਸ਼ੁਕਰਾਨਾ ਉਹਨਾਂ ਦਾ ਅਤੇ ਤੁਹਾਡਾ। ਅਗਲੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਹੁਣ ਤੁਸੀਂ ਆਪ ਹੀ ਲੱਭਿਓ। ਤੇ ਸਤਿ ਸ਼੍ਰੀ ਅਕਾਲ। ਨਹੀਂ, ਹੁਣ ਅਸੀਂ ਇੱਕ ਨਵਾਂ ਵਿਸ਼ਾ ਲੱਭ ਕੇ ਲੈ ਕੇ ਆਵਾਂਗੇ। ਉਹ ਤੁਹਾਡਾ ਭਲਾ। ਬਸ ਸਾਡੇ ਲਈ ਇੱਕ ਇਹ ਵੀ ਬਹਾਨਾ ਹੁੰਦਾ ਹੈ ਕਿ ਖਾਣ ਪੀਣ ਨੂੰ ਬੜੀਆਂ ਨਵੀਆਂ ਚੀਜ਼ਾਂ ਤੁਹਾਡੇ ਘਰੇ ਠੀਕ ਹੈ ਭੈਣ ਜੀ, ਠੀਕ ਹੈ ਭੈਣ ਜੀ, ਠੀਕ ਹੈ। ਸੋ ਬਹੁਤ ਮਿਹਰਬਾਨੀ ਕਰੋ ਫਿਰ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਸੋ ਦੋਸਤੋ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਇੰਨਾ ਹੀ। ਮੈਨੂੰ ਗੁਰਦੀਪ ਗਰੇਵਾਲ ਹੋਰਾਂ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।